हेलो गुरसिमरन, हेलो नवजोत, हेलो अर्श, हाय पारुल। ਤੁਹਾਨੂੰ ਸਾਰਿਆਂ ਨੂੰ ਮੇਰੀ ਆਵਾਜ਼ ਆ ਰਹੀ ਹੈ? ਕੈਨ ਯੂ ਹੀਅਰ ਮੀ ਗਾਇਜ਼? ਪਲੀਜ਼ ਸੇ ਯੈਸ। ਗੁੱਡ ਇਵਨਿੰਗ, good evening Kirat. Just confirm me yes in the comment section if you can hear me. Oh, great cycle 7860. Okay जी, काफ़ी स्टूडेंट्स जुड़ चुके हैं. Let's wait for a few more seconds and then we'll start. ਤੁਹਾਡੇ ਚੋਂ who all want to go to Canada or Australia ਜਾਂ New-Zealand? Thanks everyone. ਵਿਸ਼ਵ, ਤੁਹਾਨੂੰ ਆਵਾਜ਼ ਨਹੀਂ ਆ ਰਹੀ? ओके, मोस्टली सारे येस कह रहे ने, तो मैं अज्यूम करके चल रहे हैं कि आवाज़ सारे तक पहुंच पा रही है. ਤੁਹਾਡੇ ਸਾਰਿਆਂ ਚੋਂ ਕੈਨੇਡਾ कौन जाना चाहता है या ऑस्ट्रेलिया कौन जाना चाहता है? प्लीज़ कमेंट्स च लिख के भेजो. कनाडा वाले कैनेडा CAN लिख दो, कनाडा लिख दो. ऑस्ट्रेलिया वाले US लिख दो, ऑस्ट्रेलिया जाना चाहते हो. जस्ट टू गेट एन आइडिया कि किस टाइप की अज ऑडियंस साडे नाल जुड़ी हुई है. मैं देखना चाहता कि कैनेडा का जहाज जाएगा कि ऑस्ट्रेलिया वाल जाएगा, कि दोनों पासे दे साडे कोल फ्लाइट्स हैगियां. ओके जी, कैनेडा चल रहा है. मोनिका कैनेडा कह रही है. तेजिंदर मैं किधर जाना है दसो. सुखमन गिल इज सेइंग कैनेडा, विशव सेइंग कैनेडा, अमनजोत सेइंग कैनेडा. इट लुक्स लाइक दिस फ्लाइट इज गोइंग टू टेक ऑफ फॉर कैनेडा. मोस्टली कैनेडा वाले ही ने. थोड़ा ਜਿਹਾ ਮੈਨੂੰ ਇਹ ਦੱਸੋਗੇ ਕਿ ਤੁਹਾਡੇ ਵਿੱਚੋਂ ਸਾਰਿਆਂ ਦੀ ਪ੍ਰੋਫਾਈਲਸ ਇਨ ਦਾ ਸੈਂਸ ਕਿ ਕਿਸ ਸਟੂਡੈਂਟ ਦੇ ਅਕੈਡਮਿਕ ਤੇ ਆਇਲਸ ਸਭ ਕੁਝ ਰੈਡੀ ਹੈ, ਸਿੰਪਲ ਸਿਰਫ ਅਪਲਾਈ ਕਰਨ ਦੀ ਵੇਟ ਹੈ ਜਾਂ ਅਪਲਾਈ ਕਰਨ ਲਈ ਹਲੇ ਵੀ ਸੋਚ ਰਹੇ ਹੈਗੇ ਆ? ਤੇ ਉਹ ਸਟੂਡੈਂਟ ਜਿਨ੍ਹਾਂ ਦੀ ਸਭ ਕੁਝ ਰੈਡੀ ਹੈ, ਅਕੈਡਮਿਕ ਵੀ ਸਭ ਕੁਝ ਅਰੇਂਜ ਹੈ, ਆਇਲਸ ਵੀ ਅਰੇਂਜ ਹੈ, ਪਲੀਜ਼ ਟਾਈਪ ਆਲ ਇਨ ਕਮੈਂਟਸ. ਤੇ ਜਿਨ੍ਹਾਂ ਦੇ ਸਿਰਫ ਹਲੇ ਅਕੈਡਮਿਕ ਰੈਡੀ ਹੈ, ਆਇਲਸ ਨਹੀਂ ਹਲੇ ਹੋ ਪਾਏ ਨੇ, ਉਹ ਅਕੈਡਮਿਕ ਲਿਖ ਦੇਣ. ਤੇ ਜਿਨ੍ਹਾਂ ਦੇ ਸਿਰਫ ਆਇਲਸ ਹੀ ਰੈਡੀ ਨੇ, ਅਕੈਡਮਿਕ ਸੇ ਕੋਈ +2 ਦੇ ਐਗਜ਼ਾਮ ਪੈਂਡਿੰਗ ਹੈ ਜਾਂ ਗ੍ਰੈਜੂਏਸ਼ਨ ਦੇ ਪੈਂਡਿੰਗ ਹੈ, ਪਲੀਜ਼ ਰਾਈਟ ਆਇਲਸ. I just want to see ਕਿ ਕਿਹੜੇ ਸਟੂਡੈਂਟਸ ਕਿਸ ਕੈਟੇਗਰੀ ਦੇ ਨੇ, so that ਅੱਜ ਦਾ ਜਿਹੜਾ ਅਸੀਂ ਇਹ ਆਨਲਾਈਨ ਕਾਉਂਸਲਿੰਗ ਕਰਨ ਜਾ ਰਹੇ ਹੈਗੇ, ਉੱਥੇ ਕੋਈ ਨਾ ਕੋਈ ਤੁਹਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਇਨਪੁਟਸ ਕੁਛ ਨਾ ਕੁਛ ਮਿਲ ਸਕੇ. ਗੁਰਸਿਮਰਨ ਇਜ਼ ਸੇਇੰਗ ਆਲ, ਸੋ ਦੈਟ ਮੀਨਸ ਗੁਰਸਿਮਰਨ ਦੇ ਅਕੈਡਮਿਕ ਵੀ ਰੈਡੀ ਹੈ, ਆਇਲਸ ਵੀ ਰੈਡੀ ਹੈ. ਆਈ ਐਮ ਵੇਟਿੰਗ ਫॉर ਅਦਰਸ ਟੂ ਕਨਫਰਮ ਕਿ ਉਹਨਾਂ ਦੇ ਕੀ ਸਟੇਟਸਿਸ ਹੈਗੇ ਨੇ. ਮੋਨਿਕਾ ਇਜ਼ ਸੇਇੰਗ ਆਲ. ਗੁਰਸੇਹਜ ਪਲੀਜ਼ ਆਪਣਾ ਕੁਐਸਚਨ ਤੁਸੀਂ ਲਿਖੋ, ਮੈਂ ਬਿਲਕੁਲ ਆਨਸਰ ਕਰਾਂਗਾ. ਸੁਖਪ੍ਰੀਤ ਕੌਰ ਇਜ਼ ਸੇਇੰਗ ਆਲ. ਚੰਨਾ 008 is saying academic, that means IELTS pending ਹੈ. ਹੋਪ ਤੁਸੀਂ ਸੇਠੀ ਸਟੱਡੀ ਸਰਕਲ ਨੂੰ ਜੁਆਇਨ ਕਰਕੇ ਜਲਦੀ IELTS ਕਰੋਗੇ. ਬਟ ਸੁਖ 2000 is saying academic only, that means IELTS is pending. ईशर गरेवाल मेरा अप्लाई करता. ईशर हो जाएगा अप्लाई. आई एम श्योर टीम विल गेट बैक टू यू एट दी अर्लीस्ट. जसप्रीत कौर सिंह ऑल. पलवी कल्याण सिंह ऑल. रीत गरेवाल IELTS. रीत ਤੁਹਾਡੇ ਅਕੈਡਮਿਕ +2 ਦੇ ਪੈਂਡਿੰਗ ਹੈ ਕਿ ਗ੍ਰੈਜੂਏਸ਼ਨ ਦੇ ਪੈਂਡਿੰਗ ਹੈ? ਪਲੀਜ਼ ਰਿਪਲਾਈ. ਗੋਲਡੀ ਪੰਜਾਬ ਸ਼ੈਂਜ਼ਨ ਸਟੱਡੀ ਵੀਜ਼ਾ. ਸ਼ੈਂਜ਼ਨ ਸਟੱਡੀ ਵੀਜ਼ਾ ਤਾਂ ਇਟਸ ਬੇਸਿਕਲੀ ਜਾਂ ਤਾਂ ਤੁਸੀਂ UK ਜਾਣਾ ਚਾਹੁੰਦੇ ਹੋ ਜਾਂ ਯੂਰਪ ਜਾਣਾ ਚਾਹੁੰਦੇ ਹੋ, ਤੇ ਉੱਥੇ ਲਈ ਸਟੱਡੀ ਵੀਜ਼ਾ ਸ਼ੈਂਜ਼ਨ ਨਹੀਂ ਹੁੰਦਾ, ਸੋ ਕੰਟਰੀ ਦਾ ਤੁਹਾਨੂੰ ਸਟੱਡੀ ਵੀਜ਼ਾ ਦੇਖਣਾ ਪਏਗਾ. ਕਮਨ ਇਜ਼ ਸੇਇੰਗ ਸਰ ਹੁਣੇ ਅਕੈਡਮਿਕਸ ਆਇਲਸ ਦੇ ਪੇਪਰ ਸਟਾਰਟ ਕਦੋਂ ਹੋਣਗੇ? ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਸਾਰਿਆਂ ਲਈ. ਸੋ ਮੇਰਾ ਮਕਸਦ ਤੁਹਾਨੂੰ ਇਹ ਕੁਐਸਚਨ ਪੁੱਛਣ ਦਾ ਇਹ ਸੀਗਾ, ਆਈ ਜਸਟ ਵਾਂਟਡ ਟੂ ਅਸੈਸ ਕਿ ਜਿਹੜੇ ਵਿਊਅਰਸ ਇਸ ਵੇਲੇ ਸਾਡੇ ਨਾਲ ਲਾਈਵ ਸਾਡੇ ਨਾਲ ਜੁੜੇ ਹੋਏ ਨੇ, ਉਹ ਕਿਸ ਲੈਵਲ ਦੇ ਹੈਗੇ ਨੇ. ਲੈਵਲ ਤੋਂ ਮਤਲਬ ਹੈ ਕਿ ਉਹਨਾਂ ਦੀ ਅਕੈਡਮਿਕ ਤੇ ਆਇਲਸ ਕੰਪਲੀਟ ਹੋ ਚੁੱਕੀ ਹੈ, ਸੋ ਦੈਟ ਦੇ ਕੈਨ ਰੈਡੀਲੀ ਅਪਲਾਈ देयर ਫਾਈਲਸ, ਜਾਂ ਹਲੇ ਅਕੈਡਮਿਕ ਦਾ ਵੇਟ ਹੋ ਰਿਹਾ ਜਾਂ ਆਇਲਸ ਦਾ ਵੇਟ ਹੋ ਰਿਹਾ. ਬਹੁਤ ਸਾਰੇ ਸਟੂਡੈਂਟਸ ਦੀ ਸਾਨੂੰ ਆਪਣੀ ਪ੍ਰੋਫਾਈਲਸ ਭੇਜੀਆਂ ਹੈ, ਮੈਂ ਲਿਸਟ ਬਣਾ ਕੇ ਰੱਖੀ ਹੋਈ ਹੈ, ਕੈਟੇਗਰਾਈਜ਼ ਕਰਕੇ ਰੱਖੀ ਹੈ ਕਿ ਜਿਨ੍ਹਾਂ ਦੀ ਕਾਉਂਸਲਿੰਗ ਦਾ ਰਿਪਲਾਈ ਮੈਂ ਅੱਜ ਦੇ ਲਾਈਵ ਸੈਸ਼ਨ 'ਚ ਤੁਹਾਨੂੰ ਦੇਣ ਜਾਊਂਗਾ. ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਇੱਦਾਂ ਦਾ ਕੁਐਸਚਨ ਸੀਗਾ ਤੁਸੀਂ ਨਹੀਂ ਪੁੱਛ ਪਾਏ ਪਹਿਲਾਂ, ਜਾਂ ਹੁਣ ਪੁੱਛਣਾ ਚਾਹੁੰਦੇ ਹੋ, ਜਾਂ ਕੁਝ ਹੋਰ ਨਵੀਂ ਤੁਹਾਡੀ ਰਿਕੁਆਇਰਮੈਂਟ ਆ ਗਈ ਹੈ, ਪਲੀਜ਼ ਫੀਲ ਫ੍ਰੀ ਟੂ ਰਾਈਟ ਇਨ ਦੀ ਕਮੈਂਟ ਸੈਕਸ਼ਨ. ਉਹ ਵੀ ਕੁਐਸਚਨਸ ਦੇ ਆਨਸਰ ਮੈਂ ਅੱਜ ਨਾਲ ਹੀ ਕਵਰ ਕਰ ਦਾਂਗਾ, ਸੋ ਦੈਟ ਅੱਜ ਆਫਟਰ ਦਿਸ ਸੈਸ਼ਨ ਯੂ ਹੈਵ ਲੋਟ ਮਚ ਕਲੈਰਿਟੀ ਕਿ ਕੀ ਹੋਣਾ ਚਾਹੀਦਾ ਹੈ. ਬਿਫੋਰ ਵੀ ਸਟਾਰਟ ਵਿਦ ਦੀ ਜਿਹੜੀ ਪ੍ਰੋਫਾਈਲਸ ਆਈ ਹੈ ਕਿ ਉਹਨਾਂ ਦਾ ਕੀ ਹੋਣਾ ਚਾਹੀਦਾ, ਕਿਹੜੇ ਕਾਲਜ ਕਿਹੜਾ ਕੋਰਸ ਮਿਲਣਾ ਚਾਹੀਦਾ ਹੈ, ਮੈਂ ਤੁਹਾਨੂੰ ਇੱਕ ਇੰਡੀਕੇਸ਼ਨ ਦੇਣਾ ਚਾਹੂੰਗਾ ਜਾਂ ਇੱਕ ਥੋੜਾ ਤੁਹਾਨੂੰ ਇਸ ਬਾਰੇ ਡਿਟੇਲਸ ਦੇਣਾ ਚਾਹੂੰਗਾ ਕਿ ਕਾਉਂਸਲਿੰਗ ਹੁੰਦੀ ਕੀ ਹੈ. in perspective of study visa counseling, ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ, who want to go abroad, say Canada, Australia, New Zealand, UK or for that matter any other country, so basically ਅਸੀਂ ਕਾਉਂਸਲਿੰਗ ਕਰਦੇ ਕੀ ਹੈਗੇ ਆ. ਸੋ ਕਾਉਂਸਲਿੰਗ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਦੇਖੀਆਂ ਜਾਂਦੀਆਂ. ਇਟ ਇਜ਼ ਨਾਟ ਜਸਟ ਕਿ ਤੁਸੀਂ ਕਿਹੜੀ ਕੰਟਰੀ ਜਾਣਾ ਹੈ, ਜਾਂ ਤੁਹਾਡਾ ਉੱਥੇ ਕੋਈ ਰਿਸ਼ਤੇਦਾਰ ਹੈ ਜਾਂ ਫਰੈਂਡ ਹੈ ਜਾਂ ਤੁਹਾਨੂੰ ਕੋਈ ਰੱਖਣ ਵਾਲਾ ਹੈ. ਬਹੁਤ ਸਾਰੀ ਚੀਜ਼ਾਂ ਦੇਖਣੀਆਂ ਪੈਂਦੀਆਂ ਹੈ, ਜਿਹਦੇ ਵਿੱਚ ਤੁਹਾਡੀ ਅਕੈਡਮਿਕਸ ਬਹੁਤ ਇੰਪੋਰਟੈਂਟ ਹੈਗੀ, ਬਹੁਤ ਕ੍ਰੂਸ਼ੀਅਲ ਰੋਲ ਪਲੇ ਕਰਦੇ. ਅਕੈਡਮਿਕਸ ਦੇ ਵਿੱਚ ਤੁਹਾਡੇ
ਤੁਹਾਡੀ ਅਕੈਡਮਿਕਸ ਦੇ ਵਿੱਚ ਇਟ ਇਜ਼ ਨਾਟ ਜਸਟ ਕਿ ਲੇਟੈਸਟ ਕੁਆਲੀਫਿਕੇਸ਼ਨ ਕੀ ਸੀ ਕਿ ਤੁਸੀਂ +2 ਕੀਤੀ ਹੈ ਜਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਕੋਈ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਈਚ ਐਂਡ ਐਵਰੀਥਿੰਗ ਇਜ਼ ਸੀਨ। 10th ਦੇ ਮਾਰਕਸ ਵੀ ਦੇਖੇ ਜਾਣਗੇ, ਤੁਹਾਡੇ +2 ਦੇ ਮਾਰਕਸ ਵੀ ਦੇਖੇ ਜਾਂਦੇ ਨੇ, ਤੁਹਾਡੀ ਗ੍ਰੈਜੂਏਸ਼ਨ, ਡਿਪਲੋਮਾ, ਤੁਹਾਡੀ ਪੋਸਟ ਗ੍ਰੈਜੂਏਸ਼ਨ, ਇਹ ਵੀ ਦੇਖਿਆ ਜਾਂਦਾ ਹੈ। ਜੇਕਰ ਤੁਸੀਂ ਅਕੈਡਮਿਕ ਤੋਂ ਬਾਅਦ ਤੁਸੀਂ ਫ੍ਰੀ ਸੀਗੇ, ਕੋਈ ਗੈਪ ਸੀਗਾ, ਤੁਸੀਂ ਉਸ ਵੇਲੇ ਕੀ ਕੀਤਾ? ਤੁਸੀਂ ਵਿਹਲੇ ਬੈਠੇ ਰਹੇ ਜਾਂ ਤੁਸੀਂ ਕੋਈ ਜੌਬ ਕੀਤੀ? ਜੇ ਜੌਬ ਕੀਤੀ ਤੇ ਜੌਬ ਦੇ ਵਿੱਚ ਤੁਹਾਡੀ ਡੈਜ਼ਿਗਨੇਸ਼ਨ ਕੀ ਸੀ, ਤੁਹਾਡੀ ਰੋਲਸ ਐਂਡ ਰਿਸਪੌਂਸਿਬਿਲਿਟੀਜ਼ ਕੀ ਸੀਗੀ, ਤੁਹਾਡੀ ਆਇਲਸ ਕੀ ਹੈਗੇ ਆ, ਸੋ ਇੰਗਲਿਸ਼ ਦੀ ਅਬਿਲਿਟੀ, ਦੀ ਲੈਂਗੁਏਜ ਅਬਿਲਿਟੀ ਕੀ ਹੈ। ਫॉर एग्जांपल ਕੈਨੇਡਾ ਲਾਰਜਲੀ ਸੀਜ਼ ਆਇਲਸ, ਨਾउ दे आर लुकिंग एट पीटी आल्सो। ਆਸਟ੍ਰੇਲੀਆ पीटी भी देख रहा है, आइल्स भी देख रहा है, न्यूजीलैंड भी आइल्स पीटी सब कुछ देख ਲੈਂਦਾ ਹੈ, यूके आइल्स पीटी ਉਹਨਾਂ ਨੂੰ ਚਾਹੀਦਾ ਹੁੰਦਾ। ਸੋ ਆਲ ਇਨ ਆਲ ਤੁਹਾਡੀ ਇੰਗਲਿਸ਼ ਦੀ ਲੈਂਗੁਏਜ ਅਬਿਲਿਟੀ ਵੀ ਦੇਖਣੀ ਪੈਂਦੀ ਹੈ, ਬਿਕੋਜ਼ ਦਾ ਫਰਸਟ ਲੈਂਗੁਏਜ ਇਨ ਦੋਸ ਕੰਟਰੀ ਇਜ਼ ਇੰਗਲਿਸ਼। ਸੋ ਕੀ ਤੁਸੀਂ ਇੰਗਲਿਸ਼ ਕੰਫਰਟੇਬਲ ਹੋ ਕਿ ਨਹੀਂ ਹੋ? ਸੋ ਇਹ ਸਾਰੀ ਚੀਜ਼ਾਂ ਨੂੰ ਦੇਖ ਕੇ ਇੱਕ ਕਾਉਂਸਲਿੰਗ ਹੁੰਦੀ ਹੈ। ਇਸ ਤੋਂ ਇਲਾਵਾ ਤੁਹਾਡੀ ਕਰੀਅਰ ਚੋਇਸਿਸ ਕੀ ਹੈ, ਤੁਹਾਡੀ ਪ੍ਰੈਫਰੈਂਸ ਕੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਸੇ ਤੁਸੀਂ +2 ਨਾਨ ਮੈਡੀਕਲ ਕੀਤੀ ਹੈ, +2 ਨਾਨ ਮੈਡੀਕਲ ਤੋਂ ਬਾਅਦ ਬਹੁਤ ਸਾਰੀ ਲਾਈਨਸ ਤੁਸੀਂ ਚੂਜ਼ ਕਰ ਸਕਦੇ ਹੋ। ਕਿਹੜੀ ਲਾਈਨ ਤੁਸੀਂ ਜਾਣਾ ਚਾਹੁੰਦੇ ਹੋ, ਕਿਹੜੀ ਲਾਈਨ ਤੁਹਾਡੇ ਲਈ ਵਧੀਆ ਹੈ, ਉਹ ਵੀ ਦੇਖਣਾ ਪੈਂਦਾ ਹੈ। ਐਂਡ ਆਬਜੈਕਟਿਵ ਕੀ ਹੈ, ਸਭ ਕੁਝ ਦੇਖਣਾ ਪੈਂਦਾ ਹੈ। ਗੁਰਸੇਹਜ ਮੰਗੜ, ਮੈਂ ਤੁਹਾਡੇ ਸਾਰੇ ਕੁਐਸਚਨਸ ਦਾ ਆਨਸਰ ਕਰਾਂਗਾ, ਸੋ ਪਲੀਜ਼ ਹੈਵ ਸਮ ਪੇਸ਼ੈਂਸ। ਸੋ ਲੈਟ ਮੀ ਸੋ ਇਹ ਸੀਗਾ ਇੱਕ ਬੇਸ, ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਕਾਉਂਸਲਿੰਗ ਕਿਸ ਤਰ੍ਹਾਂ ਕਰਦੇ ਹੈਗੇ ਆ। ਅਸੀਂ ਹਮੇਸ਼ਾ ਇਹ ਸੋਚ ਕੇ ਚੱਲਦੇ ਹਾਂ ਕਿ ਬੱਚੇ ਦਾ ਸਿਰਫ ਇਹ ਨਹੀਂ ਹੈ ਕਿ ਸਿਰਫ ਸਟੱਡੀ ਵੀਜ਼ਾ ਦੀ ਸਟੈਂਪਿੰਗ ਹੋ ਜਾਏ, ਬੱਚੇ ਨੂੰ ਜਿਹੜਾ ਕਾਲਜ, ਜਿਹੜੀ ਕੋਰਸ ਅਸੀਂ ਦੇ ਰਹੇ ਹਾਂ ਉਸ ਤੋਂ ਬਾਅਦ ਬੱਚੇ ਨੂੰ ਉਹਦਾ ਕੋਈ ਫਾਇਦਾ ਵੀ ਮਿਲ ਸਕੇ। ਦੇਖੋ ਕਿਥੇ ਨਾ ਕਿਥੇ ਵੀ ਆਲ ਨੋ ਦੈਟ ਜਿਹੜੇ ਬੱਚੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ, ਪੜ੍ਹਾਈ ਸੈਕਿੰਡ ਆਬਜੈਕਟਿਵ ਹੈ, ਫਰਸਟ ਆਬਜੈਕਟਿਵ ਉੱਥੇ ਜਾ ਕੇ ਸੈਟਲ ਡਾਊਨ ਹੋਣਾ ਹੈ, PR ਲੈਣੀ ਹੈ। ਆਲ ਇਨ ਆਲ ਵੀ ਨੋ ਦਿਸ ਥਿੰਗ, ਬਟ ਇਟ ਇਜ਼ ਵੈਰੀ ਇੰਪੋਰਟੈਂਟ ਐਟ ਦ ਸੇਮ ਟਾਈਮ ਕਿ ਜਿਹੜੀ ਵੀ ਪੜ੍ਹਾਈ ਕਰਨ ਚੱਲੇ ਹਾਂ, ਤੁਸੀਂ ਜਿੰਨੇ ਵੀ ਪੈਸੇ ਲਗਾ ਰਹੇ ਹੋ, ਪੜ੍ਹਾਈ ਕਰਨ ਜਾ ਰਹੇ ਹੋ, ਜੋ ਵੀ ਤੁਸੀਂ ਆਬਜੈਕਟਿਵ ਨਾਲ ਜਾ ਰਹੇ ਹੋ, ਜਿਹੜਾ ਵੀ ਕੋਰਸਿਸ ਚੁਣੋ ਐਟਲੀਸਟ ਉਹ ਵਾਲਾ ਕੋਰਸ ਚੁਣੋ ਜਿਹਦਾ ਤੁਹਾਨੂੰ ਲੌਂਗ ਟਰਮ 'ਚ ਫਾਇਦਾ ਹੋ ਸਕੇ, ਜਿਹਦੇ 'ਚ ਤੁਹਾਨੂੰ ਇੰਟਰਸਟ ਹੋਵੇ। ਅਦਰਵਾਈਜ਼ ਹੋਏਗਾ ਕਿ ਤੁਸੀਂ ਇਧਰੋਂ ਕੋਰਸ ਲੈ ਕੇ ਚਲੇ ਜਾਓਗੇ, ਉੱਥੇ ਜਾ ਕੇ ਜੇ ਕੱਲ ਨੂੰ ਤੁਸੀਂ ਉੱਥੇ ਸਟੱਡੀ ਨਹੀਂ ਕਰ ਪਾਏ, ਕਲੀਅਰ ਨਹੀਂ ਕਰ ਪਾਏ, ਤੇ ਹੋ ਸਕਦਾ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਜਾਂ ਡਿਲੇ ਨਾਲ ਮਿਲੇਗਾ ਜਾਂ ਤੁਹਾਨੂੰ ਕਾਲਜ ਚੇਂਜ ਕਰਨਾ ਪੈਣਾ ਹੈ। ਸੋ ਇਦਾਂ ਦੀ ਬਹੁਤ ਸਾਰੀ ਪ੍ਰੋਬਲਮਸ ਆ ਜਾਂਦੀਆਂ। ਸੋ ਅਕਸਰ ਬੱਚੇ ਕੀ ਕਰਦੇ ਨੇ, ਉਹ ਕੰਸਲਟੈਂਟਸ ਕੋਲ ਜਾਂਦੇ ਨੇ, ਉਹ ਕਹਿੰਦੇ ਨੇ ਜੀ ਸਾਡੀ ਤਾਂ ਇਹ ਪ੍ਰੋਫਾਈਲ ਹੈ, ਦੱਸੋ ਅਸੀਂ ਕੈਨੇਡਾ ਜਾਣਾ ਹੈ ਤਾਂ ਦੱਸੋ ਕਿੱਥੇ ਜਾ ਸਕਦੇ ਹੈਗੇ, ਕੀ ਮਿਲ ਸਕਦਾ। ਸੋ ਯੂ ਹੈਵ ਟੂ ਸਟਾਰਟ ਰਿਸਰਚਿੰਗ ਯੋਰਸੈਲਫ। ਸੋ ਸਟਾਰਟਿੰਗ ਵਿਦਆਊਟ ਟੇਕਿੰਗ ਮਚ ਟਾਈਮ, ਸਟਾਰਟਿੰਗ ਵਿਦ ਦੀ ਪ੍ਰੋਫਾਈਲਸ, ਸਾਨੂੰ ਬਹੁਤ ਸਾਰੀ ਪ੍ਰੋਫਾਈਲਸ ਆਈਆਂ ਹੈਗੀਆਂ। ਆਈ ਐਮ ਵੈਰੀ ਥੈਂਕਫੁਲ ਟੂ ਆਲ ਦੀ ਸਟੂਡੈਂਟਸ ਜਿਨ੍ਹਾਂ ਨੇ ਇਹ ਪ੍ਰੋਫਾਈਲਸ ਸ਼ੇਅਰ ਕੀਤੀਆਂ ਹੈ। ਮੈਂ ਇੱਕ ਇੱਕ ਕਰਕੇ ਉਹਨਾਂ ਦਾ ਨਾਮ ਦੱਸਾਂਗਾ, ਪ੍ਰੋਫਾਈਲ ਦੱਸਾਂਗਾ ਤੇ ਉਹਨਾਂ ਲਈ ਜੋ ਸਾਡੇ ਵੱਲੋਂ ਬੈਸਟ ਅਸੈਸਮੈਂਟ ਹੈ, ਆਈ ਐਮ ਗੋਇੰਗ ਟੂ ਟੈਲ ਯੂ ਰਾਈਟ ਨਾਓ। ਸੋ ਥੈਂਕ ਯੂ एवरीवन ਫॉर ਜੁਆਇਨਿੰਗ ਅਸ ਰਾਈਟ ਨਾਓ। ਸਟਾਰਟਿੰਗ ਵਿਦ ਦੀ ਫਰਸਟ ਪ੍ਰੋਫਾਈਲ। ਫਰਸਟ ਪ੍ਰੋਫਾਈਲ ਹੈ ਜੀ ਰਣਜੀਤ ਸ਼ਰਮਾ ਦੀ। ਰਣਜੀਤ ਸ਼ਰਮਾ ਨੇ +2 ਕੀਤੀ ਹੈ ਆਰਟਸ ਦੇ ਵਿੱਚ। 2017 ਦੇ ਵਿੱਚ ਇਹਨਾਂ ਨੇ ਆਪਣੀ +2 ਕੰਪਲੀਟ ਕੀਤੀ ਹੈ 55% ਦੇ ਨਾਲ। 6.5 ਓਵਰਆਲ ਨੇ, ਕਿਸੇ ਵੀ ਬੈਂਡ ਦੇ ਵਿੱਚ 6 ਤੋਂ ਘੱਟ ਨਹੀਂ ਹੈਗੇ ਨੇ। ਸੋ ਪ੍ਰੋਫਾਈਲ ਇਜ਼ ਪ੍ਰੀਟੀ ਗੁੱਡ। The only downside of the profile is ਕਿ 2017 ਤੋਂ ਬਾਅਦ ਇਹਨਾਂ ਦਾ ਗੈਪ ਹੈਗਾ, ਇਹਨਾਂ ਨੇ +2 ਤੋਂ ਬਾਅਦ ਕੁਝ ਨਹੀਂ ਕੀਤਾ ਹੈ। ਸੋ ਰਣਜੀਤ, ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਕਿਸੇ ਤਰੀਕੇ ਨਾਲ ਗੈਪ ਨੂੰ ਫਿਲ ਕਰਨਾ ਪਏਗਾ। there are various ways to fill the gap by some means of some experience or by means of some diplomas, so ਤੁਹਾਨੂੰ ਉਹ ਚੀਜ਼ ਐਕਸਪਲੋਰ ਕਰਨੀ ਪਏਗੀ। ਅਦਰਵਾਈਜ਼ ਬਹੁਤ ਸਾਰੇ ਕਾਲਜਿਸ ਔਰ ਮੋਸਟਲੀ ਕਾਲਜਿਸ ਤੁਹਾਡੀ ਇਦਾਂ ਦੀ ਪ੍ਰੋਫਾਈਲ ਨੂੰ ਐਕਸੈਪਟ ਨਹੀਂ ਕਰਨਗੇ ਕਿਉਂਕਿ ਇਟਸ ਟੂ ਮਚ ਅ ਗੈਪ। ਸੈਕਿੰਡ, ਤੁਹਾਡੇ ਲਈ ਜਿਹੜੇ ਤੁਹਾਡੇ ਲਈ ਪ੍ਰੋਗਰਾਮਸ ਹੈਗੇ ਨੇ, ਸਿੰਸ ਤੁਸੀਂ ਆਪਣੀ 2017 ਦੇ ਵਿੱਚ ਆਰਟਸ ਕੀਤੀਆਂ ਹੈ, ਅਗੇਨ देयर आर वेरी लिमिटेड ਕਾਲਜਿਸ ਜੋ ਤੁਹਾਡੀ ਪ੍ਰੋਫਾਈਲ ਨੂੰ ਐਕਸੈਪਟ ਕਰਨਗੇ ਕਿਉਂਕਿ ਬਹੁਤ ਸਾਰੇ ਕਾਲਜਿਸ 2018 ਔਨਵਰਡਸ ਦੀ ਹੀ +2 ਦੀ ਪ੍ਰੋਫਾਈਲ ਨੂੰ ਐਕਸੈਪਟ ਕਰ ਰਹੇ ਨੇ, ਕੁਝ ਕਾਲਜਿਸ 2019 ਦੀ ਹੀ ਪ੍ਰੋਫਾਈਲ ਨੂੰ ਐਕਸੈਪਟ ਕਰ ਰਹੇ ਨੇ। ਸੋ ਮੈਂ ਤੁਹਾਨੂੰ ਕਾਲਜਿਸ ਦੇ ਕੁਝ ਨਾਮ ਦੱਸ ਦਿੰਦਾ। ਸੈਂਟ ਕਲੇਅਰ ਕੈਨਬੀ ਦੀ ਕਾਲਜ, ਕੋਨਿਸਟੋਗਾ ਹੈ, ਸੈਂਟ ਲਾਰੈਂਸ ਹੈ, ਨਾਇਗਰਾ ਹੈ, ਲੈਂਪਟਨ ਹੈ, ਕੈਨੇਡੀਅਨ ਕਾਲਜ ਵੈਨਕੂਵਰ ਦੇ ਵਿੱਚ ਹੈ, ਯੂਨੀਵਰਸਿਟੀ ਆਫ ਕੈਨੇਡਾ ਵੈਸਟ ਹੈ, ਲੋਇਲਿਸਟ ਹੈ, ਕੇਪ ਬ੍ਰਿਟਨ ਯੂਨੀਵਰਸਿਟੀ ਨੋਵਾ ਸਕੋਸ਼ੀਆ ਦੇ ਵਿੱਚ ਹੈ, ਕਿਊਬੈਕ ਬੇਸ ਸਾਰੇ ਕਾਲਜਿਸ ਤੁਹਾਡੀ ਪ੍ਰੋਫਾਈਲ ਨੂੰ ਐਕਸੈਪਟ ਕਰ ਲੈਣਗੇ ਡਿਪੈਂਡਿੰਗ ਅਪਨ ਯੂਰ ਇੰਟਰਸਟ ਐਂਡ ਜਿਹੜੇ ਤੁਹਾਡੇ ਕੋਲ ਸਬਜੈਕਟ ਸੀਗੇ +2 ਦੇ ਵਿੱਚ। ਤੁਸੀਂ +2 ਆਰਟਸ ਤੋਂ ਬਾਅਦ ਤੁਸੀਂ ਹਸਪਿਟੈਲਿਟੀ ਦੇ ਕੋਰਸ ਜਾ ਸਕਦੇ ਹੋ, ਤੁਸੀਂ ਟੂਰਿਜ਼ਮ ਦੇ ਕੋਰਸ ਲੈ ਸਕਦੇ ਹੋ, ਆਫਿਸ ਐਡਮਿਨ ਦਾ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਮੈਥ ਸੀਗਾ ਜਾਂ ਇਕਨੋਮਿਕਸ ਸੀਗਾ ਜਾਂ ਸਟੈਟਸ ਦਾ ਸਬਜੈਕਟ ਸੀਗਾ, ਕਿਉਂਕਿ ਇਹ ਇਨਫੋਰਮੇਸ਼ਨ ਸਾਡੇ ਤੱਕ ਆਈ ਨਹੀਂ ਹੈ। ਸੋ ਜੇਕਰ ਤੁਹਾਡੇ ਕੋਲ ਇਦਾਂ ਦੇ ਕੋਈ ਸਬਜੈਕਟ ਸੀਗੇ, ਤੁਸੀਂ ਜਰਨਲ ਬਿਜ਼ਨਸ ਦਾ ਪ੍ਰੋਗਰਾਮ ਵੀ ਲੈ ਸਕਦੇ ਹੋ। ਯੂ ਕੈਨ ਗੋ ਫॉर ਆਫਿਸ ਐਡਮਿਨ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਹੈ।
ਇੰਟੀਰੀਅਰ ਡੈਕੋਰੇਸ਼ਨ ਦਾ ਜੇਕਰ ਕੋਈ ਫਾਈਨ ਆਰਟਸ ਦਾ ਤੁਹਾਡੇ ਕੋਲ ਸੀਗਾ ਤੇ ਇੰਟੀਰੀਅਰ ਡੈਕੋਰੇਸ਼ਨ ਦਾ ਵੀ ਤੁਸੀਂ ਲੈ ਸਕਦੇ ਹੋ, ਹਸਪਿਟੈਲਿਟੀ ਦਾ ਲੈ ਸਕਦੇ ਹੋ। ਸੋ ਬੇਸਿਕਲੀ ਇਹ ਵਾਲੇ ਪ੍ਰੋਗਰਾਮ ਤੁਸੀਂ ਲੈ ਕੇ ਆਪਣਾ ਅੱਗੇ ਅਪਲਾਈ ਕਰ ਸਕਦੇ ਹੋ। ਅਪਾਰਟ ਫਰਮ ਦਿਸ ਯੂ ਕੈਨ ਗੋ ਫॉर ਐਸੋਸੀਏਟ ਆਫ ਆਰਟਸ ਪ੍ਰੋਗਰਾਮ ਜੋ ਕਿ ਇੱਕ ਹਾਫ ਡਿਗਰੀ ਹੁੰਦਾ ਹੈ। ਜਨਰਲ ਆਰਟਸ ਐਂਡ ਸਾਇੰਸ ਦੇ ਪ੍ਰੋਗਰਾਮ ਵੀ ਤੁਸੀਂ ਆਪਣੇ ਅਪਲਾਈ ਕਰ ਸਕਦੇ ਹੋ। I hope I am able to help you Ranjit on this thing। ਜੇਕਰ ਤੁਹਾਨੂੰ ਲੱਗਦਾ ਹੈ ਤੁਸੀਂ ਫਰਦਰ ਆਪਣੀ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ, ਪਲੀਜ਼ ਰੀਚ ਆਊਟ ਟੂ ਆਵਰ ਟੀਮ। ਤੁਹਾਡਾ ਮੋਬਾਈਲ ਨੰਬਰ ਵੀ ਸਾਡੇ ਕੋਲ ਆ ਚੁੱਕਿਆ ਹੈ। I will try that you get a call on Monday so that ਤੁਹਾਡੀ ਫਰਦਰ ਕਾਉਂਸਲਿੰਗ ਕੀਤੀ ਜਾਵੇ। ਨੈਕਸਟ ਹੈ ਜੀ ਪ੍ਰੋਫਾਈਲ ਹੈ, ਇੰਸਟਾਗ੍ਰਾਮ ਹੈਂਡਲ ਦਾ ਨਾਮ ਹੈ AMT Amit Anvi 14। ਇਹਨਾਂ ਨੇ BA ਕੀਤੀ ਹੈ 57% ਦੇ ਨਾਲ, ਪਲੱਸ 2 ਚ 76% ਸੀਗੇ। And she wants to know what is the band requirement for Canada। ਦੇਖੋ ਤੁਸੀਂ ਆਪਣੀ ਪੋਸਟ ਗ੍ਰੈਜੂਏਸ਼ਨ ਲਈ ਜਾਣਾ ਚਾਹੁੰਦੇ ਹੋ, ਤੁਸੀਂ ਆਲਰੇਡੀ ਗ੍ਰੈਜੂਏਸ਼ਨ ਕੀਤੀ ਹੋਈ ਹੈ। ਕੈਨੇਡਾ ਦੇ ਲਈ ਜੇਕਰ ਤੁਹਾਡੀ ਪੋਸਟ ਗ੍ਰੈਜੂਏਸ਼ਨ ਲਈ ਜਾ ਰਹੇ ਹੋ ਤਾਂ ਮੋਸਟਲੀ ਕਾਲਜਸ ਡਿਮਾਂਡ ਕਰਦੇ 6.5 ਓਵਰਆਲ ਵਿਦ ਨੋ ਲੈਸ ਦੈਨ 6। ਕੁਝ ਕਾਲਜਸ ਨੇ ਜੋ 6.5 ਓਵਰਆਲ ਵਿਦ 5.5 ਇਨ ਵਨ ਮੋਡਿਊਲ ਐਕਸੈਪਟ ਕਰ ਲੈਂਦੇ ਨੇ, ਤੇ ਕੁਝ ਕਾਲਜਸ ਨੇ 6 ਓਵਰਆਲ ਵਿਦ ਨੋ ਲੈਸ ਦੈਨ 6। ਜਿਹੜੇ ਕਾਲਜਸ 6 ਓਵਰਆਲ ਵਿਦ ਨੋ ਲੈਸ ਦੈਨ 6 ਨੇ, ਫॉर एग्जांपल ਸੈਂਟ ਕਲੇਅਰ ਕਾਲਜ ਹੈ, ਸੌਲਟ ਕਾਲਜ ਹੈ ਜਿਹਨੂੰ ਸੂ ਕਾਲਜ ਵੈਸੇ ਉਹਦਾ ਨਾਮ ਹੈ ਬਟ ਜਨਰਲ ਲੋਕਲ ਲੈਂਗੁਏਜ ਦੇ ਵਿੱਚ ਸੌਲਟ ਕਾਲਜ ਕਿਹਾ ਜਾਂਦਾ ਹੈ। ਐਲਗੋਮਾ ਯੂਨੀਵਰਸਿਟੀ ਹੈ, ਇੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਕੇਪ ਬ੍ਰਿਟਨ ਯੂਨੀਵਰਸਿਟੀ ਹੈ, CBU ਤੁਸੀਂ ਅਪਲਾਈ ਕਰ ਸਕਦੇ ਹੋ। ਨੋਵਾ ਸਕੋਸ਼ੀਆ ਦੇ ਕਾਫੀ ਸਾਰੇ ਹੋਰ ਕਾਲਜਸ ਯੂਨੀਵਰਸਿਟੀ ਐਕਸੈਪਟ ਕਰਦੇ ਨੇ, ਕਿਊਬੈਕ ਬੇਸਡ ਕਾਲਜਸ ਐਕਸੈਪਟ ਕਰਦੇ ਨੇ। ਸੋ ਆਲ ਇਨ ਆਲ ਯੂ ਨੀਡ ਟੂ ਸਕੋਰ 6.5 ਵਿਦ ਨੋ ਲੈਸ ਦੈਨ 6 ਜੇਕਰ ਤੁਸੀਂ ਸਾਰੇ ਕਾਲਜਸ ਅਪਲਾਈ ਕਰਨਾ ਚਾਹੁੰਦੇ ਹੋ। Otherwise 6.5 overall with 5.5 is what you need to have minimum। Next ਹੈ ਜੀ ਪ੍ਰੋਫਾਈਲ ਕਿਨ ਸਿੱਧੂ ਦੀ। ਇਹਨਾਂ ਨੇ BCA ਕੀਤੀ ਹੈ 2020 ਦੇ ਵਿੱਚ, 71% ਇਹਨਾਂ ਦੀ BCA ਦੇ ਵਿੱਚ ਸਕੋਰ ਸੀਗੇ। IELTS ਚ 7 overall ਨੇ, no less than 6 ਹੈ। ਪਲੱਸ 2 ਤੋਂ ਬਾਅਦ 2 ਸਾਲ ਦਾ ਗੈਪ ਸੀਗਾ ਤੇ she wants to know can she apply for Australia। ਬਿਲਕੁਲ ਕਿਨ ਸਿੱਧੂ ਤੁਸੀਂ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹੋ। ਜਿਹੜਾ ਤੁਹਾਡਾ ਗੈਪ ਸੀਗਾ ਪਲੱਸ 2 ਤੋਂ ਬਾਅਦ ਆਸਟ੍ਰੇਲੀਆ ਲਈ, ਸਿੰਸ ਯੂ ਹੈਵ ਆਲਰੇਡੀ ਡਨ ਦੀ ਗ੍ਰੈਜੂਏਸ਼ਨ, ਤਾਂ ਕਿਸੇ ਤਰੀਕੇ ਨਾਲ ਫੁੱਲਫਿਲ ਕੀਤਾ ਜਾ ਸਕਦਾ ਹੈ ਇਨ ਦਾ ਫਾਰਮ ਆਫ ਅ ਡਿਪਲੋਮਾ ਔਰ ਸਮਥਿੰਗ ਐਲਸ। BCA ਤੋਂ ਬਾਅਦ ਤੁਸੀਂ ਹਲੇ, ਜਿਸ ਤਰ੍ਹਾਂ ਤੁਸੀਂ ਸਾਡੀ ਟੀਮ ਨੂੰ ਇਨਫੋਰਮੇਸ਼ਨ ਭੇਜੀ ਹੈ ਕਿ ਤੁਸੀਂ BCA ਤੋਂ ਬਾਅਦ ਹਲੇ ਫਿਲਹਾਲ ਕੁਝ ਨਹੀਂ ਕਰ ਰਹੇ ਹੋ, ਮੇਰੀ ਤੁਹਾਨੂੰ ਰਿਕੁਐਸਟ ਹੈ ਐਟ ਦੀ अर्ਲੀਐਸਟ ਪਲੀਜ਼ ਸਟਾਰਟ ਯੂਰ ਜੌਬ। ਕੋਸ਼ਿਸ਼ ਕਰਕੇ ਆਪਣੀ ਸੈਲਰੀ ਅਕਾਊਂਟ 'ਚ ਪਵਾਉਣੀ ਸਟਾਰਟ ਕਰੋ ਬਿਕੋਜ਼ ਆਸਟ੍ਰੇਲੀਆ ਜ਼ਿਆਦਾਤਰ 1.25 ਸਾਲ ਜਾਂ 1.5 ਸਾਲ ਤੱਕ ਦਾ ਗੈਪ ਐਕਸੈਪਟ ਕਰਦਾ ਹੈ। ਸੋ ਆਈ ਐਮ ਹੋਪਿੰਗ ਕਿ ਲਾਸਟ ਮਈ, ਜੂਨ, ਜੁਲਾਈ, ਅਗਸਤ ਦੇ ਕੋਲ ਹੀ ਤੁਹਾਡੀ BCA ਕੰਪਲੀਟ ਹੋਈ ਹੋਣੀ ਹੈ। ਪਰਸੈਂਟੇਜ ਇਜ਼ ਵੈਰੀ ਗੁੱਡ, ਬੈਂਡਸ ਆਰ ਵੈਰੀ ਗੁੱਡ, ਯੂ ਕੈਨ ਗੋ ਟੂ ਆਸਟ੍ਰੇਲੀਆ। BCA ਤੋਂ ਬਾਅਦ ਤੁਸੀਂ ਉੱਥੇ IT ਦੇ ਪ੍ਰੋਗਰਾਮ 'ਚ ਜਾ ਸਕਦੇ ਹੋ। IT ਦੇ ਵਿੱਚ ਇੰਟਰਸਟਿੰਗਲੀ ਦੇਰ ਇਜ਼ ਵਨ ਪ੍ਰੋਗਰਾਮ ਡਾਟਾ ਸਾਇੰਸ ਵਿਚ ਇਜ਼ ਅ ਵੈਰੀ ਯੂਨੀਕ ਪ੍ਰੋਗਰਾਮ। AI ਬਾਰੇ ਹੈਗਾ, ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਪ੍ਰੋਗਰਾਮ ਹੈ, ਤੁਸੀਂ ਉਹ ਕਰ ਸਕਦੇ ਹੋ। ਤੁਸੀਂ ਕੰਪਿਊਟਰ ਸਾਇੰਸ ਦੇ ਪ੍ਰੋਗਰਾਮ ਕਰ ਸਕਦੇ ਹੋ। देयर आर मैनी यूनिवर्सिटीज विच आर गिविंग लॉट मच स्कॉलरशिप इन ऑस्ट्रेलिया। बस सिर्फ प्रॉब्लम है कि फिलहाल ऑस्ट्रेलिया दी फ्लाइट्स नहीं जा रही हैगियां बट वीजास आर कमिंग वेरी स्मूथली। सो दिस इज प्रीटी मच एज फार एज किन सिद्धू दी प्रोफाइल कंसर्न्ड है। जस गिल दी प्रोफाइल है जी। जस गिल का क्वेश्चन है, इफ समवन इज ऑन ऑस्ट्रेलिया वर्क वीजा कैन दे अप्लाई कैनेडा स्टडी वीजा। सो प्रोफाइल है जी कि मैनू जो इन्फॉर्मेशन मिली है, जस गिल जो हैगे ने ऑस्ट्रेलिया दे विच ने अपने वर्क वीजा ते हैगे ने, सब क्लास 476 ते गए हुए ने, हुण जानना चाहते ने कि ये कैनेडा दे विच स्टडी वीजा अप्लाई कर सकते ने और प्लस दे वांट टू नो कि जे कैनेडा स्टडी वीजा अप्लाई करते हैं इन्होंने, आई एम अज्यूमिंग कि इन्होंने अपनी PR की फाइल ऑस्ट्रेलिया दे विच लगाई हुई है या कुछ फर्दर फाइल लगाई होनी एप्लीकेशन कि उन्होंने भी विड्रॉ करना पेगा। जस्ट एज फार एज कैनेडा इज कंसर्न यू कैन ईजिली अप्लाई फॉर द स्टडी वीजा। इदां दी कोई प्रॉब्लम नहीं हैगी है तुहाडे वर्क वीजा ऑस्ट्रेलिया वर्क वीजा दे नाल। सो तुसी साडे कोल ऑलरेडी 3 केसेस ऑस्ट्रेलिया दे चल रहे ने, वो स्टूडेंट्स जिन्हां ने वर्क वीजा ते ऑस्ट्रेलिया गए हुए ने एंड समहाउ ਉਹਨਾਂ ਦਾ ਆਸਟ੍ਰੇਲੀਆ 'ਚ PR ਦਾ ਕੰਮ ਨਹੀਂ ਬਣ ਪਾ ਰਿਹਾ ਤੇ ਹੁਣ ਉਹਨਾਂ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਹੈ। ਸੋ देयर थिंग्स ਆਰ ਆਲਰੇਡੀ ਇਨ ਐਮਬੈਸੀ ਔਰ ਔਨ ਦੀ ਵੇ ਟੂ ਦੀ ਐਮਬੈਸੀ। ਤੁਸੀਂ ਵੀ ਆਪਣੀ ਫਾਈਲ ਲਗਾ ਸਕਦੇ ਹੋ। ਜਿਹੜਾ ਪੁਆਇੰਟ ਤੁਸੀਂ ਮੈਨੂੰ ਇਹ ਪੁੱਛਿਆ ਕਿ ਕੀ ਤੁਹਾਨੂੰ ਆਪਣੀ ਆਸਟ੍ਰੇਲੀਆ ਦੀ ਐਪਲੀਕੇਸ਼ਨ ਵਿਡਰॉ ਕਰਨੀ ਪਏਗੀ PR ਦੀ ਜਿਹੜੀ ਵੀ ਤੁਸੀਂ ਫਾਈਲ ਲਗਾਈ ਹੋਈ ਹੈ, ਆਈ ਐਮ ਨਾਟ ਵੈਰੀ ਸ਼ੋਰ ਵੈਦਰ ਕੈਨੇਡਾ ਪਰਸਪੈਕਟਿਵ ਤੋਂ ਇਸ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਹੈ बट ਆਸਟ੍ਰੇਲੀਆ ਪਰਸਪੈਕਟਿਵ ਤੋਂ ਤੁਹਾਨੂੰ ਇੱਕ ਵਾਰੀ ਲੋਕਲ ਇਮੀਗ੍ਰੈਂਟ ਲਾਇਰ ਨੂੰ ਚੈੱਕ ਕਰਨਾ ਪਏਗਾ ਕਿ ਵਾਟ ਇਜ਼ ਦੀ ਲੋਕਲ ਰੈਗੂਲੇਸ਼ਨ ਕਿ ਜੇਕਰ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰ ਰਹੇ ਹੋ ਫਿਰ ਇਹ ਫਾਈਲ ਨੂੰ ਆਸਟ੍ਰੇਲੀਆ ਦੀ ਤੁਸੀਂ ਕੰਟੀਨਿਊ ਕਰ ਸਕਦੇ ਹੋ ਕਿ ਨਹੀਂ। ਨੈਕਸਟ ਇੱਕ ਆਇਆ ਜੀ ਕੇਸ ਪਾਰਸ ਦਾ।
ਬੜਾ ਇੰਟਰਸਟਿੰਗ ਕੇਸ ਹੈ ਜੀ। ਪਾਰਸ ਦਾ ਟਰੈਵਲ ਬੈਨ ਲੱਗਿਆ ਜੀ 2018 ਦੇ ਵਿੱਚ। 5 ਸਾਲ ਦਾ ਇਹਨਾਂ ਨੂੰ IRCC ਨੇ, ਕੈਨੇਡੀਅਨ ਐਮਬੈਸੀ ਨੇ 2018 ਦੇ ਵਿੱਚ ਬੈਨ ਲਗਾ ਦਿੱਤਾ ਸੀਗਾ। ਇਹ ਪੁੱਛਣਾ ਚਾਹੁੰਦੇ ਨੇ ਕਿ ਹੁਣ ਮੈਂ ਕੀ ਕਰਾਂ। ਪਾਰਸ ਦੀ ਮੈਂ ਪ੍ਰੋਫਾਈਲ ਸਟੱਡੀ ਕੀਤੀ ਹੈ ਜੀ। ਪਾਰਸ ਨੇ ਕਿਸੇ ਕੰਸਲਟੈਂਟ, ਉੱਤਰਾਖੰਡ ਦੇ ਕੰਸਲਟੈਂਟ ਤੋਂ ਆਪਣੀ ਪੈਕੇਜ ਦੀ ਫਾਈਲ ਲਗਾਈ ਸੀ। ਇਹਨਾਂ ਨੇ ਪੈਕੇਜ ਦੇ ਵਿੱਚ ਆਪਣਾ ਲਗਾਇਆ ਸੀਗਾ ਐਂਡ ਅਨਫੋਰਚੂਨੇਟਲੀ ਪਾਰਸ ਨੂੰ ਨਹੀਂ ਪਤਾ ਕਿ ਕੀ ਡਾਕੂਮੈਂਟਸ ਗਲਤ ਲੱਗੇ ਨੇ ਜਾਂ ਕੀ ਚੀਜ਼ ਇਹਨਾਂ ਨਾਲ ਗਲਤ ਹੋਈ ਹੈ, ਜਿਹਦੇ ਕਰਕੇ 2018 ਦੇ ਵਿੱਚ 5 ਸਾਲ ਦਾ ਇਹਨਾਂ ਦੇ ਬੈਨ ਲੱਗਿਆ, ਵਿਚ ਇਜ਼ ਅ ਵੈਰੀ ਸੈਡ ਸਿਚੁਏਸ਼ਨ ਬਿਕੋਜ਼ ਕਿਤੇ ਨਾ ਕਿਤੇ ਕੰਸਲਟੈਂਟਸ ਜਾਂ ਕਿਤੇ ਨਾ ਕਿਤੇ ਕਿਸੇ ਦੀ ਗਲਤੀ ਕਰਕੇ ਪਾਰਸ ਨੂੰ ਅੱਜ ਇਹ ਚੀਜ਼ ਤੋਂ ਸਫਰ ਕਰਨਾ ਪੈ ਰਿਹਾ ਹੈ ਕਿ 5 ਸਾਲ ਦਾ ਟਰੈਵਲ ਬੈਨ ਲੱਗਿਆ। ਪਾਰਸ ਸਭ ਤੋਂ ਪਹਿਲਾਂ ਤੁਸੀਂ ਕੇਪ ਨੋਟਸ ਕਢਵਾਓ। ਕੇਪ ਨੋਟਸ ਬੇਸਿਕਲੀ ਕੀ ਹੁੰਦਾ ਹੈ ਕਿ ਅੰਬੈਸੀ, IRCC ਕੈਨੇਡੀਅਨ ਅੰਬੈਸੀ ਨੇ ਇੱਕ ਸਿਸਟਮ ਬਣਾਇਆ ਹੋਇਆ ਹੈ ਕਿ ਉਹ ਤੁਹਾਨੂੰ ਇੱਕ ਵਾਰੀ ਡਿਟੇਲ ਨੋਟ ਸਾਰੇ ਇਸ਼ੂ ਕਰ ਦਿੰਦੇ ਨੇ, ਜਿਹਦੇ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੀ ਗਲਤ ਡਾਕੂਮੈਂਟਸ ਲੱਗੇ ਸੀਗੇ। ਜਦੋਂ ਤੁਸੀਂ ਆਪਣੇ ਕੇਪ ਨੋਟਸ ਕਢਾਓਗੇ, ਪਲੀਜ਼ ਗੈਟ ਆਲ ਦੀ ਡਾਕੂਮੈਂਟਸ ਆਲਸੋ। ਕੇਪ ਨੋਟਸ ਵੀ ਕਢਵਾਉਣ ਦੇ ਦੋ ਤਰੀਕੇ ਹੁੰਦੇ ਨੇ, ਇੱਕ ਤਾਂ ਕਿ ਸਿਰਫ ਇਨਫੋਰਮੇਸ਼ਨ ਮਿਲ ਜਾਏ ਕਿ ਕੀ ਗਲਤ ਸੀਗਾ, ਕਿਉਂ ਤੁਹਾਡੀ ਫਾਈਲ ਨੂੰ ਰਿਜੈਕਟ ਕਰਕੇ ਟਰੈਵਲ ਬੈਨ ਲਗਾਇਆ 5 ਸਾਲ ਦਾ। ਦੂਸਰਾ ਇਹਦੇ ਨਾਲ ਇੱਕ ਆਪਸ਼ਨ ਹੁੰਦੀ ਹੈ ਕਿ ਤੁਸੀਂ ਜਿਹੜੇ ਤੁਹਾਡੇ ਏਜੰਟ ਨੇ ਡਾਕੂਮੈਂਟਸ ਐਮਬੈਸੀ ਨੂੰ ਸਬਮਿਟ ਕੀਤੇ ਸੀ, ਉਹ ਸਾਰੇ ਡਾਕੂਮੈਂਟਸ ਵੀ ਤੁਹਾਨੂੰ ਪ੍ਰੋਵਾਈਡ ਕੀਤੇ ਜਾਣ। ਸੋ ਮੇਰੀ ਤੁਹਾਨੂੰ ਰਿਕੁਐਸਟ ਹੈ, ਆਈ ਐਮ ਸ਼ੋਰ ਮੇਰੀ ਟੀਮ ਤੋਂ ਤੁਹਾਨੂੰ ਆਲਰੇਡੀ ਅੱਜ ਕਾਲ ਜਾ ਚੁੱਕੀ ਹੋਈ ਹੈ about discuss they have discussed your case। so ਤੁਸੀਂ ਕੇਪ ਨੋਟਸ ਕਢਵਾਓ। you can call back to our team and request for the cape notes। ਅਸੀਂ ਕੇਪ ਨੋਟਸ ਕਢਵਾ ਕੇ ਤੁਹਾਡੀ ਫਿਰ ਇਨਫੋਰਮੇਸ਼ਨ ਅੱਗੇ ਦੇਖ ਸਕਦੇ ਹਾਂ ਕਿ ਕੀ ਕਰਨਾ ਚਾਹੀਦਾ। ਬਟ ਇੱਥੇ ਮੈਂ ਦੱਸਣਾ ਚਾਹੂੰਗਾ, ਜਦੋਂ ਵੀ ਟਰੈਵਲ ਬੈਨ ਲੱਗਦਾ ਹੈ 5 ਸਾਲ ਲਈ 99% ਤੁਹਾਡੇ ਕੋਲ ਕੋਈ ਤਰੀਕਾ ਨਹੀਂ ਹੁੰਦਾ ਇਸ ਤੋਂ ਬਚਣ ਦਾ। there are many lawyers based out of Canada ਜੋ ਕਹਿੰਦੇ ਨੇ ਕਿ ਜੀ ਅਸੀਂ ਫੈਡਰਲ ਕੋਰਟ ਦੇ ਵਿੱਚ ਤੁਹਾਡਾ ਕੇਸ ਲੜਾਂਗੇ and we'll get this travel ban removed। ਈਜ਼ੀ ਨਹੀਂ ਹੈ ਜੀ, ਨਾਮੁਮਕਿਨ ਮੈਂ ਨਹੀਂ ਕਹਿ ਰਿਹਾ, ਬਟ ਈਜ਼ੀ ਨਹੀਂ ਹੈ। ਪੈਸਾ ਵੀ ਲੱਗੇਗਾ, ਟਾਈਮ ਵੀ ਲੱਗੇਗਾ, ਗਾਰੰਟੀ ਕਿਸੇ ਚੀਜ਼ ਦੀ ਨਹੀਂ ਹੈ। $5,000 ਤੋਂ ਸ਼ੁਰੂ ਹੋ ਕੇ 5,000 ਕੈਨੇਡੀਅਨ ਡਾਲਰ ਯਾਨੀ ਕਿ 3 ਲੱਖ ਰੁਪਏ ਤੋਂ ਸ਼ੁਰੂ ਹੋ ਕੇ 5-6 ਲੱਖ ਤੱਕ ਕੈਨੇਡਾ ਦੇ ਜਿਹੜੇ ਫੈਡਰਲ ਲਾਇਰਸ ਨੇ ਉਹ ਤੁਹਾਡੇ ਤੋਂ ਚਾਰਜ ਕਰ ਸਕਦੇ ਨੇ। ਸੋ ਪਲੀਜ਼ ਮਾਈਂਡ ਇਟ ਇਜ਼ ਗੋਇੰਗ ਟੂ ਬੀ ਅ ਵੈਰੀ ਐਕਸਪੈਂਸਿਵ ਅਫੇਅਰ। ਮੇਰੀ ਤੁਹਾਨੂੰ ਪਹਿਲੇ ਰਾਏ ਹੈ, ਸਭ ਤੋਂ ਪਹਿਲਾਂ ਆਪਾਂ ਕੇਪ ਨੋਟਸ ਕਢਾਈਏ, ਫਿਰ ਆਪਾਂ ਇਸ ਬਾਰੇ ਅੱਗੇ ਦੇਖਾਂਗੇ। ਓਕੇ ਜੀ, ਨੈਕਸਟ ਹੈ ਜੀ ਹਰਮੀਤ ਸਿੰਘ। ਹਰਮੀਤ ਸਿੰਘ ਦੀ ਪ੍ਰੋਫਾਈਲ ਹੈ ਜੀ +2 ਇਹਨਾਂ ਨੇ ਕੀਤੀ ਆਰਟਸ ਦੇ ਵਿੱਚ, 73% ਇਹਨਾਂ ਦੇ ਮਾਰਕਸ ਹੈ। 2016 ਦੇ ਵਿੱਚ ਇਹਨਾਂ ਨੇ +2 ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਨੇ 1 ਸਾਲ ਦਾ ITI ਦਾ ਪ੍ਰੋਗਰਾਮ ਕੀਤਾ ਹੈ। ITI ਦਾ ਪ੍ਰੋਗਰਾਮ ਹੈ ਡੀਜ਼ਲ ਮਸ਼ੀਨ ਦਾ। 2017 ਤੋਂ ਬਾਅਦ ਇਹ ਆਪਣਾ ਬਿਜ਼ਨਸ ਰਨ ਕਰ ਰਹੇ ਨੇ। ਆਰਟ ਗਲਾਸ ਦਾ ਕੁਝ ਬਿਜ਼ਨਸ ਹੈ। ਬੈਂਡਸ ਇਹਨਾਂ ਦੇ 6 ਓਵਰਆਲ ਵਿਦ no less than 6 ਹੈ। ਹਰਮੀਤ, ਜਿਹੜਾ ਤੁਸੀਂ ITI ਦਾ ਡਿਪਲੋਮਾ ਕੀਤਾ ਹੈ ਉਹ ਥੋੜਾ ਜੀ ਤੁਹਾਡੀ ਪ੍ਰੋਫਾਈਲ ਨਾਲ ਮਿਸਮੈਚ ਹੈ, ਕਿਉਂਕਿ ITI ਦਾ ਡੀਜ਼ਲ ਮਸ਼ੀਨ ਦਾ ਡਿਪਲੋਮਾ ਇਜ਼ ਕੰਪਲੀਟ ਮਿਸਮੈਚ ਵਿਦ ਯੋਰ ਆਰਟਸ ਪ੍ਰੋਫਾਈਲ। ਤੁਸੀਂ ਜਿਸ ਤਰ੍ਹਾਂ ਮੈਂ ਰਣਜੀਤ ਸ਼ਰਮਾ ਬਾਰੇ ਦੱਸਿਆ, ਤੁਹਾਡਾ ਵੀ ਜਿਹੜਾ ਗੈਪ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਰੈਲੀਵੈਂਟ ਤਰੀਕੇ ਨਾਲ ਫਿਲ ਕਰਕੇ ਕਰਨਾ ਪਏਗਾ। ਆਰਟ ਕਲਾਸ ਦਾ ਜਿਹੜਾ ਬਿਜ਼ਨਸ ਹੈ, ਤੁਸੀਂ ਇਸ ਤੋਂ ਬਾਅਦ +2 ਤੋਂ ਬਾਅਦ ਫਾਈਨ ਆਰਟਸ ਦਾ ਪ੍ਰੋਗਰਾਮ ਲੈ ਸਕਦੇ ਹੋ, ਤੁਸੀਂ ਲਿਬਰਲ ਆਰਟਸ ਦਾ ਪ੍ਰੋਗਰਾਮ ਲੈ ਸਕਦੇ ਹੋ। ਜੇ ਤੁਹਾਡਾ ਕ੍ਰੀਏਟੀਵਿਟੀ ਵੱਲ ਥੋੜਾ ਜਿਹਾ ਰੁਝਾਵ ਹੈ, ਉਧਰ ਤੁਹਾਡਾ ਇੰਕਲੀਨੇਸ਼ਨ ਹੈ, you can take such kind of programs। otherwise you can try your luck with the hospitality, hotel and tourism। ਇਦਾਂ ਦੇ ਪ੍ਰੋਗਰਾਮ ਵੀ ਤੁਸੀਂ ਟਰਾਈ ਕਰ ਸਕਦੇ ਹੋ। ਕਾਲਜਸ, ਕਾਫੀ ਸਾਰੇ ਕਾਲਜਸ ਨੇ ਜੋ ਐਕਸੈਪਟ ਕਰ ਲੈਣਗੇ, ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸਿਆ, ਸੈਂਟ ਕਲੇਅਰ ਹੈ, ਕੋਨਸਟੋਗਾ ਹੈ, ਸੈਂਟ ਲਾਰੈਂਸ ਹੈ, ਨਾਇਗਰਾ ਕਾਲਜ ਹੈ। ਤੁਹਾਡੀ ਪਰਸੈਂਟੇਜ ਅੱਛੀ ਹੈ, ਸੋ ਇਟ ਕੈਨ ਫਲਾਈ। ਜਲਦੀ ਤੋਂ ਜਲਦੀ ਤੁਸੀਂ ਆਪਣੀ ਫਾਈਲ ਅਪਲਾਈ ਕਰਾਓ ਸੋ ਦੈਟ ਕਿ ਇਹ ਗੈਪ ਹੋਰ ਨਾ ਵਧੇ। ਨੈਕਸਟ ਪ੍ਰੋਫਾਈਲ ਹੈ ਗਗਨ ਮਠਾਰੂ ਦੀ। ਗਗਨ ਮਠਾਰੂ ਪੁੱਛ ਰਹੇ ਨੇ ਕਿ ਉਹਨਾਂ ਦੇ 6 ਓਵਰਆਲ ਨੇ, 5.5 ਇੱਕ ਬੈਂਡ ਦੇ ਵਿੱਚ ਨੇ ਤੇ ਸੈਂਟ ਕਲੇਅਰ ਅਪਲਾਈ ਕਰਨਾ ਚਾਹੁੰਦੇ ਨਹੀਂ, ਅਪਲਾਈ ਕਰ ਚੁੱਕੇ, ਮੈਨੂੰ ਕੁਝ ਆਈਡੀਆ ਨਹੀਂ ਇਸ ਬਾਰੇ। ਸੋ ਉਹਨਾਂ ਦਾ ਕੁਐਸਚਨ ਹੈ ਕਿ ਇਦਾਂ ਦੀ ਪ੍ਰੋਫਾਈਲ ਦਾ ਕੀ ਸਕਸੈਸ ਰੇਟ ਹੈ। ਜੇ ਮੈਂ 6 ਓਵਰਆਲ ਵਿਦ 5.5 ਨਾਲ ਸੈਂਟ ਕਲੇਅਰ ਚ ਅਪਲਾਈ ਕਰਾਂ ਤਾਂ ਕੀ ਸਕਸੈਸ ਰੇਟ ਹੈ। ਗਗਨ, ਬਹੁਤ ਅੱਛਾ ਸਕਸੈਸ ਰੇਟ ਹੈਗਾ ਇਸ ਵੇਲੇ। ਪਿਛਲੇ 15-20 ਦਿਨ ਤੋਂ ਮੈਂ ਦੱਸਣਾ ਚਾਹੂੰਗਾ 5.5 ਦੀ ਬਹੁਤ ਅੱਛੇ ਵੀਜ਼ਾਸ ਆ ਰਹੇ ਨੇ, ਸਮੂਥਲੀ ਵੀਜ਼ਾਸ ਆ ਰਹੇ ਨੇ, ਛੇਤੀ ਤੋਂ ਛੇਤੀ ਆ ਰਹੇ ਨੇ, 15-20 ਦਿਨਾਂ ਦੇ ਵਿੱਚ ਵੀਜ਼ਾਸ ਆ ਰਹੇ ਨੇ। ਜੇਕਰ ਤੁਸੀਂ ਚੈੱਕ ਕਰੋਗੇ, ਕੱਲ ਵੀ ਅਸੀਂ ਇੱਕ ਸਟੂਡੈਂਟ ਦਾ, ਰੇਵਤੀ ਕਰਕੇ ਇੱਕ ਸਟੂਡੈਂਟ ਸਾਡੇ ਹੈਗੇ ਨੇ ਜਿਨ੍ਹਾਂ ਦੀ ਅਸੀਂ ਪ੍ਰੋਫਾਈਲ ਪਾਸਪੋਰਟ ਰਿਕੁਐਸਟ ਲੈਟਰ ਕੱਲ ਜਾਂ ਪਰਸੋਂ ਇਸ਼ੂ ਹੋਈ ਹੈ, ਉਹਨਾਂ ਦੀ ਵੀ ਅਸੀਂ ਪਾਸਪੋਰਟ ਰਿਕੁਐਸਟ ਲੈਟਰ ਦੀ ਕਾਪੀ ਅਸੀਂ ਅਪਲੋਡ ਕੀਤੀ ਇੰਸਟਾਗ੍ਰਾਮ ਪੇਜ ਤੇ। ਉਹਨਾਂ ਦੇ ਵੀ 6.5 ਓਵਰਆਲ ਵਿਦ 5.51 ਨੇ। ਆਫਟਰ ਗ੍ਰੈਜੂਏਸ਼ਨ ਸ਼ੀ ਹੈਜ਼ ਅਪਲਾਈਡ ਫॉर ਦੀ ਪੋਸਟ ਗ੍ਰੈਜੂਏਸ਼ਨ। ਸੋ ਜੇ ਪੋਸਟ ਗ੍ਰੈਜੂਏਸ਼ਨ 5.5 ਲਈ ਐਕਸੈਪਟ ਹੋ ਰਿਹਾ, ਵੀਜ਼ਾ ਆ ਰਹੇ ਨੇ, ਤੇ +2 ਲਈ ਤਾਂ ਬੜੇ ਆਰਾਮ ਨਾਲ ਆਏਗਾ। ਸੋ ਪਲੀਜ਼ ਗੋ ਹੈਡ। ਜੇਕਰ ਤੁਸੀਂ ਹਲੇ ਅਪਲਾਈ ਕਰਨ ਨੂੰ ਸੋਚ ਰਹੇ ਹੋ, ਡਾਊਟ 'ਚ ਹੈਗੇ ਹੋ, ਡਾਇਲਮਾ 'ਚ ਹੈਗੇ ਹੋ, ਡੋਂਟ ਵੇਟ, ਪਲੀਜ਼ ਅਪਲਾਈ ਐਟ ਦੀ ਅਰਲੀਐਸਟ। ਨੈਕਸਟ ਕੁਐਸਚਨ ਹੈ ਜੀ ਗੁਰਸਿਮਰਨ ਦਾ। ਮੈਂ ਦੇਖ ਰਿਹਾ ਬਹੁਤ ਸਾਰੇ ਸਟੂਡੈਂਟਸ ਦੇ ਨਾਲ ਲਾਈਵ ਕੁਐਸਚਨਸ ਵੀ ਆ ਰਹੇ।
ਡੋਂਟ ਗੈਟ ਵਰਿਡ, ਮੈਂ ਸਾਰੇ ਤੁਹਾਡੇ ਕੁਐਸਚਨਸ ਵੀ ਕਵਰ ਕਰਾਂਗਾ। ਆਈ ਐਮ ਟ੍ਰਾਈਂਗ ਟੂ ਹਰੀ ਅਪ ਸੋ ਦੈਟ ਕਿ ਤੁਹਾਡੇ ਸਾਰਿਆਂ ਦੇ ਪੁਆਇੰਟਸ, ਕੁਐਸਚਨਸ ਜਾਂ ਕੰਸਰਨਸ ਐਡਰੈਸ ਹੋ ਸਕਣ। ਨੈਕਸਟ ਕੁਐਸਚਨ ਹੈ ਗੁਰਸਿਮਰਨ ਦਾ, ਕੈਨੇਡੀਅਨ ਕਾਲਜ ਇਨ ਵੈਨਕੂਵਰ ਇਜ਼ ਅ ਪਬਲਿਕ ਕਾਲਜ ਔਰ ਅ ਪ੍ਰਾਈਵੇਟ ਕਾਲਜ? ਮੈਂ ਦੱਸਣਾ ਚਾਹੂੰਗਾ ਕੈਨੇਡੀਅਨ ਕਾਲਜ, ਜੇ ਕੈਨੇਡਾ ਵੈਨਕੂਵਰ ਦੇ ਵਿੱਚ ਕਾਲਜ ਹੈ ਜਿਹਦਾ ਨਾਮ ਹੈ ਕੈਨੇਡੀਅਨ ਕਾਲਜ, ਇਹ ਇੱਕ ਪ੍ਰਾਈਵੇਟ ਕਾਲਜ ਹੈ। ਬਟ ਇੱਥੇ ਕੈਨੇਡੀਅਨ ਕਾਲਜ ਦਾ ਇੱਕ ਟਾਈਪ ਹੈ ਸੈਂਟ ਲਾਰੈਂਸ ਕਾਲਜ ਦੇ ਨਾਲ। ਸੈਂਟ ਲਾਰੈਂਸ ਕਾਲਜ ਹੈ ਓਨਟਾਰੀਓ ਦੇ ਵਿੱਚ, ਤੁਸੀਂ ਨਾਮ ਸੁਣਿਆ ਹੋਣਾ ਹੈ, ਕਿੰਗਸਟਨ, ਬ੍ਰੌਕਵਿਲ ਐਂਡ ਕੌਨਵਲ ਕੈਂਪਸਿਸ ਹੈਗੇ ਨੇ। ਇਹਨਾਂ ਦਾ ਟਾਈਪ ਹੈ ਕੈਨੇਡੀਅਨ ਕਾਲਜ ਦੇ ਨਾਲ। ਸੋ ਜੇਕਰ ਤੁਸੀਂ ਕੈਨੇਡੀਅਨ ਕਾਲਜ ਤੋਂ ਸਟੱਡੀ ਕਰ ਰਹੇ ਹੋ ਜਿਹੜਾ ਕਿ ਪ੍ਰੋਗਰਾਮ ਸੈਂਟ ਲਾਰੈਂਸ ਦੇ ਨਾਲ ਜੁਆਇੰਟ ਪ੍ਰੋਗਰਾਮ ਹੈਗਾ, ਫਿਰ ਤੁਹਾਨੂੰ ਵਰਕ ਪਰਮਿਟ ਮਿਲੇਗਾ। ਤੁਹਾਡਾ ਪਬਲਿਕ ਪ੍ਰਾਈਵੇਟ ਪੁੱਛਣ ਦਾ ਜਿਹੜਾ ਕੰਸਰਨ ਹੈ, ਮੈਂ ਸਮਝ ਸਕਦਾ, ਇਟ ਇਜ਼ ਕਮਿੰਗ ਫਰਮ ਦੀ ਵਰਕ ਪਰਮਿਟ ਪਰਸਪੈਕਟਿਵ ਕਿ ਉੱਥੇ ਪੜ੍ਹਾਈ ਖਤਮ ਕਰਨ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੇਗਾ ਕਿ ਨਹੀਂ ਮਿਲੇਗਾ। ਸੋ ਜੇਕਰ ਤੁਸੀਂ ਕੈਨੇਡੀਅਨ ਕਾਲਜ ਸੈਂਟ ਲਾਰੈਂਸ ਵਾਲਾ ਪ੍ਰੋਗਰਾਮ ਪੜ੍ਹ ਰਹੇ ਹੋ, ਜੋ ਕਿ 4 ਜਾਂ 5 ਪ੍ਰੋਗਰਾਮ ਹੈਗੇ ਨੇ, ਬਿਜ਼ਨਸ ਦਾ ਪ੍ਰੋਗਰਾਮ ਹੈ, ਕੰਪਿਊਟਰ ਸਿਸਟਮ ਟੈਕਨੀਸ਼ੀਅਨ ਹੈ, IBM ਹੈ, GBM ਹੈ, ਇਹ 4 ਸ਼ਾਇਦ ਪ੍ਰੋਗਰਾਮ ਹੈਗੇ ਨੇ ਜੋ ਸੈਂਟ ਲਾਰੈਂਸ ਦੇ ਨਾਲ ਟਾਈ ਅਪ ਚ ਹੈਗੇ ਨੇ। ਸੋ ਜੇਕਰ ਤੁਸੀਂ ਇਹ ਪ੍ਰੋਗਰਾਮ ਪੜ੍ਹ ਰਹੇ ਹੋ, ਤੁਹਾਨੂੰ ਬਿਲਕੁਲ ਵਰਕ ਪਰਮਿਟ ਮਿਲੇਗਾ। ਤੁਹਾਨੂੰ 2 ਡਿਪਲੋਮਾ ਸਰਟੀਫਿਕੇਟ ਮਿਲਣਗੇ, ਇੱਕ ਕੈਨੇਡੀਅਨ ਕਾਲਜ ਤੋਂ ਮਿਲੇਗਾ, ਦੂਸਰਾ ਸੈਂਟ ਲਾਰੈਂਸ ਤੋਂ ਮਿਲੇਗਾ। ਸੈਂਟ ਲਾਰੈਂਸ ਦੇ ਡਿਪਲੋਮਾ ਦੇ ਬੇਸਿਸ ਤੇ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰੋਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਹੋਰ ਪ੍ਰੋਗਰਾਮ ਪੜ੍ਹਦੇ ਹੋ ਕੈਨੇਡੀਅਨ ਕਾਲਜ ਦੇ ਵਿੱਚ, ਐਜ਼ ਆਫ ਨਾਓ ਉੱਥੇ ਵਰਕ ਪਰਮਿਟ ਨਹੀਂ ਮਿਲੇਗਾ। ਸੋ ਆਈ ਥਿੰਕ ਗੁਰਸਿਮਰਨ ਦਾ ਪੁਆਇੰਟ ਵੀ ਕਲੀਅਰ ਹੈ। ਨੈਕਸਟ ਹੈ ਜੀ ਦਲਬੀਰ ਸਿੰਘ ਦਾ ਪੁਆਇੰਟ ਹੈ ਜੀ, ਮਾਈ ਵਾਈਫ ਹੈਜ਼ ਸਟਾਰਟਡ ਆਨਲਾਈਨ ਸਟੱਡੀਜ਼ ਫਰੋਮ ਜਨਵਰੀ 21 ਇਨਟੇਕ ਤੇ ਉਹ ਰੀਸੈਂਟਲੀ ਕੈਨੇਡਾ ਗਈ ਹੈ, ਕਿ ਮੈਂ ਆਪਣਾ ਓਪਨ ਸਪਾਊਸ ਵਰਕ ਪਰਮਿਟ ਅਪਲਾਈ ਕਰ ਸਕਦਾ? ਸੋ ਵਿਊਅਰਸ, ਇਹ ਕੁਐਸਚਨ ਹੈ ਦਲਬੀਰ ਸਿੰਘ ਦਾ ਓਪਨ ਸਪਾਊਸ ਵਰਕ ਪਰਮਿਟ ਤੋਂ ਲੈ ਕੇ। ਸੋ ਮੈਂ ਆਪਣੇ ਵਿਊਅਰਸ ਨੂੰ ਦੱਸਣਾ ਚਾਹੂੰਗਾ, ਐਟ ਸੇਠੀ ਸਟੱਡੀ ਸਰਕਲ ਵੀ ਆਰ ਡੂਇੰਗ ਓਪਨ ਸਪਾਊਸ ਵਰਕ ਪਰਮਿਟ ਆਲਸੋ, PR ਵੀ ਅਸੀਂ ਕਰ ਰਹੇ ਹਾਂ, ਤਾਂ ਓਪਨ ਸਪਾਊਸ ਵਰਕ ਪਰਮਿਟ ਵੀ ਸਾਡੇ ਕੋਲ ਹੈਗਾ ਸਰਵਿਸਿਜ਼। ਦਲਬੀਰ, ਬਿਲਕੁਲ ਤੁਸੀਂ ਆਪਣਾ ਛੇਤੀ ਤੋਂ ਛੇਤੀ ਤੁਸੀਂ ਆਪਣੀ ਓਪਨ ਸਪਾਊਸ ਵਰਕ ਪਰਮਿਟ ਲਗਾ ਸਕਦੇ ਹੋ। ਆਈ ਐਮ ਹੋਪਿੰਗ ਕਿ ਤੁਹਾਡੀ ਵਾਈਫ ਦਾ ਫਰਸਟ ਸਮੈਸਟਰ ਕੰਪਲੀਟ ਹੋ ਗਿਆ ਹੋਣਾ, ਕਿਉਂਕਿ ਅਪ੍ਰੈਲ ਦੇ ਵਿੱਚ ਮੋਸਟਲੀ ਕੰਪਲੀਟ ਹੋਏ ਹੋਣੇ ਫਰਸਟ ਸਮੈਸਟਰ। ਜਿੱਦਾਂ ਹੀ ਉਹਨਾਂ ਦੀ ਮਾਰਕਸ਼ੀਟ ਆਂਦੀ ਹੈ, ਪਲੱਸ ਉਹਨਾਂ ਦੇ ਕੁਝ ਐਕਸਟਰਾ ਡਾਕੂਮੈਂਟਸ ਲੱਗਣਗੇ, ਤੁਹਾਡੇ ਡਾਕੂਮੈਂਟਸ ਲੱਗਣਗੇ, ਪਲੀਜ਼ ਇਮੀਡੀਏਟਲੀ ਆਪਣੀ ਫਾਈਲ ਕਰੋ ਐਮਬੈਸੀ ਦੇ ਵਿੱਚ। ਬਟ ਤੁਹਾਨੂੰ ਰਿਜ਼ਲਟ ਛੇਤੀ ਨਹੀਂ ਆਏਗਾ, 2, 2.5, 3, 4 ਮਹੀਨੇ ਲੱਗ ਸਕਦੇ ਨੇ ਓਪਨ ਸਪਾਊਸ ਵਰਕ ਪਰਮਿਟ ਦੇ ਰਿਜ਼ਲਟ ਆਉਣ ਲਈ। ਸੋ ਪਲੀਜ਼ ਮੀਟ ਅਵਰ ਟੀਮ, ਕੰਸਲਟ ਅਵਰ ਟੀਮ। ਤੁਹਾਨੂੰ ਪੂਰੀ ਚੈੱਕਲਿਸਟ ਦਿੱਤੀ ਜਾਏਗੀ, ਤੁਹਾਡੇ ਪ੍ਰੋਪਰ ਡਾਕੂਮੈਂਟ, ਸਾਰੀ ਬੈਕ ਹਿਸਟਰੀ ਦੇਖ ਕੇ ਕਿ ਹਾਊ ਯੂ ਗਾਈਸ ਮੈਟ, ਤੁਸੀਂ ਤੇ ਤੁਹਾਡੀ ਵਾਈਫ ਕਿਸ ਤਰ੍ਹਾਂ ਮਿਲੇ, ਤੁਹਾਡੇ ਰਿਲੇਸ਼ਨਸ਼ਿਪ ਨੂੰ ਦੇਖਦੇ ਹੋਏ ਤੁਹਾਡਾ ਪ੍ਰੂਫ ਆਫ ਰਿਲੇਸ਼ਨਸ਼ਿਪ ਬਾਰੇ ਵੀ ਸਾਰੇ ਡਾਕੂਮੈਂਟਸ ਪ੍ਰੋਪਰਲੀ ਤੁਹਾਨੂੰ ਦੱਸੇ ਜਾਣਗੇ। ਸੋ ਦਿਸ ਵਾਜ਼ ਅ ਪੁਆਇੰਟ ਫॉर ਦਲਬੀਰ ਸਿੰਘ। ਨੈਕਸਟ ਹੈ ਜੀ ਭਵਨਦੀਪ ਕੌਰ ਦਾ ਹੈ, +2 ਕੀਤੀ ਹੈ ਜੀ ਨਾਨ ਮੈਡੀਕਲ ਦੇ ਵਿੱਚ, 87% ਹੈ, 2020 ਦੇ ਵਿੱਚ +2 ਕੀਤੀ ਹੈ, 6 ਬੈਂਡ ਵਿਦ ਨੋ ਲੈਸ ਦੈਨ 6, ਸਾਰੇ ਮੋਡਿਊਲ 6 ਨੇ। ਮੈਨੀਟੋਬਾ ਦੇ ਵਿੱਚ ਕੀ ਆਪਸ਼ਨਸ ਹੈ? ਭਵਨਦੀਪ, ਮੈਨੀਟੋਬਾ ਦੇ ਵਿੱਚ ਲਿਮਿਟਿਡ ਕਾਲਜਸ ਹੈਗੇ ਨੇ, MITT ਕਾਲਜ ਹੈਗਾ, ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡ ਐਂਡ ਟੈਕਨੋਲੋਜੀ, ਉੱਥੇ ਤੁਸੀਂ CAT ਟੈਕਨੀਸ਼ੀਅਨ ਜਾਂ ਨੈਟਵਰਕਿੰਗ ਦਾ ਕੋਰਸ ਪਿਆ ਹੈ। ਇਹ ਜਨਵਰੀ 22 ਲਈ ਕੋਰਸ ਫਿਲਹਾਲ ਖੁੱਲਿਆ ਪਿਆ, ਬਟ ਛੇਤੀ ਕਲੋਜ਼ ਹੋ ਰਿਹਾ ਹੈ, ਸੋ ਪਲੀਜ਼ ਅਪਲਾਈ ਇਟ ਇਮੀਡੀਏਟਲੀ। ਰੈਡ ਰਿਵਰ ਕਾਲਜ ਜਿਹੜਾ ਹੈਗਾ, ਇਟ ਇਜ਼ ਕਲੋਜ਼ ਫॉर ਜਨਵਰੀ ਇਨਟੇਕ। ਯੂਨੀਵਰਸਿਟੀ ਆਫ ਵੈਨੀਪੈਗ ਤੇ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਵਿੱਚ ਤੁਹਾਨੂੰ BSCs ਦੇ ਪ੍ਰੋਗਰਾਮ ਮਿਲ ਸਕਦੇ ਆ। BSc ਕੈਨ ਬੀ BSc ਜਰਨਲ ਔਰ BSc ਇਨ ਕੰਪਿਊਟਰ ਸਾਇੰਸ, ਜਾਂ BSc ਫਿਜ਼ਿਕਸ ਜਾਂ BSc ਕੈਮਿਸਟਰੀ ਵੀ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਮੈਨੀਟੋਬਾ ਸਾਈਡ ਜਾਣਾ ਚਾਹੁੰਦੇ ਹੋ। Let me take some questions from the audience so that they don't feel bored. ਸੈਮੀ ਚਹਿਲ ਕਹਿ ਰਹੇ ਹੈ PT accepted in Canada। ਬਿਲਕੁਲ ਜੀ, PT accept ਹੁੰਦੀ ਹੈ, ਵੀਜ਼ਾਸ ਆ ਰਹੇ ਨੇ, ਤੁਸੀਂ ਆ ਕੇ ਜਾਂ ਸਾਡੀ ਟੀਮ ਨੂੰ ਆਨਲਾਈਨ ਕੰਸਲਟ ਕਰਕੇ ਤੁਸੀਂ ਵੀਜ਼ਾਸ ਦੇਖ ਸਕਦੇ ਹੋ। PT ਦੇ ਨਾਲ ਵੀਜ਼ਾਸ ਆ ਰਹੇ ਨੇ। ਕੁਲਵੰਤ 567 ਪੁੱਛ ਰਹੇ ਨੇ, ਅਗਰ ਆਫਰ ਲੈਟਰ ਆਈ ਹੈ ਮੇਰੀ ਸੈਪਟੈਂਬਰ ਇਨਟੇਕ ਦੀ, ਬਟ ਡੈਡਲਾਈਨ 15 ਤੱਕ ਦੀ ਸੀ, ਮੈਂ ਫੀਸ ਨਹੀਂ ਪੇ ਕੀਤੀ, ਮੰਡੇ ਅਗਰ ਪੇ ਕਰਦਾ ਤਾਂ AIP ਆਊਗਾ। ਕੁਲਵੰਤ, ਜਸਟ ਹੋਲਡ ਡਾਊਨ ਫॉर ਫਿਊ ਮੋਰ ਸੈਕਿੰਡਸ, ਤੁਹਾਡਾ ਪੁਆਇੰਟ ਮੈਂ ਐਡਰੈਸ ਕਰਨ ਜਾ ਰਿਹਾ ਕਿਉਂਕਿ ਇਹ ਬਹੁਤ ਹੀ ਕ੍ਰਿਟੀਕਲ ਪੁਆਇੰਟ ਹੈ। ਮੈਂ ਹੁਣੇ ਤੁਹਾਡਾ ਪੁਆਇੰਟ ਵੀ ਐਡਰੈਸ ਕਰ ਰਿਹਾ। ਤੇਜਿੰਦਰ ਖਟਰਾ ਦਾ ਪੁਆਇੰਟ ਹੈ ਜੀ, ਵੀਜ਼ਾ ਕਦੋਂ ਆਣਗੇ ਮੌਂਟਰੀਅਲ ਦੇ? ਆਈ ਥਿੰਕ ਤੇਜਿੰਦਰ ਤੁਹਾਡਾ ਨਾਮ ਆਲਰੇਡੀ ਲਿਸਟ ਵੀ ਹੈ। ਤੇਜਿੰਦਰ, ਹਰਦੀਪ, ਮੋਹਿਤ, 3-4 ਸਟੂਡੈਂਟਸ ਨੇ ਆਪਣਾ ਪਾਇਆ ਕਿ ਕਿਊਬੈਕ ਦੇ ਰਿਜ਼ਲਟ ਦਾ ਕੀ ਬਣੇਗਾ। ਇਹ ਪੁਆਇੰਟ ਮੈਂ ਪਹਿਲੇ ਐਡਰੈਸ ਕਰ ਦਿੰਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਜੀ, ਦਸੰਬਰ 2020 ਦੇ ਵਿੱਚ 10 ਕਾਲਜਸ ਨੂੰ ਸਸਪੈਂਸ਼ਨ ਲੱਗੀ ਸੀਗੀ। ਉਸ ਤੋਂ ਬਾਅਦ ਸਮਹਾਉ ਉਹ 10 ਕਾਲਜਸ ਦੇ ਵੀਜ਼ਾ ਰਿਜ਼ਲਟ ਨਹੀਂ ਆ ਰਹੇ ਨੇ। ਜੋ ਲੇਟੈਸਟ ਸਾਨੂੰ ਅੰਡਰਸਟੈਂਡਿੰਗ ਮਿਲੀ ਹੈ ਕਾਲਜਸ ਕੋਲੋਂ ਕਿ ਇਹਨਾਂ ਸਾਰੇ ਕਾਲਜਸ ਨੇ ਕਿਸੇ ਤਰੀਕੇ ਨਾਲ IRCC ਨੂੰ ਰੀਚ ਆਊਟ ਕੀਤਾ, ਹਾਈ ਕਮਿਸ਼ਨ ਨੂੰ ਰੀਚ ਆਊਟ ਕੀਤਾ। ਹਾਈ ਕਮਿਸ਼ਨ IRCC ਨੇ ਉਹਨਾਂ ਨੂੰ ਰੀਅਸ਼ੋਰੈਂਸ ਦਿੱਤੀ ਹੈ ਕਿ
ਜਿਹੜੀਆਂ ਫਾਈਲਾਂ 15 ਮਈ ਤੱਕ ਲੱਗ ਜਾਣਗੀਆਂ, 6 ਅਗਸਤ ਤੱਕ ਉਹ ਸਾਰੀ ਫਾਈਲਾਂ ਦੇ ਵੀ ਰਿਜ਼ਲਟ ਕੱਢ ਦਾਂਗੇ। ਸੋ ਇਟ ਇਜ਼ ਟਾਈਮ, ਟੈਸਟ ਆਫ ਟਾਈਮ, ਸਾਨੂੰ ਦੇਖਣਾ ਪਏਗਾ ਕਿ ਆਉਣ ਵਾਲੇ 1.5-2 ਮਹੀਨੇ 'ਚ ਕਿਸ ਤਰ੍ਹਾਂ ਰਿਜ਼ਲਟਸ ਆਉਂਦੇ ਨੇ। ਸਾਡੇ ਕੰਸਲਟੈਂਟਸ ਦੀ ਇੱਕ ਐਸੋਸੀਏਸ਼ਨ ਬਣੀ ਹੋਈ ਹੈ ਜਿਹਦਾ ਨਾਮ ਹੈ ਸਾਕਾ। ਸੋ ਵੀ ਹੈਵ ਵਨ WhatsApp ਗਰੁੱਪ ਆਲਸੋ, ਜਿਹਦੇ ਵਿੱਚ ਸਾਰੇ ਕੰਸਲਟੈਂਟਸ ਆਪਣੇ ਦੁੱਖੜੇ ਵੀ ਰੋਂਦੇ ਰਹਿੰਦੇ ਨੇ ਤੇ ਬਹੁਤ ਸਾਰੀ ਅਪਡੇਟਸ ਵੀ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ। ਸੋ ਦਿਸ ਇਜ਼ ਵਨ ਆਫ ਦੀ ਹੌਟ ਐਂਡ ਬਰਨਿੰਗ ਟੌਪਿਕ ਇਨ ਦੈਟ WhatsApp ਗਰੁੱਪ ਆਲਸੋ। ਦਿਸ ਇਜ਼ ਅ ਵੈਰੀ ਇੰਟਰਨਲ ਥਿੰਗ ਵਿਚ ਆਈ ਐਮ ਸ਼ੇਅਰਿੰਗ। ਸੋ ਉਸ ਗਰੁੱਪ ਦੇ ਵਿੱਚ ਵੀ ਸਾਨੂੰ ਕੁਝ ਨਾ ਕੁਝ ਅਪਡੇਟਸ ਆਉਂਦੀਆਂ ਰਹਿੰਦੀਆਂ ਕਿ ਵਨਸ ਇਨ ਅ ਵਾਈਲ ਕੁਛ ਨਾ ਕੁਛ ਬੱਚਿਆਂ ਦੇ CDI ਕਾਲਜ ਹੋ ਗਿਆ, ਕੈਨੇਡਾ ਕਾਲਜ ਹੋ ਗਿਆ, ਜਾਂ M ਕਾਲਜ ਹੋ ਗਿਆ, ਜਾਂ CCSQ ਕਾਲਜ ਹੋ ਗਿਆ, ਇਦਾਂ ਦੇ ਕਾਲਜਸ ਦੇ ਬੱਚਿਆਂ ਦੇ ਇੱਕੜ ਦੁੱਕੜ ਕਰਕੇ ਕੁਛ ਨਾ ਕੁਛ ਵੀਜ਼ਾਸ ਆ ਰਹੇ ਨੇ, ਬਟ ਵੀਜ਼ਾ ਦੀ ਸਪੀਡ ਕਾਫੀ ਸਲੋ ਹੈ, ਬਟ ਹੌਲੀ ਹੌਲੀ ਵੀਜ਼ਾਸ ਆ ਰਹੇ ਨੇ। ਆਈ ਐਮ ਪਰਸਨਲੀ ਹੋਪਫੁਲ ਕਿ ਵੀਜ਼ਾਸ ਆਣੇ ਸ਼ੁਰੂ ਹੋ ਜਾਣਗੇ। ਬਹੁਤ ਸਾਰੇ ਬੱਚਿਆਂ ਨੇ, ਬਹੁਤ ਸਾਰੇ ਕਿਸੇ ਨਾ ਤਰੀਕੇ ਨਾਲ ਮਾਰਕੀਟ ਦੇ ਵਿੱਚ ਇੱਕ ਨਾ ਅਫਵਾਹ ਚੱਲਦੀ ਪਈ ਹੈ ਕਿ ਇਹ ਕਾਲਜਸ ਬੈਂਕਰਪਟ ਹੋ ਗਏ ਨੇ ਜਾਂ ਹੋ ਜਾਣਗੇ। ਫਰੈਂਡਸ, ਵਿਊਅਰਸ, ਮੈਨੂੰ ਨਹੀਂ ਪਤਾ ਕਿ ਬੈਂਕਰਪਟ ਹੋਏ ਕਿ ਨਹੀਂ ਹੋਏ, ਬਿਕਾਜ਼ ਵੀ ਡੋਂਟ ਹੈਵ ਐਨੀ ਓਨਰਸ਼ਿਪ ਇਨ ਥੀਸ ਕਾਲਜਸ ਐਂਡ ਇਟ ਇਜ਼ ਨॉट दैट ईजी टास्क टू से दैट कि ਬੈਂਕਰਪਟ ਹੋ ਜਾਣਗੇ, ਜਾਂ ਕੋਈ ऑफिशियल ਚੈਨਲਸ ਤੋਂ ਇਹ ਇਨਫੋਰਮੇਸ਼ਨ ਨਹੀਂ ਆਈ ਹੈ ਕਿ ਬੈਂਕਰਪਟ ਹੋ ਗਏ ਨੇ। ਜੇਕਰ ਬੈਂਕਰਪਸੀ ਫਾਈਲ ਕਰਦੇ ਨੇ ਤਦ ਹੀ ਇਨਫੋਰਮੇਸ਼ਨ ਗਵਰਨਮੈਂਟ ਵੀ ਅਨਾਉਂਸ ਕਰੇਗੀ, ਬਟ ਐਜ਼ ਆਫ ਨਾउ ਜੋ ਇਨਫੋਰਮੇਸ਼ਨ ਆ ਰਹੀ ਹੈ ਕਿ ਇਹ ਬੈਂਕਰਪਟ ਹੋਏ ਨੇ, ਇਹ ਸਿਰਫ ਇੱਕ ਰਿਊਮਰਸ ਹੈ। ਕੁਝ ਕੰਸਲਟੈਂਟਸ ਇਦਾਂ ਦੀ ਇਨਫੋਰਮੇਸ਼ਨ ਨੂੰ ਮਾਰਕੀਟ ਦੇ ਵਿੱਚ ਸਰਕੂਲੇਟ ਕਰ ਰਹੇ ਨੇ ਜਸਟ ਟੂ ਕ੍ਰੀਏਟ ਪੈਨਿਕ। ਡੋਂਟ ਗੈਟ ਪੈਨਿਕ ਪਲੀਜ਼। ਸਾਰੀਆਂ ਚੀਜ਼ਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ, ਕੁਝ ਆਪਣੀ ਰਿਸਰਚ ਵੀ ਕਰੋ, ਕੁਝ ਦਿਮਾਗ ਵੀ ਚਲਾਓ ਕਿ ਇਦਾਂ ਦੀ ਜੇ ਕੋਈ ਇਨਫੋਰਮੇਸ਼ਨ ਹੋਏਗੀ ਤੁਹਾਨੂੰ ਆਫੀਸ਼ੀਅਲ ਪਹਿਲੇ ਪਤਾ ਚੱਲੇਗੀ ਕਿ ਮਾਰਕੀਟ ਦੇ ਵਿੱਚ ਜੋ ਲੋਕ ਵੀਡੀਓਜ਼ ਬਣਾ ਰਹੇ ਨੇ ਜਾਂ ਕੁਝ ਅਨਨੈਸੈਸਰੀ ਆਪਣੇ ਫੇਸਬੁੱਕ ਜਾਂ ਇੰਸਟਾਗ੍ਰਾਮ ਪੇजेस ਤੇ ਅਪਲੋਡ ਕਰ ਰਹੇ ਨੇ ਕਿ ਬੈਂਕਰਪਸੀ ਹੋ ਰਹੀ ਹੈ। ਇਟ ਇਜ਼ ਨਾਟ ਸੱਚ ਕੇਸ, ਇਦਾਂ ਦਾ ਕੋਈ ਕੇਸ ਨਹੀਂ ਹੈਗਾ। ਸੋ ਪਲੀਜ਼ ਜਿਹੜੇ ਸਟੂਡੈਂਟਸ ਵੇਟ ਕਰ ਰਹੇ ਨੇ, ਸਟੇ ਪੋਜ਼ਿਟਿਵ, ਵੀਜ਼ਾਸ ਜ਼ਰੂਰ ਆਣਗੇ। ਹਾਂ, ਜਿਹੜੇ ਬੱਚਿਆਂ ਦੇ CAQs ਐਕਸਪਾਇਰ ਹੋ ਚੁੱਕੇ ਨੇ, ਪਲੀਜ਼ ਰੀਚ ਆਊਟ ਟੂ ਯੂਰ ਕੰਸਲਟੈਂਟ, ਆਪਣੇ CAQs ਦੁਬਾਰਾ ਅਪਲਾਈ ਕਰੋ। ਹੋ ਸਕਦਾ ਹੈ ਕਿ CAQ ਦੀ ਡਿਮਾਂਡ ਐਮਬੈਸੀ ਤੁਹਾਨੂੰ ਦੇ ਦੇਵੇ। ਅਸੀਂ ਆਪਣੇ ਸਾਰੇ ਸਟੂਡੈਂਟਸ ਦੇ ਰਿਕੁਐਸਟ ਕਰ ਦਿੱਤੀ ਹੈ ਕਿ CAQ ਦੁਬਾਰਾ ਅਪਲਾਈ ਕਰਨੇ ਨੇ। ਬਹੁਤ ਸਾਰੇ ਸਟੂਡੈਂਟਸ ਨੇ ਕਰਵਾ ਵੀ ਦਿੱਤੇ ਨੇ CAQ ਰੀਅਪਲਾਈਡ। ਕੁਝ ਸਟੂਡੈਂਟਸ ਵੇਟ ਐਂਡ ਵਾਚ ਕਰਨਾ ਚਾਹੁੰਦੇ ਨੇ ਬਿਕੋਜ਼ ਇਟ ਇਜ਼ ਐਨ ਐਕਸਪੈਂਸ ਆਫ $116, ਯਾਨੀ ਕਿ 8,000 ਰੁਪਏ ਦਾ ਇੱਕ ਹੋਰ ਐਕਸਪੈਂਸ ਹੈ, ਮੈਂ ਸਮਝਦਾ। ਲੇਕਿਨ ਜਿੱਥੇ ਇੰਨੇ ਲੱਖਾਂ ਰੁਪਏ ਲੱਗੇ ਹੋਏ ਨੇ, I think this is a small amount which you should spend further. Secondly, ਉਹ ਸਟੂਡੈਂਟਸ ਜਿਨ੍ਹਾਂ ਨੇ ਆਪਣੇ ਮੈਡੀਕਲ ਬਹੁਤ ਪਹਿਲੇ ਦੇ ਕਰਾਏ ਹੋਏ ਨੇ, ਐਕਸਪਾਇਰ ਹੋ ਗਏ ਹੋਏ ਨੇ ਜਾਂ ਹੋਣ ਵਾਲੇ ਨੇ, ਉਹਨਾਂ ਨੂੰ ਸਟੂਡੈਂਟਸ ਨੂੰ ਵੀ ਰਿਕੁਐਸਟ ਹੈ ਪਲੀਜ਼ ਆਪਣੇ ਮੈਡੀਕਲ ਦੁਬਾਰਾ ਕਰਵਾਓ ਸੋ ਦੈਟ ਕਿ ਤੁਹਾਡਾ ਜਿਹੜਾ ਫਰਦਰ ਪ੍ਰੋਸੈਸ ਹੈ ਜਾਂ ਵੀਜ਼ਾ ਦਾ ਡਿਸੀਜਨ 에ਅਰ ਮੈਡੀਕਲ ਜਾਂ CAQ ਕਰਕੇ ਡਿਲੇ ਨਾ ਹੋਵੇ। ਕਮਿੰਗ ਬੈਕ ਟੂ ਦੀ ਅਸੈਸਮੈਂਟਸ, ਕੁਝ 3-4 ਅਸੈਸਮੈਂਟਸ ਹੀ ਰਹਿ ਗਈਆਂ ਹੈ। ਭੁਪਿੰਦਰ ਸਿੰਘ ਦੀ ਹੈ ਜੀ, ਬੀਟੈਕ ਕੀਤੀ ਹੈ ਮਕੈਨੀਕਲ ਦੇ ਵਿੱਚ, ਉਸ ਤੋਂ ਬਾਅਦ MBA ਕੀਤੀ ਹੈ 2017 ਦੇ ਵਿੱਚ। 7 ਓਵਰਆਲ ਨੇ, 6 ਸਾਰੇ ਮੋਡਿਊਲ ਦੇ ਵਿੱਚ 6 ਨੇ। ਕਰੰਟਲੀ ਸੁਪਰਵਾਈਜ਼ਰ ਦੀ ਜੌਬ ਕਰ ਰਹੇ ਨੇ ਕਿਸੇ ਕੰਪਨੀ ਦੇ ਵਿੱਚ। ਪਹਿਲਾ ਕੁਐਸਚਨ ਹੈ ਜੀ ਕਿ ਮੈਂ ਆਪਣੀ MBA ਦਿਖਾਵਾਂ। ਭੁਪਿੰਦਰ, ਬਿਲਕੁਲ ਦਿਖਾਓ ਜੀ, MBA ਦਿਖਾਓ, ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਆਪਣੀ MBA ਹਾਈਡ ਕਰਨੀ ਹੈ। ਇਨਫੈਕਟ ਜੇਕਰ ਤੁਸੀਂ MBA ਦਿਖਾਓਗੇ ਤੁਹਾਨੂੰ MBA ਦੇ ਪੁਆਇੰਟਸ PR ਲਈ ਵੀ ਮਿਲਣਗੇ। ਤੁਹਾਡੀ ਇੱਕ ਵਰਦੀਨੈਸ ਵੀ ਹੋਏਗੀ ਕਿ ਤੁਸੀਂ ਪੜ੍ਹਾਈ ਵੱਲ ਰੁਝਾਵ ਹੈਗਾ, ਤੁਹਾਡੀ ਇੰਟੈਂਸ਼ਨਸ ਗਲਤ ਨਹੀਂ ਹੈਗੀਆਂ, ਯੂਅਰ ਇੰਟੈਂਸ਼ਨਸ ਆਰ ਵੈਰੀ ਪਿਓਰ ਐਸ ਫਾਰ ਐਸ ਸਟੱਡੀਜ਼ ਆਰ ਕੰਸਰਨਡ। ਸੈਕੰਡਲੀ, ਹੀ ਵਾਂਟਸ ਟੂ ਨੋ ਕਿ ਤੁਹਾਡਾ ਕਿਹੜੀ ਜਗ੍ਹਾ ਤੇ ਅਪਲਾਈ ਕੀਤਾ ਜਾਵੇ PR ਪਰਸਪੈਕਟਿਵ ਨਾਲ। ਭੁਪਿੰਦਰ, ਐਜ਼ ਆਫ ਨਾਓ ਤੁਹਾਡੇ ਲਈ ਮੈਂ ਰეკਮੈਂਡ ਕਰਾਂਗਾ ਤੁਸੀਂ ਜਿੱਥੇ ਮਰਜ਼ੀ ਕੈਨੇਡਾ 'ਚ ਅਪਲਾਈ ਕਰ ਲਓ। ਤੁਹਾਡੇ ਲਈ PR ਦੀ ਕੋਈ ਜ਼ਿਆਦਾ ਲੰਬੀ ਚੌੜੀ ਪ੍ਰੋਬਲਮ ਨਹੀਂ ਹੋਣ ਵਾਲੀ, ਕਿਉਂਕਿ ਤੁਹਾਨੂੰ ਆਲਰੇਡੀ ਮਾਸਟਰਸ ਦੇ ਜਾਂ ਐਟਲੀਸਟ ਪੋਸਟ ਗ੍ਰੈਜੂਏਟ ਦੇ ਪੁਆਇੰਟਸ ਮਿਲ ਜਾਣਗੇ। ਤੁਹਾਡੇ ਕੋਲ 3 ਸਾਲ ਦਾ ਅਸਿਊਮ ਕਰ ਰਹੇ ਹਾਂ 2017 ਤੋਂ ਬਾਅਦ ਜੇ ਤੁਸੀਂ ਜੌਬ ਕਰ ਰਹੇ ਹੋ, 3 ਸਾਲ ਦਾ ਵਰਕ ਐਕਸਪੀਰੀਅੰਸ ਹੈ, ਤੁਹਾਨੂੰ ਉਹਦੇ ਪੁਆਇੰਟਸ ਵੀ ਮਿਲਣਗੇ। ਤੁਸੀਂ ਕੈਨੇਡਾ ਜਾ ਕੇ ਪੋਸਟ ਗ੍ਰੈਜੂਏਸ਼ਨ ਦਾ ਕੋਰਸ ਕਰੋਗੇ, ਉਹਦੇ ਪੁਆਇੰਟਸ ਵੀ ਮਿਲਣਗੇ। ਕੈਨੇਡਾ ਜਾ ਕੇ ਤੁਸੀਂ ਜੌਬ ਕਰੋਗੇ, ਕੈਨੇਡੀਅਨ ਐਕਸਪੀਰੀਅੰਸ 1 ਸਾਲ ਦੇ 40 ਪੁਆਇੰਟਸ ਮਿਲਦੇ ਆ CRS ਲਈ, ਤੁਹਾਨੂੰ ਉਹ ਵੀ 1 ਸਾਲ ਤੋਂ ਬਾਅਦ ਪੁਆਇੰਟਸ ਮਿਲਣਗੇ। ਸੋ ਤੁਹਾਡੇ ਲਈ ਤਾਂ ਕੇਕ ਵਾਕ ਹੋਏਗਾ, ਜਿੱਥੇ ਮਰਜ਼ੀ ਤੁਸੀਂ ਚਲੇ ਜਾਓ। ਬਟ ਫਿਰ ਵੀ ਜੇ ਤੁਸੀਂ PNP ਪਰਸਪੈਕਟਿਵ ਜਾਂ ਉਹ ਵਿਊਅਰਸ ਜਿਹੜੇ ਜਾਣਨਾ ਚਾਹੁੰਦੇ ਨੇ ਕਿ ਕਿਹੜੇ ਪ੍ਰੋਵਿੰਸ 'ਚ PR ਜੇ +2 ਤੋਂ ਬਾਅਦ ਜਾਇਆ ਜਾਵੇ ਤਾਂ ਕਿਹੜੇ ਪ੍ਰੋਵਿੰਸ 'ਚ PR ਛੇਤੀ ਹੈ, ਦੂਰ ਦਰਾਜ਼ ਦੇ ਇਲਾਕੇ ਜਾਓ, ਦੂਰ ਦਰਾਜ਼ ਦੇ ਪ੍ਰੋਵਿੰਸਿਸ ਜਾਓ। ਫॉर ਐਗਜ਼ਾਮਪਲ ਨਿਊ ਬ੍ਰੰਸਵਿਕ, ਨਿਊ ਫਾਊਂਡਲੈਂਡ, ਪ੍ਰਿੰਸ ਐਡਵਰਡ ਆਈਲੈਂਡ, ਨੋਵਾ ਸਕੋਸ਼ੀਆ, ਮੈਨੀਟੋਬਾ, ਸਸਕੈਚੁਅਨ, ਐਲਬਰਟਾ, ਇਹ ਸਾਰੇ ਪ੍ਰੋਵਿੰਸਿਸ ਏਰੀਆ ਦੇ ਵਿੱਚ PR ਬਹੁਤ ਛੇਤੀ ਹੈਗੀ ਹੈ। ਜੇਕਰ ਤੁਸੀਂ ਓਨਟਾਰੀਓ ਜਾਂ BC ਜਾ ਰਹੇ ਹੋ, ਕੋਸ਼ਿਸ਼ ਕਰੋ ਟੋਰਾਂਟੋ, ਬ੍ਰੈਂਟਨ, ਮਿਸੀਸਾਗਾ ਛੱਡ ਕੇ ਅਗੇਨ ਗੋ ਟੂ ਦੀ ਫਾਰ ਆਫ ਪਲੇਸਿਸ, ਕਿਉਂਕਿ ਰੀਜਨਲ ਦੇ ਪੁਆਇੰਟਸ ਮਿਲਣਗੇ। ਜਿੰਨੀ ਦੂਰ ਤੁਸੀਂ ਜਾਓਗੇ
ਤੁਹਾਨੂੰ ਹੋ ਸਕਦਾ ਰੀਜਨਲ ਦੇ ਪੁਆਇੰਟਸ ਉਨੇ ਹੀ ਛੇਤੀ ਮਿਲਣ। ਓਨਟਾਰੀਓ ਦੀ ਜੇ ਮੈਂ ਗੱਲ ਕਰਾਂ ਉੱਥੇ RINP ਹੈ, ਰੂਰਲ ਇਮੀਗ੍ਰੇਸ਼ਨ ਨੋਮੀਨੀ ਪ੍ਰੋਗਰਾਮ। ਏਰੀਆ ਲਾਈਕ ਸੈਂਟ ਮੈਰੀ ਜਿੱਥੇ ਸੂ ਕਾਲਜ ਹੈ, ਸੌਲਟ ਕਾਲਜ ਹੈ, ਸਡਬਰੀ ਕੈਂਬਰੀਅਨ ਕਾਲਜ ਹੈ, ਕੌਨਵਲ ਕੈਂਪਸ ਹੈ ਸੈਂਟ ਲੌਰੈਂਸ ਦਾ। ਇੱਦਾਂ ਦੇ ਬਹੁਤ ਸਾਰੇ ਨਿਪਸਿੰਗ ਯੂਨੀਵਰਸਿਟੀ ਹੈ ਜਿੱਥੇ ਇਹ ਬਹੁਤ ਸਾਰੇ ਏਰੀਆਸ ਨੇ ਜੋ ਕਿ RINP ਦੇ ਅੰਡਰ ਆਉਂਦੇ ਨੇ ਤੇ ਜਿੱਥੇ PR ਬਹੁਤ ਛੇਤੀ ਹੋ ਜਾਂਦੀ ਹੈ। BC ਜਾ ਰਹੇ ਹੋ, BC ਵੀ ਇੰਟੀਰੀਅਰਸ 'ਚ ਜਾ ਕੇ ਪ੍ਰੈਫਰ ਕਰੋ। ਹੋ ਸਕਦਾ ਤੁਸੀਂ ਵੈਨਕੂਵਰ ਤੋਂ ਬਾਅਦ ਤੁਹਾਨੂੰ ਜਦੋਂ ਕੱਲ ਨੂੰ ਕੰਸਲਟੈਂਟ ਤੁਸੀਂ ਹਾਇਰ ਕਰੋ ਕਿ ਜੀ ਮੇਰੀ ਪੜ੍ਹਾਈ ਖਤਮ ਹੋ ਗਈ ਹੈ, ਪੋਸਟ ਗ੍ਰੈਜੂਏਟ ਵਰਕ ਪਰਮਿਟ ਮੈਨੂੰ ਮਿਲ ਚੁੱਕਿਆ ਹੈ, ਮੇਰੀ ਜੌਬ ਸ਼ੁਰੂ ਹੋ ਗਈ ਹੈ, ਹੁਣ ਮੈਂ PR ਲਾਣੀ ਹੈ, ਦੱਸੋ ਮੈਂ ਕੀ ਕਰਾਂ। ਤੁਹਾਨੂੰ ਕੰਸਲਟੈਂਟਸ ਨੇ ਇਹੋ ਐਡਵਾਈਸ ਕਰਨਾ ਹੈ ਕਿ ਦੂਰ ਦਰਾਜ਼ ਦੇ ਇਲਾਕੇ ਜਾਓ, ਰੀਜਨਲ ਦੇ ਪੁਆਇੰਟਸ ਮਿਲਣਗੇ ਤਾਂ ਕਿ ਤੁਹਾਡੀ PR ਛੇਤੀ ਹੋ ਸਕੇ। ਮੇਜਰ ਵੱਡੀ ਸਿਟੀਜ਼ ਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਲਾਈਕ ਬੰਬੇ, ਦਿੱਲੀ ਇਨ ਇੰਡੀਆ ਔਰ ਬੈਂਗਲੌਰ ਔਰ ਪੁਣੇ। ਵੱਡੀ ਸਿਟੀਜ਼ ਦੇ ਵਿੱਚ ਕੰਪੀਟੀਸ਼ਨ ਵੀ ਜ਼ਿਆਦਾ ਹੈ ਤੇ ਮਾਰਾਮਾਰੀ ਵੀ ਹੈ। PR ਲਾਈਫ ਡੈਫੀਨਿਟਲੀ ਇਜ਼ ਵੈਰੀ ਬੈਟਰ ਇਨ ਬਿਗਰ ਸਿਟੀਜ਼, ਲੇਕਿਨ PR ਸਭ ਤੋਂ ਵੱਡਾ ਏਜੰਡਾ ਹੈ ਸਾਡਾ, PR ਸਭ ਤੋਂ ਵੱਡਾ ਆਬਜੈਕਟਿਵ ਹੈ। ਨੈਕਸਟ ਪ੍ਰੋਫਾਈਲ ਹੈ ਜੀ, ਆਈ ਹੋਪ ਭੁਪਿੰਦਰ ਤੁਹਾਨੂੰ ਤੁਹਾਡਾ ਆਨਸਰ ਮਿਲ ਗਿਆ ਹੈ। ਤੁਹਾਨੂੰ ਮੈਂ ਕੋਰਸਿਸ ਵੀ ਦੱਸ ਸਕਦਾ, ਤੁਸੀਂ GBM, ਬਿਜ਼ਨਸ ਮੈਨੇਜਮੈਂਟ, ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ, ਸਪਲਾਈ ਚੇਨ ਮੈਨੇਜਮੈਂਟ, ਪ੍ਰੋਜੈਕਟ ਮੈਨੇਜਮੈਂਟ ਜਾਂ ਲੀਡਰਸ਼ਿਪ ਦੇ ਕੋਰਸਿਸ ਲਈ ਜਾ ਸਕਦੇ ਹੋ। ਅਰੁਣ ਗੁਪਤਾ ਦੀ ਪ੍ਰੋਫਾਈਲ ਹੈ ਜੀ, BCom ਕੀਤੀ ਹੈ 2016 ਦੇ ਵਿੱਚ, 63% ਹੈ, 6.5 ਓਵਰਆਲ, 5.5 in 1 ਮੋਡਿਊਲ। Arun, it's a decent profile. I won't say a very good profile or a bad profile. It's a decent profile. St. Clair College apply ਕਰ ਸਕਦੇ ਹੋ, ਸੂ ਕਾਲਜ ਅਪਲਾਈ ਕਰ ਸਕਦੇ ਹੋ, CBU ਕਰ ਸਕਦੇ ਹੋ, ਕੈਨੇਡੀਅਨ ਕਾਲਜ ਕਰ ਸਕਦੇ ਹੋ, ਕਿਊਬੈਕ ਦੇ ਕਾਲਜਸ ਚ ਅਪਲਾਈ ਕਰ ਸਕਦੇ ਹੋ ਜਿੱਥੇ 5.5 ਐਕਸੈਪਟਡ ਹੈਗਾ ਇੱਕ ਮੋਡਿਊਲ ਦੇ ਵਿੱਚ। ਸੋ ਤੁਸੀਂ ਵੀ ਆਪਣਾ ਬਿਜ਼ਨਸ ਮੈਨੇਜਮੈਂਟ, ਟਰਾਂਸਪੋਰਟ ਮੈਨੇਜਮੈਂਟ, ਹਿਊਮਨ ਰਿਸੋਰਸ ਮੈਨੇਜਮੈਂਟ, ਪ੍ਰੋਜੈਕਟ ਮੈਨੇਜਮੈਂਟ, ਆਰਗੇਨਾਈਜੇਸ਼ਨ ਮੈਨੇਜਮੈਂਟ ਇਦਾਂ ਦੇ ਕੋਰਸਿਸ ਦੇ ਵਿੱਚ ਅਪਲਾਈ ਕਰ ਸਕਦੇ ਹੋ। ਤੇਜਿੰਦਰ ਪੁੱਛ ਰਹੀ ਹੈ ਜੀ ਵੀਜ਼ਾ ਕਦੋਂ ਆਣਗੇ ਮੌਂਟਰੀਅਲ ਦੇ। ਆਈ ਥਿੰਕ ਇਟ ਹੈਜ਼ ਆਲਰੇਡੀ ਬੀਨ ਆਨਸਰਡ। ਓਕੇ ਜੀ, ਫਿਰੋਜ਼ ਨੈਕਸਟ ਪੁਆਇੰਟ ਹੈ ਜੀ, ਨੈਕਸਟ ਅਸੈਸਮੈਂਟ ਹੈ ਫਿਰੋਜ਼ ਦੀ। 2012 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈ, ਉਸ ਤੋਂ ਬਾਅਦ ਕੁਝ ਪੜ੍ਹਾਈ ਨਹੀਂ ਹੈ, ਕੀ ਮੇਰਾ ਵੀਜ਼ਾ ਲੱਗ ਸਕਦਾ ਹੈ? ਫਿਰੋਜ਼ ਬਿਲਕੁਲ ਲੱਗ ਸਕਦਾ ਹੈ। ਆਪਣੇ ਆਇਲਸ, ਮੈਨੂੰ ਤੁਹਾਡੇ ਆਇਲਸ ਬਾਰੇ ਇਨਫੋਰਮੇਸ਼ਨ ਨਹੀਂ ਮਿਲੀ, ਸੋ ਆਈ ਐਮ ਅਸਿਊਮਿੰਗ ਤੁਸੀਂ ਆਇਲਸ ਨਹੀਂ ਕੀਤੀ। ਆਪਣੀ ਆਇਲਸ 6.5 ਵਿਦ ਨੋ ਲੈਸ ਦੈਨ 6 ਲਿਆਓ। ਤੁਹਾਡਾ ਪਲੱਸ 2012 ਤੋਂ ਬਾਅਦ ਜੋ ਵੀ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਗੈਪ ਨਹੀਂ ਹੋਣਾ ਚਾਹੀਦਾ, ਕੁਝ ਨਾ ਕੁਝ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਸੈਲਰੀ ਜਾਂ ਬਿਜ਼ਨਸ ਕਰ ਰਹੇ ਹੋ, ਜੋ ਵੀ ਕਰ ਰਹੇ ਹੋ, ਸਾਨੂੰ ਡਾਕੂਮੈਂਟੇਸ਼ਨ ਪ੍ਰੋਪਰ ਚਾਹੀਦੀ ਹੈ ਡਿਪੈਂਡਿੰਗ ਔਨ ਯੂਰ ਗ੍ਰੈਜੂਏਸ਼ਨ, ਜਾਂ ਤੁਸੀਂ ਕੀ ਜੌਬ ਕਰ ਰਹੇ ਹੋ ਜਾਂ ਕੀ ਬਿਜ਼ਨਸ ਕਰ ਰਹੇ ਹੋ, ਉਸ ਤੋਂ ਰੈਲੀਵੈਂਟ ਅਸੀਂ ਤੁਹਾਨੂੰ ਕੋਈ ਕੋਰਸ ਦੇ ਸਕਦੇ ਹਾਂ, ਵੀਜ਼ਾ ਆ ਸਕਦੇ ਨੇ। ਬਹੁਤ ਸਾਰੇ ਬੱਚਿਆਂ ਦੇ ਸਾਡੇ ਵੀਜ਼ਾਸ ਆਏ ਹੋਏ ਨੇ, ਤੁਸੀਂ ਸਾਡੀ ਟੀਮ ਨੂੰ ਕੰਸਲਟ ਕਰੋ, ਤੁਹਾਨੂੰ ਸਾਰੇ ਵੀਜ਼ਾਸ ਵੀ ਦਿਖਾਵਾਂਗੇ, ਪ੍ਰੋਫਾਈਲਸ ਵੀ ਦਿਖਾਵਾਂਗੇ। 2012 ਨਹੀਂ, 2010, 2009 ਦੇ ਵੀ ਵੀਜ਼ਾਸ ਆਏ ਹੋਏ ਨੇ। ਸੋ ਗੈਪ 12 13 ਸਾਲ ਦੇ ਗੈਪ ਤੋਂ ਬਾਅਦ ਵੀ ਵੀਜ਼ਾਸ ਆਏ ਹੋਏ ਨੇ। ਲੇਟੈਸਟਲੀ ਰੀਸੈਂਟ ਹੁਣੇ ਹੀ ਅਸੀਂ ਇੱਕ ਵੀਜ਼ਾ ਫਾਈਲਿੰਗ ਕੀਤੀ ਹੈ ਇੱਕ ਸਟੂਡੈਂਟ ਦੀ, ਜਿਨ੍ਹਾਂ ਨੇ ਆਈ ਥਿੰਕ 2007 ਜਾਂ 2008 ਦੇ ਵਿੱਚ ਆਪਣੀ ਬੈਚਲਰ ਕੀਤੀ ਹੈ। ਉਹਨਾਂ ਦਾ ਐਕਸਪੀਰੀਅੰਸ ਵੀ ਬੜਾ ਵਾਈਡ ਐਕਸਪੀਰੀਅੰਸ ਹੈ, ਬਹੁਤ ਅੱਛੀ ਕੰਪਨੀਜ਼ ਉਹਨਾਂ ਨੇ ਜੌਬ ਕੀਤੀ ਹੈ, US, UK and a few other countries he has worked there. So hopefully ਉਹਨਾਂ ਦਾ ਵੀਜ਼ਾ ਵੀ ਜਲਦੀ ਆ ਜਾਏਗਾ। So we'll share that visa as soon as it comes. ਸੁਖਪ੍ਰੀਤ ਕੌਰ ਤੇ ਰਿਸ਼ਵ ਵਿਨਾਇਕ ਦਾ ਇੱਕ ਪੁਆਇੰਟ ਹੈਗੇ ਨੇ 15 ਮਈ ਤੱਕ ਜਿਹੜੀ ਫਾਈਲ। ਸੋ ਕਮਿੰਗ ਟੂ ਦੀ ਮੇਨ ਕੰਸਰਨ ਕਿ ਜਿਹੜੀ ਸੈਪਟੈਂਬਰ ਇਨਟੇਕ ਲਈ ਕੈਨੇਡੀਅਨ ਐਮਬੈਸੀ ਨੇ 15 ਮਈ ਦੀ ਡੈਡਲਾਈਨ ਰੱਖੀ ਹੋਈ ਸੀ, ਯਾਨੀ ਕਿ ਅੱਜ 15 ਮਈ ਦੀ ਜਿਹੜੀ ਡੈਡਲਾਈਨ ਹੈ, ਜੋ ਅੱਜ ਇਹ ਵੀਜ਼ਾ ਜੋ ਫਾਈਲ ਹੋ ਗਏ ਤੇ ਇਹਨਾਂ ਦੇ ਵੀਜ਼ਾਸ ਤੇ 6 ਅਗਸਤ ਤੱਕ ਆ ਜਾਣਗੇ। ਪਰ ਜਿਨ੍ਹਾਂ ਦੇ ਵੀਜ਼ਾ 16 ਨੂੰ ਲੱਗਣਗੇ, 17 ਨੂੰ ਲੱਗਣਗੇ, 18 ਨੂੰ ਲੱਗਣਗੇ ਜਾਂ ਹੋਰ ਲੇਟ ਲੱਗਣਗੇ, ਉਹਨਾਂ ਦਾ ਕੀ ਬਣੇਗਾ? ਫਰੈਂਡਸ, ਵਿਊਅਰਸ, ਮੈਂ ਦੱਸਣਾ ਚਾਹੂੰਗਾ ਐਜ਼ ਆਫ ਨਾਓ ਅੰਬੈਸੀ ਨੇ ਸਿਰਫ ਇੰਨੀ ਗੱਲ ਕਹੀ ਹੈ 15 ਮਈ ਤੱਕ ਜਿਨ੍ਹਾਂ ਦੇ ਵੀਜ਼ਾ ਫਾਈਲਿੰਗ ਹੋ ਜਾਏਗੀ, ਸਾਰੇ ਡਾਕੂਮੈਂਟਸ ਕੰਪਲੀਟ ਹੋਣਗੇ, 6 ਅਗਸਤ ਤੱਕ ਗਰੰਟਿਡ ਵੀਜ਼ਾ ਉਹਨਾਂ ਦੇ ਡਿਸੀਜਨ ਆ ਜਾਣਗੇ। ਉਸ ਤੋਂ ਬਾਅਦ ਜਿਹੜੀ ਫਾਈਲਾਂ ਲੱਗਣਗੀਆਂ, ਅਸੀਂ ਕੋਈ ਗਾਰੰਟੀ ਦੀ ਕਨਫਰਮੇਸ਼ਨ ਨਹੀਂ ਲੈਂਦੇ ਕਿ ਗਾਰੰਟੀ ਰਿਟਰਨ ਤੁਹਾਡਾ ਵੀਜ਼ਾ ਦਾ ਡਿਸੀਜਨ ਆਏਗਾ ਕਿ ਨਹੀਂ ਆਏਗਾ, ਬਟ ਬੈਸਟ ਪੋਸੀਬਲ ਐਫਰਟ ਬੇਸਿਸ ਤੇ ਪ੍ਰੋਸੈਸ ਕਰਾਂਗੇ। ਜੋ ਮੇਰਾ ਪਰਸਨਲ ਓਪੀਨੀਅਨ ਹੈ ਜੀ, ਮੈਨੂੰ ਲੱਗ ਰਿਹਾ ਹੈ ਕਿ ਜੇ ਆਪਾਂ 25 ਔਰ ਈਵਨ ਐਂਡ ਆਫ ਮਈ ਤੱਕ ਵੀ ਜਿਹੜੀ ਵੀਜ਼ਾ ਫਾਈਲਿੰਗ ਕਰਾਂਗੇ, ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਕੋਈ ਪ੍ਰੋਬਲਮ ਆਏਗੀ। ਜੇ 6 ਅਗਸਤ ਨਹੀਂ ਤਾਂ ਐਟਲੀਸਟ 30 ਅਗਸਤ ਤੱਕ ਤੇ ਤੁਹਾਡੇ ਵੀਜ਼ਾ ਡਿਸੀਜਨ ਤੁਹਾਡੇ ਹੱਥ ਦੇ ਵਿੱਚ ਆ ਜਾਣਗੇ। ਸੋ ਉਹ ਸਟੂਡੈਂਟ ਜਿਹੜੇ ਕਿ ਜਿਨ੍ਹਾਂ ਦੇ ਕੋਲ ਆਫਰਸ ਆਈਆਂ ਹੋਈਆਂ ਹੈ, ਕੁਲਵੰਤ ਸੀਗਾ ਜਿਹੜਾ ਇੱਕ ਜਿਨ੍ਹਾਂ ਨੇ ਪੁੱਛਿਆ ਸੀ, ਕੁਲਵੰਤ 567, ਕਿ ਮੇਰੇ ਕੋਲ ਆਫਰ ਆਈ ਹੋਈ ਹੈ, ਮੰਡੇ ਨੂੰ ਫੀਸ ਪੇ ਕਰਾਂ ਨਾ ਕਰਾਂ। ਕੁਲਵੰਤ, ਛੇਤੀ ਤੋਂ ਛੇਤੀ ਫੀਸ ਪੇ ਕਰੋ, ਟਿਊਸ਼ਨ ਫੀਸ ਪੇ ਕਰੋ, GIC ਕਰਾਓ। ਮੈਡੀਕਲ ਦੇ ਵੀ ਕੁਝ ਚੈਲੰਜਸ ਆ ਰਹੇ ਨੇ, ਆਪਣਾ ਮੈਡੀਕਲ ਵੀ ਕਰਾਓ। ਗੋ ਐਟ ਵਿਦ ਯਰ ਫਾਈਲਿੰਗ। 99% ਹੈ ਜੀ ਵੀਜ਼ਾਸ ਵਿਲ ਕਮ ਬਾय 30th ਅਗਸਤ, ਆ ਜਾਣੇ ਚਾਹੀਦੇ ਨੇ। ਇਨ ਕੇਸ ਜੇ ਨਹੀਂ ਆਂਦਾ,
AIP ਆਂਦਾ ਨਹੀਂ ਆਂਦਾ, it's too early to say about AIP, but at least we can get it deferred to the next intake. So ਆਪਾਂ next intake ਨੂੰ ਦੇਖ ਸਕਦੇ ਹਾਂ, ਜਨਵਰੀ intake ਨੂੰ ਦੇਖ ਸਕਦੇ ਹਾਂ, but I am hopeful ਕਿ ਤੁਹਾਡੇ ਵੀਜ਼ਾਸ ਆ ਜਾਣਗੇ। ਓਕੇ ਜੀ, ਇੱਕ ਕੁਐਸਚਨ ਹੈ ਜੀ ਗੁਰਸੇਹਜ ਮੰਗੜ ਦਾ। 24 ਨਵੰਬਰ ਨੂੰ ਇਹਨਾਂ ਨੇ ਕੀਸਟੋਨ ਕਾਲਜ ਦੀ ਆਪਣੀ ਫਾਈਲ ਲਾਂਚ ਕੀਤੀ ਹੋਈ ਹੈ, ਬਟ ਹਲੇ ਤੱਕ ਰਿਜ਼ਲਟ ਨਹੀਂ ਆਇਆ। ਗੁਰਸੇਹਜ, ਮੈਂ ਤੁਹਾਡੇ ਪੁਆਇੰਟ ਬਾਰੇ ਕੁਝ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਨਫੋਰਚੂਨੇਟਲੀ ਕੀਸਟੋਨ ਕਾਲਜ ਤਾਂ ਉਹ ਸਸਪੈਂਡਡ ਲਿਸਟ ਵੀ ਨਹੀਂ ਹੈਗਾ। ਸੋ ਮੈਨੂੰ ਪਤਾ ਨਹੀਂ ਕਿ ਤੁਹਾਡੀ ਫਾਈਲ ਕਿਉਂ ਅਟਕੀ ਹੋਈ ਹੈ, ਕਈ ਵਾਰੀ ਅਟਕ ਵੀ ਜਾਂਦੀ ਹੈ। ਤੁਸੀਂ ਇੱਕ ਵਾਰੀ GCK ਅਕਾਊਂਟ ਦੇ ਲੌਗਇਨ ਕਰਕੇ, ਆਪਣੇ ਪੋਰਟਲ ਤੇ ਲੌਗਇਨ ਕਰਕੇ ਚੈੱਕ ਕਰੋ ਕਿ ਕਿੱਥੇ ਤੁਹਾਨੂੰ ਕੋਈ ਡਿਮਾਂਡ ਤੇ ਨਹੀਂ ਆਈ ਹੋਈ ਅੰਬੈਸੀ ਵੱਲੋਂ ਕਿ ਤੁਸੀਂ ਮੈਡੀਕਲ ਅਪਡੇਟ ਕਰੋ ਜਾਂ ਕੁਝ ਡਾਕੂਮੈਂਟਸ ਦਿਓ। ਸੋ ਰੀਚ ਆਊਟ ਟੂ ਯੂਰ ਕੰਸਲਟੈਂਟ ਐਂਡ ਫਿਗਰ ਇਟ ਆਊਟ ਕਿ ਤੁਹਾਡੀ ਫਾਈਲ ਕਿੱਥੇ ਸਟਕ ਹੈਗੀ ਹੈ। ਅਦਰਵਾਈਜ਼ ਜੇਕਰ ਤੁਹਾਨੂੰ ਆਲਰੇਡੀ ਸਭ ਕੁਝ ਕੰਪਲੀਟ ਹੈ ਤੇ 6 ਅਗਸਤ ਤੱਕ ਤੁਸੀਂ ਵੀ ਵੇਟ ਕਰੋ। ਹੋਪਫੁਲੀ ਤੁਹਾਡਾ ਵੀ ਵੀਜ਼ਾ ਦਾ ਡਿਸੀਜਨ 6 ਅਗਸਤ ਤੱਕ ਆ ਜਾਏਗਾ, ਬਟ ਪਲੀਜ਼ ਚੈੱਕ ਯੂਰ ਪ੍ਰੋਫਾਈਲ ਕਿ ਤੁਹਾਡਾ ਮੈਡੀਕਲ ਅਪਡੇਟਡ ਹੈ, ਮੈਡੀਕਲ ਉੱਥੇ ਕਲੀਅਰ ਹੋ ਚੁੱਕਿਆ ਕਿ ਨਹੀਂ ਹੋਇਆ, ਜਾਂ ਕੁਝ ਅੰਬੈਸੀ ਵੱਲੋਂ ਹੋਰ ਕੋਈ ਰਿਕੁਆਇਰਮੈਂਟ ਤੇ ਨਹੀਂ ਹੈ। ਜੈਸਮੀਨ ਕੌਰ ਗਿੱਲ ਦਾ ਕੁਐਸਚਨ ਹੈ ਤੇ ਇਕਜੋਤ ਦਾ ਵੀ ਕੁਐਸਚਨ ਹੈ ਜੀ, ਪਾਸਪੋਰਟ ਸਟੈਂਪਿੰਗ ਹੋ ਰਹੀ ਹੈ ਕਿ ਨਹੀਂ ਹੋ ਰਹੀ। ਸੋ ਆਈ ਐਮ ਅਸਿਊਮਿੰਗ ਇਹ ਉਹ ਸਟੂਡੈਂਟਸ ਨੇ ਜਿਨ੍ਹਾਂ ਦੇ ਪਾਸਪੋਰਟ ਰਿਕੁਐਸਟ ਲੈਟਰਸ ਆ ਚੁੱਕੀਆਂ ਹੈ। ਜੈਸਮੀਨ, ਇਕਜੋਤ ਜਾਂ ਇਦਾਂ ਦੇ ਹੋਰ ਸਟੂਡੈਂਟ ਜਿਨ੍ਹਾਂ ਦੇ ਵੀਜ਼ਾਸ ਪਾਸਪੋਰਟ ਰਿਕੁਐਸਟ ਲੈਟਰਸ ਆ ਚੁੱਕੀਆਂ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਕੰਗ੍ਰੈਚੁਲੇਸ਼ਨਸ, ਬੀ ਹੈਪੀ, ਵੀਜ਼ਾਸ ਆ ਜਾਣਗੇ। ਐਜ਼ ਆਫ ਨਾਓ ਐਮਬੈਸੀ ਇਜ਼ ਕਲੋਜ਼, Delhi embassy is closed. They are only working for emergency cases. ਜਿਹੜੇ ਐਮਰਜੈਂਸੀ ਵਾਲੇ ਕੇਸਿਸ ਨੇ ਸਿਰਫ ਉਹਨਾਂ ਦੀ ਪਾਸਪੋਰਟ ਸਟੈਂਪਿੰਗ ਹੋ ਰਹੀ ਹੈ, ਬਾਕੀ ਕਿਸੇ ਵੀ ਕੇਸ ਦੀ ਹਲੇ ਪਾਸਪੋਰਟ ਸਟੈਂਪਿੰਗ ਨਹੀਂ ਹੋ ਰਹੀ। ਸੋ ਹੈਵ ਲਿਟਲ ਬਿਟ ਆਫ ਪੇਸ਼ੈਂਸ, ਤੁਹਾਡੇ ਵੀਜ਼ਾਸ ਵੀ ਛੇਤੀ ਆ ਜਾਣਗੇ। ਆਮਨਾ_CA ਦਾ ਪੁਆਇੰਟ ਹੈ ਜੀ, ਲੈਂਪਟਨ ਦੀ ਰਿਫੰਡ ਪਾਲਿਸੀ ਕੀ ਹੈ। ਸੋ ਲੈਂਪਟਨ ਦੀ ਰਿਫੰਡ ਪਾਲਿਸੀ ਹੈ ਜੀ, ਜੇਕਰ ਤੁਹਾਡਾ ਵੀਜ਼ਾ ਡਿਨਾਈ ਹੋ ਜਾਂਦਾ ਹੈ ਤੇ $250 ਕੈਨੇਡੀਅਨ ਡਾਲਰ ਕੱਟ ਕੇ ਬਾਕੀ ਦੀ ਪੂਰੀ ਫੀਸ ਤੁਹਾਨੂੰ ਵਾਪਸ ਭੇਜ ਦੇਣਗੇ। ਜੇਕਰ ਤੁਹਾਡਾ ਵੀਜ਼ਾ ਆ ਜਾਂਦਾ ਹੈ ਤੇ ਤੁਸੀਂ ਆਪਣੀ ਫਾਈਲ, ਤੁਸੀਂ ਆਪਣੀ ਸੀਟ ਵਿਡਰਾਅ ਕਰਦੇ ਹੋ, ਭਾਵੇਂ ਕੈਨੇਡਾ ਜਾਣ ਤੋਂ ਪਹਿਲਾਂ ਜਾਂ ਕੈਨੇਡਾ ਜਾ ਕੇ, $1500 ਲੈ ਕੇ $3000 ਤੱਕ ਤੁਹਾਡੀ ਡਿਡਕਸ਼ਨ ਹੋ ਸਕਦੀ ਹੈ। ਇਹ ਡਿਪੈਂਡ ਕਰਦਾ ਹੈ, ਇਹਨੂੰ ਕਿਹਾ ਜਾਂਦਾ ਐਡਮਿਨਿਸਟ੍ਰੇਟਿਵ ਫੀਸ। ਸੋ ਕਾਲਜ ਵਿਲ ਡਿਡਕਟ ਸਮ ਐਡਮਿਨਿਸਟ੍ਰੇਟਿਵ ਫੀਸ, ਜਿਹੜੀ ਕਿ ਰੇਂਜ ਹੈ $1500 ਤੋਂ ਲੈ ਕੇ $3000 ਤੱਕ ਦੀ। ਡਿਪੈਂਡ ਕਰੇਗਾ ਤੁਹਾਡੇ ਕੋਰਸ ਤੇ, ਤੁਸੀਂ ਕਿਹੜਾ ਕੋਰਸ ਲਿੱਤਾ ਹੈ। ਤੁਸੀਂ ਲੈਂਪਟਨ ਕਾਲਜ ਦੀ ਵੈਬਸਾਈਟ ਤੇ ਜਾ ਕੇ ਐਡਮਿਨ ਫੀਸ ਦੇ ਨਾਲ ਜਾਂ ਲੈਂਪਟਨ ਰਿਫੰਡ ਪਾਲਿਸੀ ਦੇ ਨਾਲ ਗੂਗਲ ਕਰੋਗੇ, ਤੁਹਾਨੂੰ ਫਰਸਟ ਰਿਜ਼ਲਟ ਜਿਹੜਾ ਆਏਗਾ, ਕਲਿੱਕ ਔਨ ਦੈਟ, ਤੁਹਾਨੂੰ ਸਾਰੀ ਇਨਫੋਰਮੇਸ਼ਨ ਖੁਦ ਮਿਲ ਜਾਏਗੀ। ਲਾਸਟ ਪੁਆਇੰਟ ਹੈ ਜੀ, ਰੁਕਸ 2011 RUKHS 2011 ਇੰਸਟਾਗ੍ਰਾਮ ਹੈਂਡਲ ਹੈ ਜੀ ਇਹਨਾਂ ਦਾ। ਟਿਊਸ਼ਨ ਫੀ ਵੀ ਪੇਡ ਹੈ ਜੀ, GIC ਵੀ ਪੇ ਕਰ ਦਿੱਤੀ ਹੈ, ਬਟ ਟਿਊਸ਼ਨ ਫੀ ਤੇ GIC ਦੀ ਰਸੀਦ ਜਾਂ ਸਰਟੀਫਿਕੇਟ ਨਹੀਂ ਆਏ, ਮੈਡੀਕਲ ਪੈਂਡਿੰਗ ਹੈ। ਸੋ ਮੇਰੀ ਫਾਈਲ ਕਦੋਂ ਲੱਗੇਗੀ? ਮੈਂ ਤੁਹਾਨੂੰ ਜਿਸ ਤਰ੍ਹਾਂ ਹੁਣ ਦੱਸਿਆ ਹੈ ਕਿ ਹੋ ਸਕਦਾ ਹੈ ਕਿ ਤੁਹਾਡਾ ਮੈਡੀਕਲ ਦੇ ਵਿੱਚ, ਜਿਸ ਤਰ੍ਹਾਂ ਕਿ ਕੱਲ ਹੀ ਕੈਨੇਡੀਅਨ ਐਮਬੈਸੀ ਵੱਲੋਂ ਇੱਕ ਨਵੀਂ ਇੰਸਟਰਕਸ਼ਨ ਆ ਚੁੱਕੀ ਹੈ ਕਿ ਉਹਨਾਂ ਨੇ ਬਹੁਤ ਸਾਰੇ ਹਸਪੀਟਲਸ ਤੇ ਮੈਡੀਕਲ ਜਿਹੜੇ ਡਾਕਟਰਸ ਨੇ, ਜਿਨ੍ਹਾਂ ਕੋਲ ਇੰਪੈਨਲ ਡਾਕਟਰਸ ਨੇ, ਜਿੱਥੇ ਤੁਸੀਂ ਜਾ ਕੇ ਟੈਸਟ ਕਰਾਉਂਦੇ ਹੋ, ਕਰੋਨਾ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਉਹਨਾਂ ਨੇ ਮੈਡੀਕਲ ਟੈਸਟ ਨੂੰ ਔਨ ਹੋਲਡ ਪਾਤਾ ਹੈ। ਉਹਨਾਂ ਨੇ ਔਨ ਪ੍ਰਾਇੋਰਟੀ ਉਹ ਕਹਿ ਰਹੇ ਕਿ ਤੁਸੀਂ ਨਾਰਮਲ ਪੇਸ਼ੈਂਟਸ ਨੂੰ ਟ੍ਰੀਟ ਕਰੋ। ਸੋ ਜੇਕਰ ਤੁਹਾਨੂੰ ਹਲੇ ਇਸ ਗੱਲ ਬਾਰੇ ਕਲੈਰਿਟੀ ਬਿਲਕੁਲ ਨਹੀਂ ਮਿਲ ਪਾ ਰਹੀ ਹੈ ਕਿ ਮੰਡੇ ਤੋਂ ਕੀ ਹੋਏਗਾ, ਕਿ ਅਪੋਲੋ ਹਸਪੀਟਲ ਦੇ ਵਿੱਚ ਟੈਸਟ ਹੋ ਪਾਣਗੇ, ਕਿ ਪੁੰਨੂ ਡਾਕਟਰ ਕਰੇਗਾ ਕਿ ਨਹੀਂ ਕਰੇਗਾ, ਜੋ ਮੈਨੂੰ ਅੰਡਰਸਟੈਂਡਿੰਗ ਮਿਲ ਪਾ ਰਹੀ ਹੈ ਵੱਡੇ ਹਸਪੀਟਲ ਸ਼ਾਇਦ ਨਾ ਟੈਸਟ ਨਾਲ ਕੰਟੀਨਿਊ ਕਰਨ ਫॉर ਦਾ ਟਾਈਮ ਬਿੰਗ, ਜਦੋਂ ਤੱਕ ਉਹਨਾਂ ਨੂੰ ਬੈਂਡਵਿਡਥ ਦੀ ਪ੍ਰੋਬਲਮ ਹੈਗੀ ਹੈ। ਛੋਟੇ ਡਾਕਟਰਸ ਜਿਨ੍ਹਾਂ ਦਾ ਕਰੋਨਾ ਪੇਸ਼ੈਂਟਸ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ ਲੈਬੋਰਟਰੀਜ਼ ਹੈ, ਸ਼ਾਇਦ ਉਹ ਆਪਣਾ ਕੰਟੀਨਿਊ ਕਰਦੇ ਰਹਿਣ। ਬਟ ਤੁਸੀਂ ਜੇ ਅਪਾਇੰਟਮੈਂਟ ਲਿੱਤੀ ਹੋਈ ਹੈ ਜਾਂ ਲੈਣ ਵਾਲੇ ਹੋ ਅਪਾਇੰਟਮੈਂਟ, ਪਲੀਜ਼ ਚੈੱਕ ਵਿਦ ਦੀ ਡਾਕਟਰ ਔਰ ਹਸਪੀਟਲ, ਇੱਕ ਵਾਰੀ ਕਾਲ ਕਰਕੇ ਜ਼ਰੂਰ ਜਾਓ ਕਿ ਉਹ ਟੈਸਟ ਕਰ ਰਹੇ ਕਿ ਨਹੀਂ ਕਰ ਰਹੇ। ਜੇ ਕਰ ਰਹੇ ਨੇ, ਛੇਤੀ ਤੋਂ ਜਾ ਕੇ ਆਪਣਾ ਟੈਸਟ ਕਰਾਓ। ਐਟ ਦਾ ਸੇਮ ਟਾਈਮ ਪਲੀਜ਼ ਬੀ ਕੇਅਰਫੁਲ। ਜਿੰਨੇ ਵੀ ਪੁਆਇੰਟਸ ਹੈਗੇ ਨੇ, ਜਿੰਨੇ ਵੀ ਹਸਪੀਟਲਸ ਦੇ ਸੈਂਟਰਸ ਵਗੈਰਾ ਹੈਗੇ ਨੇ, ਕਰੋਨਾ ਵਾਇਰਸ ਦੇ ਸੈਂਟਰਸ ਬਣੇ ਹੋਏ ਨੇ, ਸੋ ਥੋੜਾ ਜਿਹਾ ਕੇਅਰਫੁਲ ਹੋ ਕੇ ਜਾਣਾ, ਮਾਸਕ ਪਾ ਕੇ ਜਾਣੇ ਨੇ। ਹੈਲਥ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ, ਕੈਨੇਡਾ ਬਿਲਕੁਲ ਪਹੁੰਚ ਜਾਓਗੇ, ਵੀਜ਼ਾ ਲੱਗ ਜਾਏਗਾ, ਫਾਈਲਿੰਗ ਹੋ ਜਾਏਗੀ, ਲੇਕਿਨ ਹੈਲਥ ਸਭ ਤੋਂ ਪਹਿਲੇ ਹੈ ਜੀ। ਸੋ coming back to the questions of the audience, I'm just trying to see it on the other phone. जो questions ਤੁਹਾਡੇ ਆਏ ਹੋਏ ਨੇ, give me a second, I'm just seeing it on the other phone. Okay ji, some problem is coming on the other phone, let me scroll it.
ਸੋ ਆਈ ਐਮ ਹੋਪਫੁਲ ਤੁਸੀਂ ਸਾਰੇ ਲੋਕਡਾਊਨ ਕਰਕੇ ਘਰ ਬੈਠੇ ਹੋਏ ਨੇ। ਕੋਈ ਕਈ ਬੱਚੇ ਹੁੰਦੇ ਨੇ ਜੋ ਬਾਹਰ ਨਿਕਲ ਜਾਂਦੇ ਨੇ ਘੁੰਮਣ ਫਿਰਨ, ਸਾਈਕਲਿੰਗ ਕਰਨ ਪਾਰਕ ਦੇ ਵਿੱਚ। ਪਲੀਜ਼ ਡੋਨਟ ਡੂ ਦੋਸ ਥਿੰਗਸ। ਡੇਲੀ ਬੇਸਿਸ ਤੇ ਕੇਸਿਸ ਲੁਧਿਆਣਾ ਦੇ ਵਿੱਚ ਵੀ ਇਨਕਰੀਜ਼ ਕਰ ਰਹੇ ਹੋ। ਸੁਸ਼ਾਂਤ ਪਾਠਕ ਕਹਿ ਰਹੇ ਸਰ ਤੁਸੀਂ ਬਹੁਤ ਹੀ ਵਧੀਆ ਗਾਈਡ ਕਰਦੇ ਹੋ। ਥੈਂਕ ਯੂ ਸੁਸ਼ਾਂਤ। ਇਟ ਇਜ਼ ਹੈਂਡ ਇਨ ਹੈਂਡ। ਲਰਨਿੰਗ ਬਹੁਤ ਸਾਰਾ ਮਿਲਦੀ ਹੈ। ਤੁਹਾਡੇ ਕੇਸਿਸ ਆਉਂਦੇ ਨੇ, ਅਸੀਂ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਦੇ ਹੈਗੇ ਆ। ਹਰ ਕੇਸ ਇੱਕ ਯੂਨੀਕ ਕੇਸ ਹੈ ਤੇ ਅਸੀਂ ਇਹ ਸੋਚ ਕੇ ਚੱਲਦੇ ਹਾਂ ਕਿ ਇਹ ਸਟੂਡੈਂਟ ਦਾ ਵੀਜ਼ਾ ਜ਼ਰੂਰ ਲੱਗਣਾ ਚਾਹੀਦਾ ਹੈ। ਸਾਨੂੰ ਵੀ ਉਨੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡਾ ਵੀਜ਼ਾ ਲੱਗਦਾ ਹੈ ਤੇ ਸਾਨੂੰ ਉਨਾ ਹੀ ਦੁੱਖ ਹੁੰਦਾ ਜਦੋਂ ਤੁਹਾਡਾ ਵੀਜ਼ਾ ਰਿਫਿਊਜ਼ਲ ਆਉਂਦਾ ਹੈ। ਸੋ ਵੀ ਆਰ ਜਸਟ ਲਾਈਕ ਕਿ ਸਾਨੂੰ ਅਸੀਂ ਹਮੇਸ਼ਾ ਅਸੈਸਮੈਂਟ ਇਹ ਸੋਚ ਕੇ ਕਰਦੇ ਹਾਂ ਕਿ ਵੀਜ਼ਾ ਸਕਸੈਸ ਰੇਟ ਬੈਟਰ ਰਵੇ। जशन गर्चा फाइल लॉन्च्ड ऑन 11th मई फ्रॉम एसएससी बट बायोमेट्रिक पेंडिंग है। जशन वेट करना पड़ेगा। एज ऑफ नाउ बायोमेट्रिक्स बिल्कुल क्लोज पे ने। चंडीगढ़ दी एम्बेसी, चंडीगढ़ दा VFS सेंटर, जलंधर दे VFS सेंटर्स चल रही सी लेकिन आई थिंक इट हैज बीन पुट ऑन होल्ड। डोंट वरी, जिस तरह ही लॉकडाउन ਦਾ ਸਿਨੈਰੀਓ ਥੋੜਾ ਜਿਹਾ ਇੰਪਰੂਵ ਹੁੰਦਾ ਹੈ ਝੱਟ VFS ਸੈਂਟਰ ਦੁਬਾਰਾ ਖੁੱਲ ਜਾਣੇ ਨੇ। ਡੋਂਟ ਵਰੀ, ਕੁਝ ਪ੍ਰੋਬਲਮ ਨਹੀਂ ਆਏਗੀ। ਇਟ ਇਜ਼ ਜਸਟ ਦੈਟ ਵੀ ਹੈਵ ਟੂ ਵੇਟ ਫॉर ਸਮ ਮੋਰ ਟਾਈਮ। ਬਾਇਓਮੈਟ੍ਰਿਕਸ ਕਦੋਂ ਖੁੱਲਣਗੇ? ਆਲਰੇਡੀ ਆਨਸਰਡ। Okay, a lot of questions have been answered. I'm just saying ਜੇਕਰ ਤੁਹਾਡਾ ਕੋਈ ਹੋਰ ਵੀ ਕੁਐਸਚਨ ਹੈ ਪਲੀਜ਼ ਕੀਪ ਔਨ ਰਾਈਟਿੰਗ। ਆਸ਼ੀਸ਼ ਕੁਮਾਰ ਦਾ ਹੈ ਜੀ। ਓਕੇ ਜੀ ਆਸ਼ੀਸ਼, ਸੋ ਵੀ ਹੈਵ ਵਨ ਸਟੂਡੈਂਟ ਵਿਦ ਅਸ ਜਿਨ੍ਹਾਂ ਦਾ ਰੀਸੈਂਟਲੀ ਵੀਜ਼ਾ ਵੀ ਆਇਆ ਹੈ। ਹਿਸ ਨੇਮ ਇਜ਼ ਆਸ਼ੀਸ਼। ਆਸ਼ੀਸ਼, ਜਿੱਥੇ ਤੱਕ ਮੈਨੂੰ ਯਾਦ ਹੈ ਤੁਸੀਂ ਲੈਂਪਟਨ ਕਾਲਜ ਲਈ ਅਪਲਾਈ ਕੀਤਾ ਸੀ, ਇਫ ਆਈ ਐਮ ਨਾਟ ਰੋਂਗ, ਐਂਡ ਹੀ ਇਜ਼ ਥੈਂਕਿੰਗ ਆਵਰ ਟੀਮ ਮੈਂਬਰਸ ਪਲਕ ਮੈਮ, ਸੋਨੀਆ ਮੈਮ, ਪੂਜਾ ਮੈਮ, ਪ੍ਰਭਜੋਤ ਮੈਮ, ਰਾਜਵਿੰਦਰ ਮੈਮ and all SSC team. Thank you for my visa. Thank you Ashish. We are very grateful for your that you have shown your appreciation for the team members. We hope ਤੁਸੀਂ Canada ਜਾ ਕੇ ਤੁਸੀਂ you will do great and you will achieve good feat in your life. ਕਮਲਜੀਤ ਸੰਧੂ ਸਰ ਆਫਲਾਈਨ ਕਲਾਸਿਸ ਕਦੋਂ ਖੁੱਲਣਗੀਆਂ? ਕਮਲਜੀਤ ਥੋੜਾ ਜਿਹਾ ਟਾਈਮ ਜ਼ਰੂਰ ਲੱਗੇਗਾ। ਜੋ ਸਿਨੈਰੀਓ ਜੋ ਹਾਲਾਤ ਬਣੇ ਪਏ ਨੇ आई थिंक इट इज़ इन द बेस्ट इंटरस्ट ऑफ एवरीवन दैट कि जब तक कोरोना की लहर थोड़ी डाउन नहीं होंदी, नंबर्स घट नहीं होंदे, तद तक शायद पंजाब गवर्नमेंट या लुधियाना के DC साहब तद तक सानू अलाउ ना करन। बट तद तक साडी ऑनलाइन क्लासेस चल रही IELTS दियां। प्लीज़ अवेल ऑनलाइन क्लासेस, डोंट वेस्ट योर टाइम। गुरसेज मांगट ऑलरेडी कवर कर चुके हैं तुहाडा पॉइंट। पवन 492 IELTS पेपर ईजी होंदा है या टफ? पवन कुछ ईजी नहीं है, कुछ टफ नहीं है। इट इज़ अप टू यू हाउ डू यू टेक इट। जेकर तुसी तैयारी अच्छी की है तो तुहाडे लई कुछ भी टफ नहीं है। जेकर तुसी तैयारी नहीं की फिर तुहाडे लई बिल्कुल ही टफ होना है। सो इट इज़ अप टू यू, तुसी किस तरह अपनी तैयारी कर रहे हो। तैयारी अच्छी करो, पेपर टफ दी कोई चिंता ना करो। एक बार नहीं होएगा तो दूसरी बार क्लियर हो जाएगा। बट डू गुड प्रिपरेशन, प्रिपेयर फ्रॉम SSC। अच्छी प्रिपरेशन करनी है तो SSC तो प्रिपरेशन करो तो अच्छे बैंड्स लेके आओ। नेक्स्ट है जी कमन 09987। बड़े इंटरेस्टिंग तुसी लोगों ने इंस्टाग्राम हैंडल के नाम रखे हुए ने। सानू समझ नहीं आता कि हाउ डू यू गाइज कैन थिंक ऑफ सच इनोवेटिव नेम्स। बट एनीवेज इन्हां दा क्वेश्चन है जी सर पेपर कदों स्टार्ट होंगे, जून या जुलाई? एनी इन्फो? एज ऑफ नाउ बटी एज ऑफ नाउ देयर इज नो इन्फो कि पेपर कदों IELTS दे स्टार्ट होंगे। असी भी उन्ने ही ईगर हैं जानन लई कि कदों स्टार्ट होंगे। बट एज यू नो द सिचुएशन इज वेरी बैड राइट नाउ। पंजाब ਦੇ ਵਿੱਚ ਸਿਚੁਏਸ਼ਨ ਫੇਰ ਵੀ ਕਾਫੀ ਕੰਟਰੋਲ ਹੈ। ਬਾਕੀ ਸਟੇਟਸ ਦੇ ਵਿੱਚ ਇਟ ਇਜ਼ ਵੈਰੀ ਬੈਡ। ਆਪਾਂ ਡੇਲੀ ਕੇਸਿਸ ਦੇਖ ਰਹੇ ਹੈਗੇ ਆ। ਦਿੱਲੀ ਹੋ ਗਿਆ, ਹਰਿਆਣਾ ਹੋ ਗਿਆ, ਰਾਜਸਥਾਨ ਹੋ ਗਿਆ, ਮਹਾਰਾਸ਼ਟਰ ਹੋ ਗਿਆ, ਲੋਕਡਾਊਨ ਲੱਗਿਆ ਹੋਇਆ ਹੈ ਬੜੇ ਬੁਰੇ ਤਰੀਕੇ ਵਾਲਾ। ਸੋ ਕੇਸਿਸ ਨੂੰ ਧਿਆਨ ਦਿੰਦੇ ਹੋਏ ਸ਼ਾਇਦ ਐਜ਼ ਆਫ ਨਾउ ਮਈ 'ਚ ਤਾਂ ਕੋਈ ਐਗਜ਼ਾਮ ਨਹੀਂ ਹੈਗੇ ਨੇ। ਜੂਨ ਦਾ ਐਜ਼ ਆਫ ਨਾउ ਕੋਈ ਕਲੈਰਿਟੀ ਨਹੀਂ ਹੈ। ਐਜ਼ ਐਂਡ ਵੈਨ ਦ ਕਲੈਰਿਟੀ ਕਮਸ ਵਿਲ ਅਪਡੇਟ ਇਟ ਔਨ ਦ ਇੰਸਟਾਗ੍ਰਾਮ पेज। गगन 1907 सितंबर लगाना चाहिए या जनवरी? सर गगन जेकर तुहाडी ऑफर लैटर आ चुकी है, फंड्स रेडी ने, प्लीज़ अप्लाई फॉर सितंबर ਦੇ ਵਿੱਚ ਜੇ ਵੀਜ਼ਾ ਲੱਗ ਗਿਆ ਤਾਂ ਵੈਲ ਐਂਡ ਗੁੱਡ। ਜੇ ਨਹੀਂ ਹੋਇਆ ਤਾਂ ਆਪਾਂ ਡੈਫਰ ਕਰਵਾ ਕੇ ਜਨਵਰੀ 'ਚ ਕਰਾ ਲਾਂਗੇ। ਜੇਕਰ ਤੁਸੀਂ ਹੁਣ ਤੋਂ ਅਪਲਾਈ ਕਰ ਰਹੇ ਹੋ ਤੁਸੀਂ ਸਿਤੰਬਰ ਡਿਪੈਂਡਿੰਗ ਔਨ ਕਿਹੜੇ ਕਾਲਜ ਜਾਣਾ ਚਾਹੁੰਦੇ ਹੋ ਡਿਪੈਂਡ ਕਰਦਾ, ਕਿਉਂਕਿ ਬਹੁਤ ਸਾਰੇ ਕਾਲਜਸ ਨੇ ਸਿਤੰਬਰ ਲਈ ਆਲਰੇਡੀ ਆਫਰ ਲੈਟਰਸ ਰਿਲੀਜ਼ ਕਰਨੀਆਂ ਬੰਦ ਕਰ ਦਿੱਤੀਆਂ ਹੈ 15 ਮਈ ਦੇ ਕਰਕੇ। कुछ कॉलेजेस हले भी ऑफर लैटर्स दे रहे हैं, लिमिटेड कॉलेजेस हैं। जेकर तुहाडी ऑफर लैटर आने वाले 3 4 5 6 दिन च आ जाती है तो तुसी सितंबर करो, अदरवाइज ट्राई फॉर जनवरी इनटेक।
नेक्स्ट है जी क्यूबेक स्टूडेंट्स, वेट करनी पेगी जी। मोनिका सेठी, आई हैव डन आयल्स विद 6 बैंड बट सर आई हैव लॉन्ग गैप। मोनिका, गैप ਨੂੰ ਕਵਰ ਕਰੋ ਕਿਸੇ ਤਰੀਕੇ ਨਾਲ, ਤੁਸੀਂ ਜੌਬ ਸਟਾਰਟ ਕਰੋ। देयर आर वेरियस वेज टू कवर दी गैप। आई वुड सजेस्ट कि ਤੁਸੀਂ ਸਾਡੇ ਵੀਜ਼ਾ ਕਾਉਂਸਲਰਸ ਨੂੰ ਕੰਸਲਟ ਕਰਕੇ ਆਪਣੀ ਪ੍ਰੋਫਾਈਲ ਡਿਸਕਸ ਕਰਕੇ ਗਾਈਡੈਂਸ ਲਓ ਕਿ ਕਿਸ ਤਰ੍ਹਾਂ ਤੁਸੀਂ ਗੈਪ ਨੂੰ ਕਵਰ ਕਰ ਸਕਦੇ ਹੋ। Prabgil 246, what are SSC staff doing for Quebec student? Our future is stuck. Prab, unfortunately ਇੱਥੇ ਗਲਤੀ ਪ੍ਰੋਬਲਮ SSC staff ਜਾਂ ਤੁਹਾਡੀ ਕਿਸੇ ਦੀ ਵੀ ਕੋਈ, ਸਾਡੀ ਵੀ ਗਲਤੀ ਨਹੀਂ, ਤੁਹਾਡੀ ਵੀ ਕੋਈ ਗਲਤੀ ਨਹੀਂ। somehow things have gone out of our everyone's control। जो ਇਹ ਪ੍ਰੋਬਲਮ ਆਈ ਹੈ ਕਾਲਜਸ ਕਰਕੇ ਆਈ ਹੈ ਜਾਂ IRCC ਕਰਕੇ ਆ ਰਹੇ, ਅਨਨੈਸੈਸਰਲੀ ਕੰਸਲਟੈਂਟਸ ਵੀ ਇਹ 'ਚ ਬੈਡ ਨੇਮ ਅਰਨ ਕਰ ਰਹੇ ਨੇ ਜਾਂ ਬੱਚੇ ਵੀ ਹਰਾਸ ਹੋ ਰਹੇ ਨੇ। ਮੈਂ ਤੁਹਾਨੂੰ ਸਮਝਾਉਣਾ ਚਾਹੂੰਗਾ, ਇੱਕ ਕੇਸ ਤੇ ਅਸੀਂ, ਤੁਸੀਂ ਇਮੇਜਿਨ ਨਹੀਂ ਕਰ ਸਕਦੇ ਸਾਡੀ ਟੀਮ ਇੱਕ ਕੇਸ ਤੇ ਕਿੰਨੀ ਵਾਰ ਵਰਕ ਕਰ ਚੁੱਕੀ ਹੋਈ ਹੈ। देयर आर नो एक्स्ट्रा चार्जेस फॉर एनी वर्क विच वी आर डूइंग, बट ਸਾਡੀ ਟੀਮ ਤੇ ਵਰਕ ਕਰ ਰਹੀ ਹੈ। ਅਸੀਂ ਬਾਰ-ਬਾਰ ਉਹਨਾਂ ਫੋਲੋ ਅਪ ਕਰਨਾ ਪੈ ਰਿਹਾ। ਸਾਡੇ ਲਈ ਵੀ ਬਹੁਤ ਵੱਡਾ ਕੰਸਰਨ ਹੈ। ਸਾਨੂੰ ਤਾਂ ਇਹ ਹੁੰਦਾ ਜੀ ਕਿ ਬੱਚੇ ਦਾ ਵੀਜ਼ਾ ਛੇਤੀ ਤੋਂ ਛੇਤੀ ਆਵੇ, ਬੱਚਾ ਆਪਣਾ ਕੈਨੇਡਾ ਪਹੁੰਚੇ ਐਂਡ ਵੀ ਗੈਟ ਅਵਰ ਕਮਿਸ਼ਨ ਐਜ਼ ਅ ਬਿਜ਼ਨਸਮੈਨ। ਹਮੇਸ਼ਾ ਸਾਨੂੰ ਹੁੰਦਾ ਕਿ ਤੁਹਾਡਾ ਕੰਮ ਵੀ ਸਿਰੇ ਚੜੇ ਤੇ ਸਾਡਾ ਕੰਮ ਵੀ ਸਿਰੇ ਚੜੇ। ਤੁਸੀਂ ਸੋਚ ਨਹੀਂ ਸਕਦੇ ਅਸੀਂ ਇੰਨੇ ਖੁਦ ਪਰੇਸ਼ਾਨ ਰਹਿੰਦੇ ਹਾਂ ਕਿ ਸਾਡਾ ਸਟਾਫ ਵੀ ਸਾਨੂੰ ਆ ਕੇ ਪੁੱਛਦਾ ਕਿ ਸਰ ਇਹ ਬੱਚਾ ਵੀ ਸਾਨੂੰ ਤੰਗ ਕਰ ਰਿਹਾ ਹੈ, ਬੱਚਾ ਵੀ ਤੰਗ ਹੋ ਰਿਹਾ। I understand you're getting impatient, but there is no quick solution. Wait and watch is one solution. Otherwise, if we cannot wait, I would suggest कि ਤੁਸੀਂ ਰਿਫੰਡ ਲੈ ਕੇ ਕਿਸੇ ਦੂਸਰੇ ਕਾਲਜ ਦੇ ਵਿੱਚ ਅਪਲਾਈ ਕਰ ਲਓ so that ਕਿ ਤੁਹਾਡਾ ਡਿਸੀਜਨ ਛੇਤੀ ਤੋਂ ਛੇਤੀ ਆ ਸਕੇ। चिराग ਦਾ ਪੁਆਇੰਟ ਹੈ ਜੀ 12th 2018 ਕੀਤੀ ਹੈ, ਗੈਪ ਚੱਲੂਗਾ ਨਹੀਂ ਚੱਲੂਗਾ। चिराग कॉलेजेस ਤਾਂ ਤੁਹਾਡੀ 2018 ਲਈ ਪ੍ਰੋਫਾਈਲ ਐਕਸੈਪਟ ਕਰ ਲੈਣਗੇ ਕਾਫੀ ਸਾਰੇ ਵਿਦਆਊਟ ਐਨੀ ਗੈਪ ਜਸਟੀਫਿਕੇਸ਼ਨ, ਬਟ ਕੁਝ ਕਾਲਜ ਤੁਹਾਡੀ ਗੈਪ ਜਸਟੀਫਿਕੇਸ਼ਨ ਮੰਗਣਗੇ। ਅੰਬੈਸੀ ਲਈ ਡੈਫੀਨੇਟਲੀ ਤੁਹਾਨੂੰ ਕੁਝ ਨਾ ਕੁਝ ਗੈਪ ਜਸਟੀਫਿਕੇਸ਼ਨ ਲਗਾਣੀ ਪਏਗੀ ਇਨ ਦਾ ਫਾਰਮ ਆਫ ਅ ਡਿਪਲੋਮਾ ਸਰਟੀਫਿਕੇਟ, ਟ੍ਰੇਨਿੰਗ ਸਰਟੀਫਿਕੇਟ ਔਰ ਐਕਸਪੀਰੀਅੰਸ ਸਰਟੀਫਿਕੇਟ, ਸੋ ਦੈਟ ਕਿ ਤੁਹਾਡੀ ਪ੍ਰੋਫਾਈਲ ਸਟਰੋਂਗ ਹੋ ਸਕੇ। ਦਾ ਹੋਲ ਆਈਡੀਆ ਇਜ਼ ਦਿਸ ਕਿ ਅਸੀਂ ਕੁਝ ਵੀ ਥਾਲੀ ਤੇ ਸਜਾ ਕੇ ਵੀਜ਼ਾ ਆਫਿਸਰ ਨੂੰ ਨਾ ਦਈਏ ਜਿਸ ਨਾਲ ਸਾਡੀ ਪ੍ਰੋਫਾਈਲ ਰਿਜੈਕਟ ਹੋ ਜੇ। ਸੋ ਹੋਲ ਆਈਡੀਆ ਇਜ਼ ਦਿਸ ਕਿ ਤੁਹਾਡੀ ਪ੍ਰੋਫਾਈਲ ਸਟਰੋਂਗ ਕਰਨ ਲਈ ਯੂ ਹੈਵ ਟੂ ਫੁਲਫਿਲ ਯੂਰ ਗੈਪ। ਗਗਨ 1907 3 years ਗੈਪ ਆਫਟਰ ਬੀਟੈਕ, ਕੋਈ ਵੱਡੀ ਪ੍ਰੋਬਲਮ ਨਹੀਂ। ਬਹੁਤ ਸਾਰੇ ਕਾਲਜਸ 5 ਤੋਂ 7 ਸਾਲ ਦਾ ਗੈਪ ਈਜ਼ੀਲੀ ਐਕਸੈਪਟ ਕਰ ਲੈਂਦੇ ਐਸ ਲੌਂਗ ਐਸ ਤੁਸੀਂ ਕੋਈ ਜੌਬ ਐਕਸਪੀਰੀਅੰਸ ਦਿਖਾਓ, ਕਵਰ ਕਰੋ, ਕੋਈ ਗੈਪ ਨਹੀਂ ਹੈ ਜੀ। ਹਰਮਨਪ੍ਰੀਤ ਸਿੰਘ +2 ਕਾਮਰਸ ਤੋਂ ਬਾਅਦ ਹੋਟਲ ਮੈਨੇਜਮੈਂਟ ਕੀਤੀ ਹੈ ਸਰ, ਕੀ ਮੇਰਾ ਬਣ ਸਕਦਾ? ਬਿਲਕੁਲ ਬਣ ਸਕਦਾ ਹੈ ਹਰਮਨ, ਕੋਈ ਪ੍ਰੋਬਲਮ ਨਹੀਂ ਹੈ। +2 ਤੋਂ ਬਾਅਦ ਤੁਸੀਂ ਕਾਮਰਸ ਤੋਂ ਬਾਅਦ ਹੋਟਲ ਮੈਨੇਜਮੈਂਟ ਕੀਤੀ ਹੈ, ਯੂ ਕੈਨ ਗੋ ਫॉर ਟਰੈਵਲ ਟੂਰਿਜ਼ਮ ਕਾਈਂਡ ਆਫ ਅ ਕੋਰਸ। ਪੋਸਟ ਗ੍ਰੈਜੂਏਸ਼ਨ ਲੈਵਲ ਦੇ ਟੂਰਿਜ਼ਮ ਦੇ ਕੋਰਸ ਲਈ ਜਾ ਸਕਦੇ ਹੋ, ਇਵੈਂਟ ਮੈਨੇਜਮੈਂਟ ਦੇ ਕੋਰਸ ਲਈ ਜਾ ਸਕਦੇ ਹੋ, ਹਸਪਿਟੈਲਿਟੀ ਦੇ ਕੋਰਸ ਲਈ ਜਾ ਸਕਦੇ ਹੋ। ਯੂ ਕੈਨ ਈਜ਼ੀਲੀ ਗੋ ਫॉर ਇਟ। 6.5 ਵਿਦ ਨੋ ਲੈਸ ਦੈਨ 6 ਲੈ ਕੇ ਆਓ ਤੁਸੀਂ ਆਪਣੇ ਬੈਂਡਸ। ਮੋਹਿਤ ਸਾਮਰਾ ਕਹਿ ਰਹੇ ਜੀ ਸਰ ਸ਼ੁਡ ਆਲ ਏਜੰਟਸ ਪੁੱਟ ਸਮ ਪ੍ਰੈਸ਼ਰ ਔਨ ਕੈਨੇਡੀਅਨ ਕਾਲਜਸ ਐਂਡ ਗਵਰਨਮੈਂਟ ਟੂ ਰੀਓਪਨ ਦ ਬਾਰਡਰਸ ਫॉर द ਵੀਜ਼ਾ ਹੋਲਡਰ ਸਟੂਡੈਂਟਸ। ਮੋਹਿਤ, ਜੋ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਕੋਈ ਕੰਸਲਟੈਂਟਸ ਮਿਲ ਕੇ ਗਵਰਨਮੈਂਟ ਤੇ, ਕੈਨੇਡੀਅਨ ਗਵਰਨਮੈਂਟ ਤੇ ਪ੍ਰੈਸ਼ਰ ਪਾ ਸਕੇ, ਅਨਫੋਰਚੂਨੇਟਲੀ ਇਦਾਂ ਦਾ ਕੋਈ ਬ੍ਰਹਮ ਅਸਤਰ ਜਾਂ ਕੋਈ ਇਦਾਂ ਦਾ ਬਟਨ ਨਹੀਂ ਹੈ ਜੋ ਪ੍ਰੈਸ ਕਰਾਂਗੇ ਤੇ ਕੈਨੇਡਾ ਗਵਰਨਮੈਂਟ ਤੇ ਜਾਂ ਅੰਬੈਸੀ ਦਾ ਕੋਈ ਇਸ ਤਰ੍ਹਾਂ ਪ੍ਰੈਸ਼ਰ ਪੈ ਜਾਏਗਾ। ਸਿਚੁਏਸ਼ਨ ਹੀ ਇਸ ਤਰ੍ਹਾਂ ਹੋਈ ਹੈ। ਤੁਸੀਂ ਵੀ ਸਮਝ ਸਕਦੇ ਹੋ ਜਿਸ ਤਰ੍ਹਾਂ ਕੇਸਿਸ ਵੱਧ ਰਹੇ ਨੇ, ਐਵਰੀਵਨ ਇਜ਼ ਕੌਸ਼ੀਅਸ ਅਬਾਊਟ ਦਿਸ ਥਿੰਗ ਕਿ ਕੇਸਿਸ ਉਹਨਾਂ ਦੀ ਕੰਟਰੀ 'ਚ ਘੱਟ ਪਹੁੰਚਣ। ਐਂਡ ਸੋ ਇਸ ਚੀਜ਼ ਨੂੰ ਦੇਖਦੇ ਹੋਏ ਕੋਈ ਫਾਸਟ ਟਰੈਕ ਕਰਨ ਦਾ ਕੋਈ ਤਰੀਕਾ ਨਹੀਂ ਹੈ। ਹੈਵ ਪੇਸ਼ੈਂਸ, ਥਿੰਗਸ ਵਿਲ ਗੈਟ ਬੈਟਰ ਵੈਰੀ ਸੂਨ। ਪ੍ਰਭ ਪਨੈਚ ਪੁੱਛਣਾ ਚਾਹੁੰਦੇ, ਟੈਲ ਮੀ ਸਮਥਿੰਗ ਅਬਾਊਟ ਨਦਰਨ ਲਾਈਟਸ ਕਾਲਜ। ਨਦਰਨ ਲਾਈਟਸ ਕਾਲਜ BC ਦੇ ਵਿੱਚ ਕਾਲਜ ਹੈ, ਡੀਸੈਂਟ ਕਾਲਜ। ਪ੍ਰੋਗਰਾਮ ਕਾਫੀ ਸਾਰੇ ਡਿਪਲੋਮਾ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਇਹਨਾਂ ਕੋਲ ਕਾਫੀ ਹੈਗੇ ਨੇ। PR ਲਈ ਇੱਥੇ ਰੀਜਨਲ ਪੁਆਇੰਟਸ ਤੁਹਾਨੂੰ ਅੱਛੇ ਜਲਦੀ ਮਿਲ ਜਾਂਦੇ ਨੇ। ਸੋ ਜੇਕਰ ਤੁਸੀਂ PR PNP BC PNP ਅਪਲਾਈ ਕਰਨਾ ਚਾਹੁੰਦੇ ਹੋ ਦੈਨ ਇਟਸ ਅ ਵੈਰੀ ਗੁੱਡ ਕਾਲਜ। ਨਦਰਨ ਲਾਈਟਸ ਕਾਲਜ ਤੁਹਾਨੂੰ ਛੇਤੀ PR ਦੇ ਹੋਣ ਦੇ ਚਾਂਸਸ ਹੈਗੇ ਨੇ। RIYUO Ryu, I don't know how to pronounce it, but an interesting Instagram handle name ਨੇ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ। Sir, I'm doing my job in banking sector from 2 years. Can I apply for Canada and how much band required for PR case? ਜੇਕਰ ਤੁਸੀਂ, ਮੈਨੂੰ ਤੁਹਾਡੀ ਪ੍ਰੋਫਾਈਲ ਬਾਰੇ ਪੂਰਾ ਨਹੀਂ ਪਤਾ, ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਮਾਸਟਰਸ ਕੀਤੀ ਹੈ, ਕੀ ਕੀਤਾ ਹੈ, ਫਿਰ ਤੁਸੀਂ ਬੈਂਕ 'ਚ ਜੌਬ ਕਰ ਰਹੇ ਹੋ। PR ਲਈ maybe we can do a separate session some other day.
ਪੀਆਰ ਲਈ ਜਿਹੜਾ ਫੈਡਰਲ ਐਕਸਪ੍ਰੈਸ ਐਂਟਰੀ ਦਾ ਇੱਕ ਰੂਟ ਹੈਗਾ ਜਿਹਦੇ ਨਾਲ ਪੀਆਰ ਅਪਲਾਈ ਹੁੰਦੀ ਹੈ ਫੈਡਰਲ ਸਕਿੱਲ ਵਰਕਰ ਕੈਟੇਗਰੀ ਲਈ, ਉਹਦੇ ਵਿੱਚ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਐਟਲੀਸਟ ਮਾਸਟਰਸ ਹੋਣੀ ਚਾਹੀਦੀ ਹੈ, 8777 ਬੈਂਡਸ ਹੋਣੇ ਚਾਹੀਦੇ ਨੇ, ਇੰਡੀਆ ਦਾ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਨੌਕ O A B ਦੇ ਵਿੱਚ, ਨੌਕ 0 A B ਦੇ ਵਿੱਚ, ਤਦ ਜਾ ਕੇ ਤੁਸੀਂ ਕਿੱਥੇ ਨਾ ਕਿੱਥੇ ਅੱਛੇ ਇੱਕ ਪੁਆਇੰਟ ਤੇ ਖੜਦੇ ਹੋ ਤਾਂ ਕਿ ਤੁਹਾਨੂੰ ਪੀਆਰ ਦੇ ਵਿੱਚ ਚਾਂਸ ਮਿਲ ਸਕੇ। ਜੇਕਰ ਤੁਹਾਡੀ ਪ੍ਰੋਫਾਈਲ ਤੁਸੀਂ ਮਾਸਟਰਸ ਨਹੀਂ ਕੀਤੀ ਹੋਈ, ਸਿਰਫ ਬੈਚਲਰਸ ਕੀਤੀ ਹੋਈ ਹੈ ਜਾਂ ਤੁਸੀਂ 8777 ਹਲੇ ਨਹੀਂ ਸਕੋਰ ਕਰ ਸਕਦੇ ਆਇਲਸ ਜਰਨਲ ਦੇ ਵਿੱਚ, ਸੋ ਮੇਰੀ ਐਡਵਾਈਸ ਤੁਹਾਨੂੰ ਹੈ ਕਿ ਪਲੀਜ਼ ਗੋ ਔਨ ਦਾ ਸਟੱਡੀ ਵੀਜ਼ਾ ਰੂਟ। ਸਟੱਡੀ ਵੀਜ਼ਾ ਰੂਟ ਇਜ਼ ਦ ਗੋਲਡਨ ਟਿਕਟ ਟੂ ਗੈਟ ਪੀਆਰ। ਸਰਨਜੋਤ ਹੈ, ਕਲਾਸਿਸ ਕਦੋਂ ਤੋਂ ਸਟਾਰਟ ਹੋਣਗੀਆਂ? ਆਈ ਹੈਵ ਆਲਰੇਡੀ ਕਵਰਡ। ਜੇਕਰ ਤੁਹਾਡਾ ਮਤਲਬ ਹੈ ਆਇਲਸ ਦੀ ਫਿਜ਼ੀਕਲ ਕਲਾਸਿਸ, ਸਰਨ ਐਜ਼ ਆਫ ਨਾਓ ਕਲੈਰਿਟੀ ਨਹੀਂ ਹੈ। We are hoping that somewhere around next month, as early as next month, classes शायद start हो सकन। वरणदीप का क्वेश्चन है 1 मॉड्यूल 4.5, 1 5, 1 5.5 and 2 ਮੋਡਿਊਲਸ ਓਵਰਆਲ 5 ਬੈਂਡ, ਕੋਈ ਚਾਂਸਸ ਬਿਲਕੁਲ ਨਹੀਂ ਜੀ, ਕੈਨੇਡਾ ਲਈ ਕੋਈ ਚਾਂਸ ਨਹੀਂ ਹੈ। ਤੁਸੀਂ ਆਪਣੇ ਬੈਂਡਸ ਇੰਪਰੂਵ ਕਰੋ। ਜੇਕਰ ਤੁਸੀਂ +2 ਕੀਤੀ ਹੋਈ ਹੈ 6 with no less than 6 ਚਾਹੀਦੇ ਨੇ ਜਾਂ 5.5 in 1 ਮੋਡਿਊਲ ਚਾਹੀਦੇ ਨੇ। सर वर्क परमिट इज अवेलेबल, वर्मा कनू ਦਾ ਹੈ ਜੀ। ਅਨਫੋਰਚੂਨੇਟਲੀ ਕਨੂ ਵਰਮਾ ਵੀ ਆਰ ਨਾਟ ਡੀਲਿੰਗ ਇਨ ਦੀ ਵਰਕ ਪਰਮਿਟ, LMIA ਬੇਸਡ ਵਰਕ ਪਰਮਿਟ ਅਸੀਂ ਬਿਲਕੁਲ ਨਹੀਂ ਡੀਲ ਕਰਦੇ। ਅਸੀਂ ਦੋ ਤਰ੍ਹਾਂ ਦੇ ਵਰਕ ਪਰਮਿਟ 'ਚ ਡੀਲ ਕਰਦੇ ਹਾਂ, ਵਨ ਇਜ਼ ਓਪਨ ਸਪਾਊਸ ਵਰਕ ਪਰਮਿਟ, ਦੂਸਰਾ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਕਿ ਤੁਹਾਡੀ ਕੈਨੇਡਾ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਅਪਲਾਈ ਹੁੰਦਾ ਹੈ। ਸਿਟੀ ਸਟੱਡੀ ਸਰਕਲ SSC ਉਸ ਚੀਜ਼ ਦੀ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ, ਬਟ LMIA ਜੌਬ ਬੇਸਡ ਵਰਕ ਪਰਮਿਟ ਅਸੀਂ ਡੀਲ ਨਹੀਂ ਕਰਦੇ। मोनिका द पॉइंट ऑलरेडी कवर्ड है जी। एक क्वेश्चन है जी 5.5 एंड 1 मॉड्यूल 6 ओवरऑल वीज़ा ਦੇ ਕੀ ਚਾਂਸਸ ਹੈ? ਜੇਕਰ ਤੁਸੀਂ +2 ਕੀਤੀ ਹੈ ਵੀਜ਼ਾ ਚਾਂਸਸ ਅੱਛੇ ਨੇ, ਪ੍ਰੋਵਾਈਡਡ ਤੁਹਾਡੀ ਅਕੈਡਮਿਕਸ ਦੇ ਵਿੱਚ ਵੀ +2 ਚ ਪਰਸੈਂਟੇਜ ਵੀ ਅੱਛੀ ਹੋਵੇ। ਬਟ ਜੇਕਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਆਈ ਵੁੱਡ ਸੁਜੈਸਟ ਕਿ ਤੁਸੀਂ ਆਪਣੀ ਆਇਲਸ ਇੰਪਰੂਵ ਕਰੋ, ਐਟਲੀਸਟ 6 with no less than 6 ਹੋ ਜਾਂ 6.5 ओवरऑल with no less than 5.5 ਹੋਣ, ਤਦ ਥੋੜਾ ਜਿਹਾ ਚਾਂਸ ਬਣੇਗਾ। ਫੈਂਸ਼ਾ ਕਾਲਜ ਅੰਡਰ RNP ਨਹੀਂ ਜੀ, ਫੈਂਸ਼ਾ ਕਾਲਜ ਰੂਰਲ ਨੋਮੀਨੇਸ਼ਨ ਪ੍ਰੋਗਰਾਮ RNP ਦੇ ਅੰਡਰ ਲੰਡਨ ਸ਼ਾਇਦ ਜਿੱਥੇ ਤੱਕ ਮੇਰਾ ਧਿਆਨ ਨਹੀਂ ਆਉਂਦਾ ਹੈ, ਬਟ ਫਿਰ ਵੀ ਆਈ ਵਿਲ ਚੈੱਕ। ਤੁਸੀਂ ਇੱਕ ਵਾਰ ਸਾਡੇ ਟੋਲ ਫ੍ਰੀ ਨੰਬਰ ਤੇ ਕਾਲ ਜ਼ਰੂਰ ਕਰੋ। ਆਈ ਵਿਲ ਗੈਟ ਯੂ ਦ ਇਨਫੋਰਮੇਸ਼ਨ, ਕਨਫਰਮ ਇਨਫੋਰਮੇਸ਼ਨ ਕਿ ਲੰਡਨ ਜਿਹੜਾ ਹੈਗਾ ਜਿੱਥੇ ਫੈਂਸ਼ਾ ਕਾਲਜ ਹੈ ਉਹ ਸਿਟੀ ਕੀ RINP ਦੇ ਅੰਡਰ ਆਉਂਦੀ ਹੈ, ਜਿੱਥੇ ਤੱਕ ਮੇਰੀ ਅੰਡਰਸਟੈਂਡਿੰਗ ਹੈ ਸ਼ਾਇਦ ਨਹੀਂ ਆਉਂਦੀ ਹੈ। ਹੱਥ ਜੋੜਨ ਦੀ ਲੋੜ ਨਹੀਂ ਹੈ ਜੀ, एथिस्ट वर्ल्ड एग्जिस्ट ਤੁਹਾਡਾ ਆਨਸਰ ਬਿਲਕੁਲ ਕਵਰ ਕਰ ਦਿੱਤਾ ਹੈ। ਰਮਨਪ੍ਰੀਤ ਆਈ ਲੌਂਚ ਮਾਈ ਫਾਈਲ ਮਾਰਚ 2020 ਚ, ਤੁਸੀਂ ਕਿਊਬੈਕ ਦੀ ਫਾਈਲ ਕੀਤੀ ਹੈ, ਵੇਟ ਕਰਨਾ ਪਏਗਾ ਜੀ 6 ਅਗਸਤ ਤੱਕ, ਹੋਪਫੁਲੀ ਰਿਜ਼ਲਟ ਆ ਜਾਣਗੇ। ऑफलाइन क्लासेस कदों लगन, ऑलरेडी आंसर, बहुत रिपीटेड क्वेश्चंस आ रहे हैं। बड़े इंटरेस्टिंग कमेंट्स ने। मोहित समरा ਦਾ ਪੁਆਇੰਟ ਹੈ ਜੀ ਫਿਰ ਤੋਂ ਆਈ ਗॉट ਮਾਈ ਵੀਜ਼ਾ ਬਟ ਮੇਰਾ ਮੈਡੀਕਲ ਜੁਲਾਈ ਮਿਡ ਵਿੱਚ ਐਕਸਪਾਇਰ ਹੋਣ ਵਾਲਾ ਹੈ, ਸ਼ੁਡ ਆਈ ਗੋ ਫॉर ਮੈਡੀਕਲ ਅਗੇਨ অর ਨਾਟ? ਮੋਹਿਤ ਜੇਕਰ ਤੁਸੀਂ ਕੈਨੇਡਾ ਹਲੇ ਟਰੈਵਲ ਨਹੀਂ ਕੀਤਾ ਹੈ ਤੇ ਬਿਲਕੁਲ ਤੁਹਾਨੂੰ ਤੁਸੀਂ ਆਪਣਾ ਮੈਡੀਕਲ ਅਪਡੇਟ ਕਰਵਾ ਲਓ। ਜੇਕਰ ਤੁਸੀਂ ਕੈਨੇਡਾ ਟਰੈਵਲ ਕਰ ਚੁੱਕੇ ਹੋ ਤਾਂ ਸਟੱਡੀ ਪਰਮਿਟ ਨਹੀਂ ਮਿਲਿਆ ਹੈ ਤੇ ਫਿਰ ਵੀ ਤੁਹਾਨੂੰ ਮੈਡੀਕਲ ਅਪਡੇਟ ਕਰਾਉਣਾ ਪੈਣਾ ਹੈ। ਆਲ ਇਨ ਆਲ ਇਟ ਇਜ਼ ਬੈਟਰ ਦੈਟ ਯੂ ਗੈਟ ਯੂਰ ਮੈਡੀਕਲ ਅਪਡੇਟਡ। प्रीत शोकर सरदारनी, प्रीत शोकर रिफ्यूज फ्रॉम ऑस्ट्रेलिया, चांसेस फॉर कैनेडा वीजा 6 ईच बैंड स्कोर, आई एम ग्रेजुएट। बिल्कुल है जी, ਤੁਹਾਨੂੰ ਮੈਂ ਰეკਮੈਂਡ ਕਰਾਂਗਾ ਤੁਸੀਂ ਜੇਕਰ CBU ਕੇ ਬ੍ਰਿਟਨ ਯੂਨੀਵਰਸਿਟੀ ਚ ਅਪਲਾਈ ਕਰ ਸਕਦੇ ਹੋ ਔਨ ਦਾ ਬੇਸਿਸ ਆਫ ਮੀਡੀਅਮ ਆਫ ਇੰਸਟਰਕਸ਼ਨ, ਤੁਸੀਂ ਉਧਰ ਅਪਲਾਈ ਕਰੋ। ਬੀਇੰਗ ਅ ਵੈਰੀ ਫਾਰ ਆਫ ਪ੍ਰੋਵਿੰਸ, ਨੋਵਾ ਸਕੋਸ਼ੀਆ ਦੇ ਵਿੱਚ ਹੈ ਪ੍ਰੋਵਿੰਸ, ਨੋਵਾ ਸਕੋਸ਼ੀਆ ਦੇ ਵਿੱਚ ਹੈ ਯੂਨੀਵਰਸਿਟੀ ਹੈਗੀ ਹੈ। ਵੀਜ਼ਾ ਸਕਸੈਸ ਰੇਟ ਬਹੁਤ ਅੱਛੀ ਰਹੇਗੀ। ਤੁਸੀਂ ਸੈਂਟ ਕਲੀਅਰ ਚ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਸੂ ਕਾਲਜ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਕੈਂਬਰਿਨ ਸਡਬਰੀ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ।
ਪਲਵੀ ਕਲਿਆਣ I got 6.5 and 2 year gap after graduation। ਕੋਈ ਪ੍ਰੋਬਲਮ ਨਹੀਂ ਹੈ ਜੀ, ਗ੍ਰੈਜੂਏਸ਼ਨ ਨੂੰ ਤੋਂ ਬਾਅਦ ਜਿਹੜਾ ਗੈਪ ਹੈ ਤੁਸੀਂ ਜਸਟੀਫਾਈ ਕਰਾਓ ਕਿਸੇ ਐਕਸਪੀਰੀਅੰਸ ਦੇ ਨਾਲ, देयर शुड नॉट बी एनी प्रॉब्लम। आई थिंक मोर और लेस काफ़ी सारे क्वेश्चन से कवर हो चुके ने। डार्क नाइट 1, चलो जी डार्क नाइट भी आ गए ने अज साडे विच। सर आई रिपीट दिस क्वेश्चन, लिसनिंग 8.5, रीडिंग 6.5, राइटिंग 6, स्पीकिंग 5.5, +2 2019 65% मार्क है, मेडिकल दे मार्क्स है मेडिकल स्ट्रीम दे विच। 5.5 in 1, इट्स डिसेंट प्रोफाइल ओवरऑल डार्क नाइट। ਤੁਸੀਂ ਕੋਸ਼ਿਸ਼ ਕਰੋ, ਮੈਨੂੰ ਇਹ ਨਹੀਂ ਪਤਾ ਕਿ ਤੁਹਾਡੇ ਬਾਇਓ ਦੇ ਵਿੱਚ ਕਿੰਨੇ ਮਾਰਕਸ ਨੇ, ਤੁਸੀਂ ਕੋਸ਼ਿਸ਼ ਕਰੋ ਆਫਿਸ ਐਡਮਿਨ ਹੈਲਥ ਸਰਵਿਸਿਜ਼ ਦਾ ਪ੍ਰੋਗਰਾਮ ਲਓ ਜਾਂ ਐਸੋਸੀਏਟ ਆਫ ਸਾਇੰਸ ਦਾ ਪ੍ਰੋਗਰਾਮ ਲਓ ਜਾਂ ਬੈਚਲਰ ਆਫ ਸਾਇੰਸ ਦਾ ਪ੍ਰੋਗਰਾਮ ਲਓ ਐਂਡ ਯੂ ਕੈਨ ਗੈਟ ਥਰੂ। ਕੋਈ ਇੰਨੀ ਵੱਡੀ ਕੋਈ ਪ੍ਰੋਬਲਮ ਨਹੀਂ ਹੈ ਗਾਇਜ਼, ਤੁਹਾਨੂੰ ਥੋੜੀ ਪੇਸ਼ੈਂਸ ਰੱਖਣੀ ਪਏਗੀ ਬਿਕੋਜ਼ ਬਹੁਤ ਸਾਰੇ ਕੁਐਸਚਨਸ ਨੇ ਤੇ ਆਈ ਐਮ ਟ੍ਰਾਈਂਗ ਟੂ ਕਵਰ ਈਚ ਐਂਡ ਐਵਰੀ ਕੁਐਸਚਨ। ਇੱਕ ਆਲਰੇਡੀ ਘੰਟੇ ਦਾ ਸੈਸ਼ਨ ਹੋ ਚੁੱਕਿਆ ਹੈ ਐਂਡ ਥੈਂਕ ਯੂ ਫॉर योर पेशेंस, ਤੁਸੀਂ ਹਲੇ ਤੱਕ ਨਾਲ ਜੁੜੇ ਹੋਏ ਹੋ। राधिका 1-2 ਦਾ ਹੈ क्वेश्चन। सर आई हैव ओवरऑल 6 बैंड, 6.5 राइटिंग, 6 स्पीकिंग, 5 in reading, 5.5 in listening। how much percentage chances are there for visa? ਰਾਧਿਕਾ ਤੁਹਾਡੇ ਜਿਹੜੇ 5 ਬੈਂਡਸ ਹੈ ਰੀਡਿੰਗ ਦੇ ਵਿੱਚ ਉਹ ਪ੍ਰੋਬਲਮ ਹੈਗੇ ਨੇ। ਆਈ ਸੁਜੈਸਟ ਤੁਸੀਂ ਆਪਣੇ ਬੈਂਡਸ ਇੰਪਰੂਵ ਕਰੋ। इंडियन बॉय 1986 2011 पास आउट MBA बैच। ਪ੍ਰੋਫਾਈਲ ਤੁਹਾਡੀ ਦੇਖਣੀ ਪਏਗੀ ਇੰਡੀਅਨ ਬॉय 1986। ਆਈ ਐਮ ਹੋਪਿੰਗ ਤੁਸੀਂ 1986 ਬੌਰਨ ਹੋ ਤੇ ਏਜ ਵੀ ਤੁਹਾਡੀ ਥੋੜੀ ਜੀ ਹਾਈ ਸਾਈਡ ਹੈ ਬਟ ਡੈਫੀਨੇਟਲੀ ਵੀ ਕੈਨ ਟਰਾਈ। ਜੇਕਰ ਪ੍ਰੋਫਾਈਲ ਵੈਲਿਡ ਹੈ, ਆਇਲਸ ਅੱਛੇ ਹੈਗੇ ਨੇ ਐਂਡ ਤੁਹਾਡੀ ਜੌਬ ਐਕਸਪੀਰੀਅੰਸ ਜੈਨੂਇਨ ਹੈ, ਅੱਛੇ ਹੈਗੇ ਨੇ, ਵੀ ਕੈਨ ਡੈਫੀਨੇਟਲੀ ਗੈਟ ਯੂ ਇਨਟੂ ਅ ਗੁੱਡ ਕਾਲਜ। ਅਸੀਂ ਵੀਜ਼ਾ ਅਪਲਾਈ ਕਰ ਸਕਦੇ ਹਾਂ। ER नेहा कालरा ਦਾ क्वेश्चन है जी, सितंबर इनटेक फ्लाइट चलन ਦੇ ਚਾਂਸ है सर? एज ऑफ नाउ जो इंडिकेशंस आ रही हैं 22 जून तक या 20 या 22 जून तक एयर इंडिया एयर कैनेडा ने अपनी फ्लाइट्स कैनेडा ਲਈ कैंसिल कर ਦਿੱਤੀਆਂ ਹੋਈਆਂ हैं। होपफुली in a month or 1.5 months time things will get improved and somewhere around July we'll get a better picture कि सितंबर इनटेक ਲਈ फ्लाइट स्टार्ट हो ਪਾਣਗੀਆਂ ਕਿ ਨਹੀਂ। नेहा कालरा ਦਾ ਇੱਕ ਹੋਰ क्वेश्चन है जी, ਵੈਨਕੂਵਰ ਸੀਟਸ ਮਿਲ ਸਕਦੀਆਂ ਹੈ ਹੁਣ ਕਾਲਜਸ 'ਚ? ਲਗਭਗ ਕਾਲਜਸ ਸੈਪਟੈਂਬਰ ਲਈ ਕਲੋਜ਼ ਹੋ ਚੁੱਕੇ ਹੋਏ ਨੇ। 2-3 ਕਾਲਜਸ ਜਾਂ ਯੂਨੀਵਰਸਿਟੀਜ਼ हैं जो कि ਹਲੇ ਵੀ ਸੈਪਟੈਂਬਰ ਲਈ ਕਰ ਰਹੀਆਂ ਹੈ ਸੀਟਸ। ਸੋ ਯੂ ਕੈਨ ਅਪਲਾਈ देयर। ਕੈਨੇਡੀਅਨ ਕਾਲਜ ਸੈਂਟ ਲਾਰੈਂਸ ਦਾ ਕਾਲਜ ਹੈ, ਯੂਨੀਵਰਸਿਟੀ ਆਫ ਕੈਨੇਡਾ ਵੈਸਟ ਹੈ, ਤੁਸੀਂ ਉਧਰ ਅਪਲਾਈ ਕਰ ਸਕਦੇ ਹੋ। ਗਗਨ ਵਿਰਕ ਬਾਇਓਮੈਟ੍ਰਿਕ ਤੋਂ ਬਿਨਾ ਵੀਜ਼ਾ ਆ ਜਾਂਦਾ? ਨਹੀਂ ਜੀ, ਬਾਇਓਮੈਟ੍ਰਿਕ ਬਹੁਤ ਜ਼ਰੂਰੀ ਹੈ। ਵੀਜ਼ਾ ਬਾਇਓਮੈਟ੍ਰਿਕ ਦੇ ਬਾਅਦ ਹੀ ਆਏਗਾ। SI NP ਲਈ ਕਿੰਨੇ ਬੈਂਡ ਰਿਕੁਆਇਰਡ ਨੇ? ਕਮਲਪ੍ਰੀਤ ਨਾਮਤਾਰੀ ਦਾ ਪੁਆਇੰਟ ਹੈ ਜੀ। ਬੈਂਡ ਰਿਕੁਆਇਰਮੈਂਟ ਤੁਹਾਨੂੰ ਇੱਕ ਵਾਰੀ ਬੇਸਿਕ ਬੈਂਡ ਰਿਕੁਆਇਰਮੈਂਟ ਤਾਂ ਜਿਹੜੀ ਆਇਲਸ ਜਨਰਲ ਦੀ ਹੈ ਤੁਸੀਂ ਉੱਥੇ ਘੱਟ ਵੀ ਚੱਲ ਜਾਂਦੇ ਨੇ, ਲੇਕਿਨ SI NP ਦਾ ਤੁਹਾਡਾ ਪੂਰਾ ਸਕੋਰ ਕਿੰਨਾ ਬਣਦਾ ਹੈ। ਸੋ ਤੁਹਾਨੂੰ ਚੈੱਕ ਕਰਨਾ ਪੈਣਾ ਕਿ ਤੁਹਾਡਾ ਪੂਰਾ SI NP ਦਾ ਸਕੋਰ ਕਿੰਨਾ ਬਣਦਾ ਹੈ। ਇਫ ਇਟ ਇਜ਼ ਅਰਾਊਂਡ 70 ਦੈਨ ਯੂ ਹੈਵ ਅ ਡੀਸੈਂਟ ਚਾਂਸ ਟੂ ਗੈਟ ਥਰੂ। ਅਦਰਵਾਈਜ਼ ਜੇ 70 ਤੋਂ ਘੱਟ ਹੈ, ਪਿਛਲੇ ਇੱਕ ਸਾਲ ਤੋਂ 70 is the minimum score at which SINP is coming out with the visas। ਸੌਰੀ SINP ਦੇ ਜਿਹੜੇ ਆਪਣੇ ਰਿਜ਼ਲਟਸ ਆ ਰਹੇ 70 ਦੇ ਬੈਂਡ ਤੇ 70 ਦੇ ਸਕੋਰ ਤੇ ਆ ਰਹੇ ਨੇ। ਸੋ ਤੁਹਾਨੂੰ ਆਪਣੇ ਬੈਂਡਸ ਉਸ ਹਿਸਾਬ ਨਾਲ ਚੈੱਕ ਕਰਨੇ ਪੈਣਗੇ, ਆਪਣੇ ਸਕੋਰ ਚੈੱਕ ਕਰਨੇ ਪੈਣਗੇ ਉਸ ਹਿਸਾਬ ਨਾਲ। ਬਹੁਤ ਸਾਰੇ ਕੁਐਸਚਨਸ ਹੋ ਚੁੱਕੇ ਨੇ। ਸੰਦੀਪ 4 ਸਾਲ ਦਾ ਗੈਪ ਚੱਲ ਜਾਏਗਾ ਕੈਨੇਡਾ ਵਾਸਤੇ ਜੀ। ਸੰਦੀਪ +2 ਤੋਂ ਬਾਅਦ ਚੱਲ ਜਾਏਗਾ ਬਟ ਪ੍ਰੋਵਾਈਡਡ ਕੋਈ ਜਸਟੀਫਿਕੇਸ਼ਨ ਦੇਣੀ ਪਏਗੀ, ਚਾਹੇ ਉਹ ਡਿਪਲੋਮਾ ਹੈ, ਚਾਹੇ ਉਹ ਟ੍ਰੇਨਿੰਗ ਹੈ ਜਾਂ ਜੌਬ ਹੈ। ਆਫਟਰ ਗ੍ਰੈਜੂਏਸ਼ਨ ਤੱਕ ਕੋਈ 4 ਸਾਲ ਦੇ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ। ਓਕੇ ਜੀ। ओके, नेहा कालरा is saying I have already applied for KPU but seats नहीं मिल रही हैं वैंकूवर च। नेहा KPU has already closed the intake for September। परसों ही ਉਹਨਾਂ ਦੀ ਮੇਲ ਆਈ ਹੈ ਕਿ KPU ਸੈਪਟੈਂਬਰ ਲਈ ਕਲੋਜ਼ ਹੈ। ਹੁਣ ਸੈਪਟੈਂਬਰ ਲਈ ਜਿਹੜੇ ਬੱਚਿਆਂ ਨੂੰ ਡਿਸੀਜਨ ਨਹੀਂ ਆਏ ਨੇ ਉਹ ਬੱਚੇ ਆਪਣੀ ਜਨਵਰੀ ਲਈ ਅਪਲਾਈ ਕਰ ਸਕਦੇ ਨੇ।
I think with all this, we have come to the end. It's been 1 hour since we have been sharing the details, and hopefully ਬਹੁਤ ਸਾਰੇ ਸਟੂਡੈਂਟਸ ਦਾ ਫਾਇਦਾ ਹੋਏਗਾ, ਐਂਡ ਵਿਲ ਟਰਾਈ ਕਿ ਨੈਕਸਟ ਵੀਕ ਐਦਾਂ ਦਾ ਇੱਕ ਆਨਲਾਈਨ ਕਾਉਂਸਲਿੰਗ ਸੈਸ਼ਨ ਅਸੀਂ ਫੇਰ ਕਰੀਏ। 1 ਸਾਲ ਪਹਿਲਾਂ 1.5 ਸਾਲ ਪਹਿਲਾਂ ਕੋਈ ਆਨਲਾਈਨ ਕਾਉਂਸਲਿੰਗ ਕੁਝ ਨਹੀਂ ਚੱਲਦਾ ਸੀ, ਬਟ ਕਰੋਨਾ ਕਰਕੇ ਬਹੁਤ सी ਚੀਜ਼ਾਂ ਚੇਂਜ ਹੋ ਚੁੱਕੀਆਂ ਹੈ। ਸੋ ਨਨਦੀਲੈਸ ਬਿਜ਼ਨਸ ਜਾਂ ਕੰਮ ਜਾਂ ਸਾਡੇ ਪਲਾਨਸ ਕਦੀ ਰੁਕ ਨਹੀਂ ਸਕਦੇ। ਜੋ ਮਰਜੀ ਲਾਈਫ ਦੇ ਵਿੱਚ ਜਾਂ ਵਰਲਡ ਦੇ ਵਿੱਚ ਪ੍ਰੋਬਲਮਸ ਆ ਰਹੀਆਂ, ਵੀ ਆਲਵੇਜ਼ ਹੈਵ ਟੂ ਫਾਈਂਡ ਆਊਟ ਅ ਸੋਲੂਸ਼ਨ ਟੂ ਕਮ ਅਕ੍ਰੋਸ ਦੋਸ ਪ੍ਰੋਬਲਮਸ। ਥੈਂਕ ਯੂ ਵੈਰੀ ਮਚ ਵਨਸ ਅਗੇਨ। ਥੈਂਕਸ ਆਲ ਦੀ ਸਟੂਡੈਂਟ ਜਿਨ੍ਹਾਂ ਨੇ ਆਪਣੇ ਕੁਐਸਚਨਸ ਭੇਜੇ ਸੀਗੇ, ਉਹਨਾਂ ਨੂੰ ਸਾਰਿਆਂ ਦੀ ਅਸੈਸਮੈਂਟਸ ਹੋ ਚੁੱਕੀਆਂ। ਜਿਨ੍ਹਾਂ ਨੇ ਲਾਈਵ ਕੁਐਸਚਨ ਪੁੱਛੇ ਨੇ ਉਹਨਾਂ ਦੀ ਵੀ ਅਸੈਸਮੈਂਟਸ ਹੋ ਚੁੱਕੀਆਂ ਹੋਈਆਂ। ਜੇਕਰ ਤੁਸੀਂ ਫਰਦਰ ਕੁਝ ਪੁੱਛਣਾ ਚਾਹੁੰਦੇ ਹੋ, ਯੂ ਕੈਨ ਰੀਚ ਆਊਟ ਟੂ ਅਵਰ ਵੀਜ਼ਾ ਕਾਉਂਸਲਰਸ, ਯੂ ਕੈਨ ਕਾਲ on our toll free number, and we'll try to answer as much as possible. Thank you very much. Stay at home, stay safe, take care of yourself, take care of your family. Thank you.